ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਖਾਲਸਾ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਸਾਡੇ ਪ੍ਰੋਗਰਾਮ ਦਾ ਨਾਮ ਹੈ ਟਿਪਸ ਅ ਗੁੱਡ ਲਾਈਫ। ਫਸਟ ਸਭ ਤੋਂ ਪਹਿਲਾਂ ਧੰਨਵਾਦ ਵੌਇਸ ਆਫ ਮਾਨਵਤਾ ਦੇ ਓਨਰ ਐਂਡ ਆਪਰੇਟਰ ਸਰਦਾਰ ਮੇਘਰਾਜ ਸਿੰਘ for giving us the chance to talk about some special programs, and also ਗਿਆਨੀ ਧਰਮ ਸਿੰਘ ਜੀ ਜਿਹੜੇ ਕੋ-ਐਂਕਰ ਨੇ ਇਸ ਪ੍ਰੋਗਰਾਮ ਦੇ ਮੇਰੇ ਨਾਲ। ਮੇਰਾ ਨਾਮ ਡਾਕਟਰ ਕਿਰਪਾਲ ਸਿੰਘ। ਸੋ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸਲਾਮ ਰਾਮ ਰਾਮ, ਨਮਸਕਾਰ, ਜੋ ਵੀ ਤੁਹਾਡਾ ਪਿਛੋਕੜ ਹੋਵੇ ਪ੍ਰਵਾਨ ਕਰਨ। Please subscribe to this program and also support it financially as much as you can, and also try to participate in our program by contacting Sardar Meghraj Singh. I'm going to give a little brief introduction in English. Today's program is devoted to the education, role and compensation of Granthis. Granthi is an important part of Gurdwara, and we're going to talk about people who know about this field, the training and opportunities in that area, and what kind of needs we have in different communities as far as the quality of Granthis is concerned. For example, in my opinion, in overseas communities like America and Canada, UK, where main language is English, it is important that Granthis not only know the Gurdwara protocol, but also knows how to speak English language so that he or she can connect with especially our youngsters and young adults. And we also expect that they should have enough skills to be able to not only read Gurbani and know the Sikh Maryada, and also able to teach Kirtan and Sikh history. And depending upon their abilities and qualifications, sometimes Granthis can be very important, providing spiritual counseling too to people who are having domestic problems or requiring hospitalizations or other issues tackling in the foreign countries. So there are multiple roles a Granthi can carry out, but it all depends on their skills. If they have skills and they know how to communicate with the Sangat, then they can be extremely successful in their vocation. Otherwise, it really becomes a very difficult situation. So that's a brief introduction in English, and now I'm going to ask Gyani Dharam Singh ji, having been principal of Gurmat College, to throw more light on this issue. Gyani ji, Vaheguru ji ka Khalsa, Vaheguru ji ki Fateh. ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਗ੍ਰੰਥੀ ਦਾ ਕੀ ਰੋਲ ਹੈ ਤੇ ਕੀ ਟ੍ਰੇਨਿੰਗ ਕੀ ਹੁੰਦੀ ਹੈ ਗ੍ਰੰਥੀ ਦੀ ਆਮ ਤੌਰ ਤੇ? ਗ੍ਰੰਥੀ ਸਿੰਘ ਦਾ ਰੋਲ ਤੇ ਜੇ ਦੇਖਿਆ ਜਾਵੇ ਸਾਡੇ ਗੁਰਮਤ ਦੇ ਸਿਧਾਂਤਾਂ ਦੇ ਮੁਤਾਬਕ ਤੇ ਗ੍ਰੰਥੀ ਸਿੰਘ ਦਾ ਰੋਲ ਬਹੁਤ ਮਹਾਨ ਹੈ, ਕਿਉਂਕਿ ਇੱਕ ਹਿਸਾਬ ਦੇ ਨਾਲ ਗੁਰੂ ਦੇ ਥਾਂ ਤੇ ਜਿਹੜਾ ਹੈਗਾ ਗ੍ਰੰਥੀ ਸਿੰਘ ਨੇ ਗੁਰਮਤ ਦਾ ਪ੍ਰਚਾਰ ਕਰਨਾ, ਸੰਗਤ ਨੂੰ ਸੇਧ ਦੇਣੀ ਆ ਤੇ ਉਸੇ ਦੇ ਜੀਵਨ ਵੱਲ ਦੇਖ ਕੇ ਦੂਸਰਿਆਂ ਨੇ ਆਪਣੇ ਜੀਵਨ ਨੂੰ ਜਿਉਣਾ ਹੁੰਦਾ ਹੈ। ਇਸ ਕਰਕੇ ਗ੍ਰੰਥੀ ਸਿੰਘ ਦਾ ਰੋਲ ਬਹੁਤ ਵੱਡਾ ਆ। ਜਿੱਥੋਂ ਤੱਕ ਇੱਕ ਮਿੰਟ ਜੀ, ਮੈਂ ਜ਼ਰਾ ਇੰਟਰਪਟ ਕਰਨ ਲੱਗਿਆ ਇੱਥੇ। ਗਿਆਨੀ ਬਿਆਨ ਸਿੰਘ ਜੀ, ਵੈਲਕਮ ਟੂ ਦਾ ਪ੍ਰੋਗਰਾਮ। I'm glad you are joining here. ਅੱਜ ਦੇ ਪ੍ਰੋਗਰਾਮ 'ਚ ਅਸੀਂ ਇਹ ਸ਼ੁਰੂਆਤ ਹੁਣੇ ਕੀਤੀ ਹੈ ਕਿ ਬਈ ਗ੍ਰੰਥੀ ਦੀ ਕੀ ਐਜੂਕੇਸ਼ਨ ਤੇ ਰੋਲ ਚਾਹੀਦਾ ਹੋਣਾ ਚਾਹੀਦਾ, ਉਹਦੇ ਤੇ ਤੁਸੀਂ ਵੀ ਆਪਣੇ ਖਿਆਲ ਦੱਸ ਰਹੇ। ਹੁਣ ਗਿਆਨੀ ਧਰਮ ਸਿੰਘ ਜੀ ਸਾਨੂੰ ਦੱਸ ਰਹੇ ਨੇ ਇਸ ਬਾਬਤ। ਹਾਂਜੀ, ਜਿੱਥੋਂ ਤੱਕ ਗ੍ਰੰਥੀ ਸਿੰਘ ਦੀ ਐਜੂਕੇਸ਼ਨ ਦਾ ਸੰਬੰਧ ਆ, ਅੱਜ ਕੱਲ ਪਹਿਲੇ ਤੇ 1927 ਵਿੱਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਸਰ ਸ਼ੁਰੂ ਕੀਤਾ ਗਿਆ ਸੀ।
ਤੇ ਹਾਂਜੀ ਉਹਦਾ ਮਕਸਦ ਇਹੋ ਹੀ ਸੀਗਾ ਕਿ ਜਿਹੜੇ ਕੌਮ ਵਿੱਚ ਗੁਰਮਤ ਨੂੰ ਸਮਰਪਿਤ ਪ੍ਰਚਾਰਕ ਗ੍ਰੰਥੀ ਸਿੰਘ ਜਿਹੜੇ ਪੈਦਾ ਕੀਤੇ ਜਾਣ। ਹੁਣ ਕਈ ਕਾਲਜ ਨੇ, ਕਈ ਡੇਰਿਆਂ ਦੇ ਵਿੱਚ ਵੀ ਸਿੱਖਿਆ ਦਿੱਤੀ ਜਾਂਦੀ ਆ ਤੇ ਉਹਦੇ ਵਿੱਚ ਜਿਹੜਾ ਹੈਗੀ ਐਜੂਕੇਸ਼ਨ ਖਾਸ ਕਰਕੇ ਗ੍ਰੰਥੀ ਸਿੰਘ ਦੀ, ਜਿਵੇਂ ਤੁਸੀਂ ਪਹਿਲੇ ਕਿਹਾ ਕਿ ਜਿੰਨੀ ਵੱਧ ਤੋਂ ਵੱਧ ਐਜੂਕੇਸ਼ਨ ਹੋਵੇ ਓਨੀ ਥੋੜ੍ਹੀ ਆ, ਖਾਸ ਕਰਕੇ ਬਾਹਰਲੇ ਦੇਸ਼ਾਂ ਵਿੱਚ ਪ੍ਰਚਾਰ ਕਰਨ ਵਾਸਤੇ, ਖਾਸ ਕਰਕੇ ਨੌਜਵਾਨ ਪੀੜ੍ਹੀ ਵਿੱਚ ਜਿਹੜੇ ਪੰਜਾਬੀ ਚੰਗੀ ਤਰ੍ਹਾਂ ਨਹੀਂ ਸਮਝ ਸਕਦੇ, ਉਹਨਾਂ ਨੂੰ ਉਸ ਭਾਸ਼ਾ ਦੇ ਵਿੱਚ ਅੰਗਰੇਜ਼ੀ ਆ, ਜਿੱਥੇ ਅੰਗਰੇਜ਼ੀ ਆ, ਜਿੱਥੇ ਦੂਸਰੀਆਂ ਭਾਸ਼ਾਵਾਂ ਉਹ ਵੀ ਸਿੱਖਣੀਆਂ ਚਾਹੀਦੀਆਂ। ਪਰ ਘੱਟੋ ਘੱਟ ਗ੍ਰੰਥੀ ਸਿੰਘ ਨੂੰ ਗੁਰਮਤ ਦਾ ਨੌਲੇਜ ਹੋਣਾ ਚਾਹੀਦਾ, ਗੁਰਮਤ ਦਾ ਜਿਹੜੇ ਸਿਧਾਂਤ ਨੇ ਉਹਨਾਂ ਦਾ ਉਸ ਨੂੰ ਸਮਝ ਹੋਣੀ ਚਾਹੀਦੀ ਆ। ਇੱਕ ਉਹਦਾ ਆਚਰਣ ਜਿਹੜਾ ਉੱਚਾ ਸੁੱਚਾ ਹੋਣਾ ਚਾਹੀਦਾ, ਸੰਤੋਖੀ ਹੋਣਾ ਚਾਹੀਦਾ, ਦਇਆਵਾਨ ਤੇ ਨਿਰਮਾਣ ਭਾਵਨਾ ਵਾਲਾ ਹੋਣਾ ਚਾਹੀਦਾ ਆ। ਨਾਲ ਦੀ ਨਾਲ ਉਹਦੇ ਅੰਦਰ ਸੇਵਾ ਭਾਵਨਾ ਵੀ ਜਿਹੜੀ ਆ, ਉਹ ਜਿਹੜੀ ਸਿੱਖੀ ਦਾ ਮੇਨ ਉਪਦੇਸ਼ ਆ, ਉਹ ਕੁੱਟ ਕੇ ਭਰੀ ਹੋਣੀ ਚਾਹੀਦੀ ਆ। ਤੇ ਜਿਹੜੀ ਹੈਗੀ ਆ ਖਾਸ ਕਰਕੇ ਸਿਧਾਂਤਾਂ ਨੂੰ ਸਮਰਪਿਤ ਹੋਣਾ ਚਾਹੀਦਾ। ਗੁਰਬਾਣੀ ਦੇ ਘੱਟੋ ਘੱਟ ਜਿਹੜੀ ਸਿੱਖ ਰਹਿਤ ਮਰਿਆਦਾ, ਜਿਹੜੀ ਆਪਣੇ ਅਕਾਲ ਤਖਤ ਵਾਲੀ ਕਿਹਾ ਜਾਂਦਾ, ਜਿਹਨੂੰ ਸ਼੍ਰੋਮਣੀ ਕਮੇਟੀ ਪ੍ਰਕਾਸ਼ਿਤ ਕਰਦੀ ਆ, ਉਹਦੇ ਵਿੱਚ ਸਾਨੂੰ ਬੜਾ ਸੰਖੇਪ ਦੇ ਵਿੱਚ ਬਹੁਤ ਕੁਝ ਜਿਹੜਾ ਆ ਉਹ ਸਿਧਾਂਤ ਜਿਹੜੇ ਸਮਝਾਏ ਜਾਂਦੇ ਨੇ। ਤੇ ਇਸ ਕਰਕੇ ਉਹਦਾ ਧਾਰਨੀ ਹੋਣਾ ਚਾਹੀਦਾ ਕੌਮ ਦੇ ਵਿੱਚ ਏਕਤਾ ਜਿਹੜੀ ਆ ਬਣਾਉਣ ਵਾਸਤੇ, ਆਪਸੀ ਜਿਹੜੇ ਮਤਭੇਦ ਦੂਰ ਕਰਨ ਵਾਸਤੇ। ਯਾਨੀ ਕਿ ਮੈਨੂੰ ਇਹ ਦੱਸੋ, ਘੱਟੋ ਘੱਟ ਜਿਹੜੀ ਸੈਕੂਲਰ ਐਜੂਕੇਸ਼ਨ ਉਹ ਕਿੰਨੀ ਹੋਣੀ ਚਾਹੀਦੀ ਆ? ਉਹ 10 ਜਮਾਤਾਂ ਪਾਸ ਚਾਹੀਦੇ, 8 ਜਮਾਤਾਂ ਪਾਸ ਚਾਹੀਦੇ, ਕਿਸ ਤਰ੍ਹਾਂ ਮਤਲਬ ਉਹਨਾਂ ਦੀ ਐਜੂਕੇਸ਼ਨ ਹੋਣੀ ਚਾਹੀਦੀ ਬੇਸ? ਮੈਂ ਇੱਥੇ ਇੱਕ ਬੇਨਤੀ ਕਰਾਂਗਾ ਕਿ ਪਹਿਲੇ ਕਿਹਾ ਕਿ ਜਿੰਨਾ ਵੱਧ ਤੋਂ ਵੱਧ ਹੋਵੇ, ਪਰ ਜਿਹੜਾ ਜਿਸ ਤਰ੍ਹਾਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਆ, ਉੱਥੇ ਜਦੋਂ ਮੈਂ ਪੜ੍ਹਿਆ ਆ, ਮੈਂ ਤੇ ਵੈਸੇ BA ਕੀਤੀ ਸੀਗੀ, ਤੇ ਉਂਝ ਜਿਹੜੇ ਪ੍ਰਚਾਰਕ ਤੇ 3 ਕਲਾਸਾਂ ਸੀਗੀਆਂ, ਇੱਕ ਤਬਲੇ ਵਾਲੀ, ਉਹਨਾਂ ਵਾਸਤੇ ਤੇ 8ਵੀਂ ਪਾਸ ਵੀ ਲੈ ਲੈਂਦੇ ਸੀਗੇ। ਤੇ ਜਿਹੜੇ ਹੈਗੇ ਸੀਗੇ ਕੀਰਤਨੀਏ, ਉਹਨਾਂ ਵਾਸਤੇ ਤੇ ਪ੍ਰਚਾਰਕਾਂ ਵਾਸਤੇ ਮੇਰੇ ਖਿਆਲ 10ਵੀਂ ਜਿਹੜੀ ਲਾਜ਼ਮੀ ਸੀਗੀ, ਹੁਣ ਸ਼ਾਇਦ ਵਧਾ ਦਿੱਤੀ ਗਈ ਹੋਵੇ। ਤੇ ਇਸੇ ਤਰ੍ਹਾਂ ਹੀ ਕਾਲਜ ਜਿਹੜੇ ਗੁਰਮਤ ਕਾਲਜ ਨੇ, ਉਹਨਾਂ ਦੇ ਵਿੱਚ ਵੀ ਮੇਰੇ ਖਿਆਲ ਚ +2 ਜਿਹੜਾ ਆ ਉਹਨਾਂ ਨੂੰ ਉਹ ਤਰਜੀਹ ਦਿੰਦੇ ਆ। ਘੱਟੋ ਘੱਟ ਇੰਨੀ ਕਿਤੇ ਹੋਣੀ ਚਾਹੀਦੀ ਆ +2 ਤੱਕ। ਸੋ ਮਿਨੀਮਮ ਐਜੂਕੇਸ਼ਨ ਜਿਹੜੀ ਹੈ ਗ੍ਰੰਥੀ ਤਬਕੇ ਦੀ, ਉਹ 8 ਜਮਾਤ ਹੈ? ਨਹੀਂ, +2 12ਵੀਂ 12 ਤੱਕ। ਅੱਛਾ ਜੀ, ਹਾਂਜੀ। ਤੇ ਦੈਟਸ ਗੁੱਡ। ਜੇ 12 ਤੱਕ ਐਜੂਕੇਸ਼ਨ ਫਿਰ ਤਾਂ ਦੈਟ ਮੀਨਸ ਉਹਨਾਂ ਦਾ ਕਾਫੀ ਬੇਸ ਸੋਹਣਾ ਬਣ ਜਾਂਦਾ ਹੈ, ਉਹਦੇ ਤੇ ਬਿਲਡ ਕਰਨਾ ਗਾਂ ਦੀਆਂ ਚੀਜ਼ਾਂ ਜਿਹੜੀਆਂ ਫਿਰ ਸੌਖੀਆਂ ਹੋ ਜਾਂਦੀਆਂ ਨੇ। ਹਾਂਜੀ। ਤੇ ਗਿਆਨੀ ਬੇਅੰਤ ਸਿੰਘ ਜੀ, ਤੁਹਾਡੇ ਖਿਆਲ ਅਨੁਸਾਰ ਕਿੰਨੀ ਐਜੂਕੇਸ਼ਨ ਆਮ ਹੈ ਤੇ ਕਿੰਨੀ ਮਿਨੀਮਮ ਹੋਣੀ ਚਾਹੀਦੀ ਹੈ? ਸਭ ਤੋਂ ਪਹਿਲੇ ਵਾਇਸ ਆਫ ਮਾਨਵਤਾ ਕੇਂਦਰ ਜੋ ਤੁਸੀਂ ਚੈਨਲ ਦੁਆਰਾ ਸਮੁੱਚੀ ਸਾਰੀ ਹੀ ਜਨਤਾ ਨੂੰ, ਸਾਰੀ ਹੀ ਸੰਗਤ ਨੂੰ ਇੱਕ ਮਹਾਨ ਸੁਚੱਜਾ ਉਪਰਾਲਾ ਦੇਣ ਵਾਸਤੇ ਸਰਦਾਰ ਸਾਹਿਬ ਮੇਘਰਾਜ ਸਿੰਘ ਜੀ, ਡਾਕਟਰ ਸਾਹਿਬ, ਸਮੁੱਚੀ ਤੁਹਾਡੀ ਜਿੰਨੀ ਟੀਮ ਹੈ, ਸਾਰੀ ਤੁਸੀਂ ਇੱਕ ਵਧਾਈ ਦੇ ਪਾਤਰ ਹੋ। ਸਭ ਤੋਂ ਪਹਿਲੋਂ ਮੈਂ ਇਸ ਚੈਨਲ ਵਿੱਚ ਹਾਜ਼ਰ ਹੋ ਰਿਹਾ ਹਾਂ। ਪਿਆਰ ਔਰ ਅਦਬ ਦੇ ਨਾਲ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਥੋੜਾ ਜਿਹਾ ਵਿਚਾਰਧਾਰਾ ਜਿਹੜੀ ਚੱਲ ਰਹੀ ਹੁੰਦੀ ਜਾਂ ਜੋ ਲੋਕ ਸੋਚ ਰਹੇ ਹੁੰਦੇ ਆ, ਉਹ ਤੋਂ ਥੋੜੀ ਜਿਹੀ ਹਟਵੀਂ ਵਿਚਾਰ ਰੱਖਣ ਦੀ ਖਿਆਲ ਰੱਖਦਾ ਹਾਂ, ਤਾਂ ਕਿ ਜਿਹੜੇ ਸਾਡੇ ਸੁਣਨ ਵਾਲੇ ਸਰੋਤੇ ਨੇ ਉਹ ਸਾਡੇ ਇਸ ਪ੍ਰੋਗਰਾਮ ਤੋਂ ਬਹੁਤ ਸਾਰਾ ਲਾਭ ਉਠਾ ਸਕਣ, ਉਹਨਾਂ ਨੂੰ ਸਮਝ ਪੈ ਸਕੇ ਵੀ ਗੁਰੂ ਘਰ ਦੀਆਂ ਇਹ ਬਾਤਾਂ ਦੀ, ਗੁਰੂ ਘਰ ਦੇ ਵਿੱਚ ਕੀ ਹੁੰਦਾ, ਗੁਰੂ ਘਰ ਦੇ ਵਿੱਚ ਕਿਵੇਂ ਜਾਣਿਆ ਜਾਂਦਾ। ਇਹ ਸਾਰੀ ਵਿਚਾਰ ਨੂੰ ਮੈਂ ਸੰਖੇਪ ਵਿੱਚ ਕਹਿਣ ਦਾ ਯਤਨ ਕਰਦਾ। ਤੁਸੀਂ ਗੱਲ ਲਿਆਂਦੀ ਪੜ੍ਹਾਈ ਤੇ। ਪੜ੍ਹਾਈ ਤਾਂ ਘੱਟੋ ਘੱਟ BA MA MA ਇਸ ਸਮੇਂ ਜ਼ਰੂਰਤ ਹੈ। +2 ਵਾਲਾ ਸਾਡੇ ਹੁਣ ਅਨਪੜ੍ਹ ਹੀ ਮੰਨਿਆ ਜਾਂਦਾ ਹੈ। +2 ਵਾਲਾ ਨੂੰ ਅਨਪੜ੍ਹ ਹੀ ਮੰਨਿਆ ਜਾਂਦਾ। ਉਹਨੂੰ ਪਹਿਲੋਂ ਕਿਸੇ, ਜਦੋਂ ਪੁਰਾਣੇ ਸਮੇਂ ਸੀ,
ਜਦੋਂ ਗਿਆਨੀ ਧਰਮ ਸਿੰਘ ਜੀ ਦਾ ਸਮਾਂ ਸੀ, ਉਹਨਾਂ ਸਮਿਆਂ 'ਚ 5 ਜਮਾਤਾਂ ਪੜ੍ਹੇ ਹੋਏ, ਆਮ ਕਰਕੇ ਉਰਦੂ ਦੀਆਂ 5 ਜਮਾਤਾਂ ਪੜ੍ਹੇ ਹੋਏ ਮੁਨਸ਼ੀ ਲੱਗ ਜਾਂਦੇ ਸੀ, 10 ਜਮਾਤਾਂ ਪੜ੍ਹੇ ਜੱਜ ਲੱਗ ਜਾਂਦੇ ਸੀ। ਉਸ ਸਮੇਂ ਪੜ੍ਹਾਈ ਦਾ ਮਿਆਰ ਬਹੁਤ ਉੱਚਾ ਸੀ, ਵਧੀਆ ਸੀ, ਤੇਜ਼ ਸੀ, ਪੜ੍ਹੇ ਲਿਖੇ ਮਿਲਦੇ ਨਹੀਂ ਸੀ। ਤਾਂ ਪੜ੍ਹਾਈ ਦਾ ਮਿਆਰ ਉਸ ਸਮੇਂ ਹੋ ਸਕਦਾ ਸਾਡੇ ਜਿਹੜੀ ਸੰਸਥਾ ਵਾਲਿਆਂ ਨੇ 8ਵੀਂ ਜਾਂ 10ਵੀਂ ਰੱਖ ਦਿੱਤਾ ਹੋਵੇ, ਜਾਂ ਹੁਣ 12ਵੀਂ ਕਰ ਦਿੱਤਾ ਹੋਵੇ। ਪਰ ਜਿਹੜਾ ਗੁਰੂ ਕਾ ਗ੍ਰੰਥੀ ਸਾਹਿਬਾਨ ਆ, ਜਿਹਨੂੰ ਠੀਕ ਸਿੱਖਿਆ ਲੈ ਕੇ ਧਰਮ ਦੀ ਗੱਲ ਕਰਨੀ ਆ, ਉਹਦੀ BA ਜਾਂ MA ਦੀ ਡਿਗਰੀ, ਜੇ ਡਾਕਟਰ ਡਿਗਰੀ ਹੋਵੇ ਤਾਂ ਸਭ ਤੋਂ ਵਧੀਆ ਉਹਦੀ ਹੋਣੀ ਚਾਹੀਦੀ ਆ। ਇੱਥੇ ਇਹ ਵੀ ਗੱਲ ਧਿਆਨ ਦੇਣਾ ਸੀ, ਪੜ੍ਹਾਈ ਤਾਂ ਅਸੀਂ ਮੰਗ ਲਈ ਵੀ BA MA ਡਾਕਟਰ ਡਿਗਰੀ ਵਾਲੇ ਆਓ, ਪਰ ਉਹਨਾਂ ਦਾ ਸਤਿਕਾਰ, ਉਹਨਾਂ ਦਾ ਅਦਬ ਅਸੀਂ ਕਰਨਾ ਚਾਹੁੰਦੇ ਹਾਂ ਵੀ ਜਿਹੜੇ 8ਵੀਂ ਜਮਾਤ 5ਵੀਂ ਜਮਾਤ ਜਾਂ ਜਿਹੜੇ ਅਖਬਾਰਾਂ ਤੋਂ ਡਾਕਟਰ ਬਣੇ ਨੇ, ਉਹਨਾਂ ਦਾ ਸਨਮਾਨ ਕਰਨਾ ਚਾਹੁੰਦੇ ਵੀ ਉਹਨਾਂ ਵਾਲਾ ਪੜ੍ਹਾਈ ਹੋਵੇ। ਸਾਡੇ ਕੋਲੇ ਬਹੁਤ ਵੱਡੀ ਗ੍ਰੰਥੀ ਦਾ ਜੀਵਨ ਹੋਵੇ, ਬਹੁਤ ਉੱਚਾ, ਗ੍ਰੰਥੀ ਦੀ ਹਰ ਇੱਕ ਚੀਜ਼ ਬਹੁਤ ਵਧੀਆ, ਜਿੰਨੇ ਬਚਨ ਭਾਈ ਸਾਹਿਬ ਜੀ ਹੁਣਾਂ ਨੇ ਆਖੇ ਨੇ, ਸਹਿਨਸ਼ੀਲਤਾ, ਦਇਆ, ਧਰਮ, ਹਲੀਮੀ, ਇਹ ਸਾਰੇ ਗੁਣ ਚਾਹੀਦੇ ਆ। ਪਰ ਉਹਦੀ ਉਪਜੀਵਕਾ ਵਾਸਤੇ ਅਸੀਂ ਕੁਝ ਦੇ ਨਹੀਂ ਸਕਦੇ। ਪੜ੍ਹਾਈ ਮੂਲ ਇਹੀ ਨਹੀਂ ਕਿ ਅਸੀਂ ਸਕੂਲਾਂ ਦੀ ਪੜ੍ਹਾਈ ਕਰ ਲਈ, ਧਰਮ ਦੀ ਪੜ੍ਹਾਈ ਜ਼ਰੂਰਤ ਸੀ, ਜਿਹੜੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ, ਗੁਰ ਇਤਿਹਾਸ। ਗਿਆਨੀ ਬਲਵੰਤ ਸਿੰਘ ਜੀ, ਇੱਕ ਮਿੰਟ ਜਰੂਰ ਰੁਕੋ। ਉਪਜੀਵਕਾ ਦੀ ਗੱਲ ਅਸੀਂ ਬਾਅਦ ਚ ਲਵਾਂਗੇ। ਮੈਂ ਤੇ ਸਿਰਫ ਇਹ ਇਸ ਵੇਲੇ ਸਾਡਾ ਮੁੱਦਾ ਹੈ ਕਿ ਵੀ ਬੇਸਿਕ ਐਜੂਕੇਸ਼ਨ ਜਿਹੜੀ ਆ, ਜਿਹਦੇ ਤੇ ਗਾਂ ਦਾ ਗਾਂ ਜਿਹੜਾ ਬਿਲਡ ਅਪ ਕੀਤਾ ਜਾ ਸਕੇ ਪ੍ਰੋਗਰਾਮ, ਉਹ ਅੱਜ ਕੱਲ੍ਹ ਕਿਸ ਤਰ੍ਹਾਂ ਚੱਲ ਰਹੀ ਹੈ। ਉਹ ਜਿਹੜੀ ਹੋਣੀ ਗੱਲ ਹੋਰ ਹੈ ਐਕਸਪੈਕਟ ਕਰਨੀ, ਪਰ ਮੈਂ ਰਿਐਲਿਟੀ ਦੇ ਵਿੱਚ ਕੀ ਹੋ ਰਿਹਾ ਉਹਦੀ ਗੱਲ ਕਰ ਰਿਹਾ ਬਈ ਰਿਐਲਿਟੀ ਦੇ ਵਿੱਚ ਕਿਸ ਤਰ੍ਹਾਂ ਹੋ ਰਿਹਾ ਹੈ। ਹਾਂਜੀ, ਇਸ ਸਮੇਂ ਰਿਐਲਿਟੀ ਦੇ ਵਿੱਚ ਵੈਸੇ ਗੁਰੂ ਘਰਾਂ ਦੇ ਵਿੱਚ ਜਿਹੜੇ ਗ੍ਰੰਥੀ ਰਾਗੀ ਆ ਰਹੇ ਨੇ, ਬੱਚੇ ਬਹੁਤ ਪੜ੍ਹੇ ਲਿਖੇ ਹੀ ਆ ਰਹੇ ਨੇ। ਅਨਪੜ੍ਹ ਤਬਕਾ ਬਿਲਕੁਲ ਘੱਟ 0% ਤੇ ਆ ਰਿਹਾ। ਬਹੁਤ ਹੀ ਪੜ੍ਹੇ ਲਿਖੇ, ਬੜੇ ਸਮਝਦਾਰ ਬੱਚੇ ਇਸ ਮੌਕੇ ਸਾਡੇ ਕੋਲੇ ਆ ਰਹੇ ਨੇ, ਜਿਨ੍ਹਾਂ ਦੀਆਂ ਪੜ੍ਹਾਈਆਂ BA MA ਹਨ। ਅੱਜ ਕੱਲ੍ਹ ਇਸ ਲੈਵਲ ਤੇ ਆ ਰਹੇ ਨੇ। ਹਾਂਜੀ ਹਾਂਜੀ ਹਾਂਜੀ, ਬਹੁਤ ਵਧੀਆ, ਔਰ ਬਹੁਤ ਵਧੀਆ, ਬੜੀ ਸੁੰਦਰਤਾ ਹੀ ਉਹਨਾਂ ਦੇ ਅੰਦਰ। ਗੁਰਬਾਣੀ ਨੂੰ ਵੀ ਪੜ੍ਹ ਕੇ ਭਾਈ, ਮੈਂ ਤੁਹਾਨੂੰ ਦੱਸਣ ਲੱਗਾ ਸੀ, ਤੁਸੀਂ ਫਿਰ ਗੱਲ ਵਿੱਚੋਂ ਰੋਕ ਦਿੱਤੀ। ਜਿਵੇਂ ਹੁਣ ਤੁਹਾਡੇ ਗੁਰਦੁਆਰੇ ਨੇ ਲੁਧਿਆਣੇ ਦੇ ਵਿੱਚ, ਹੈ ਜੀ, ਜਾਂ ਤੁਹਾਡੇ ਪਿੰਡਾਂ ਦੇ ਵਿੱਚ ਗੁਰਦੁਆਰੇ ਨੇ, ਉਹਨਾਂ ਦੇ ਵਿੱਚ ਇਸ ਲੈਵਲ ਦੇ ਲੋਕ ਆ ਕੇ ਕਰਦੇ ਗ੍ਰੰਥੀ ਦੇ ਕੰਮ? ਨਹੀਂ ਨਹੀਂ ਨਹੀਂ, ਉਹ ਇਸ ਲੈਵਲ ਦੇ ਗ੍ਰੰਥੀ ਬਣਨ ਵਾਲੇ ਬੰਦੇ ਬਹੁਤ ਘੱਟ ਨੇ ਤੇ ਬਹੁਤ ਥੋੜੇ ਨੇ। ਇੰਜ ਕਹਿ ਲਈਏ ਰੁਪਈਏ ਵਿੱਚੋਂ 10% ਨੇ ਜਿਹੜੇ ਇੰਨੀ ਪੜ੍ਹਾਈ ਕਰ ਲੈਂਦੇ। ਜਿਹੜੇ ਪੜ੍ਹਾਈ ਕਰ ਲੈਂਦੇ ਨੇ ਨਾ, ਜਿਹੜੇ ਪੜ੍ਹ ਜਾਂਦੇ ਨੇ, ਉਹ ਫਿਰ ਆਪਦਾ ਗੁਰੂ ਘਰ ਵੀ, ਗੁਰਦੁਆਰਾ ਵੀ ਵਧੀਆ ਤੋਂ ਵਧੀਆ ਚੁਣਦੇ ਆ, ਤੇ ਉਹਨਾਂ ਨੇ ਆਪਦੇ ਸਥਾਨ ਵੀ ਵਧੀਆ ਤੋਂ ਵਧੀਆ ਚੁਣਨੇ ਆ। ਇਹ ਜਿਹੜੀ ਆਮ 80% ਲੋਕ ਨੇ ਗੁਰਦੁਆਰਿਆਂ ਵਿੱਚ ਗ੍ਰੰਥੀ ਸਾਹਿਬਾਨ ਨੇ, ਉਹ ਵਿਚਾਰੇ ਸਾਰੇ 5 ਪੜ੍ਹੇ 4 ਪੜ੍ਹੇ ਜਾਂ ਅਖਬਾਰਾਂ ਪੜ੍ਹਦੇ ਗ੍ਰੰਥੀ ਬਣ ਗਏ। ਆਮ ਗੁਰਦੁਆਰਿਆਂ ਦੀ ਹਾਲਤ ਇਹੀ ਹੈ। ਮੈਂ ਆਮ ਦੀ ਗੱਲ ਪੁੱਛ ਰਿਹਾ, ਕਿਉਂਕਿ ਜਿਹੜੀ ਸਾਡੀ ਵੱਡੇ ਆ ਉਹਨਾਂ ਦੀ ਤਾਂ ਮੈਨੂੰ ਵਾਕਫੀਅਤ ਹੈਗੀ ਆ, ਪੜ੍ਹੇ ਲਿਖੇ, ਕਿਉਂ ਤਾਂ ਸਾਡੇ ਯੂਨੀਵਰਸਿਟੀ ਇਸ ਤਰ੍ਹਾਂ ਸਕਾਲਰ ਬੜੇ ਨੇ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਹੈ। ਪਰ ਜਿਹੜੇ ਆਮ ਗੁਰਦੁਆਰੇ ਨੇ, ਜਿਵੇਂ ਪਿੰਡਾਂ ਥਾਵਾਂ ਦੇ ਨੇ ਜਾਂ ਸ਼ਹਿਰਾਂ ਦੇ ਵਿੱਚ ਨੇ ਜਿਹੜੇ ਗੁਰਦੁਆਰੇ, ਉੱਥੇ ਕੀ ਕੋਈ ਤਰੀਕਾ ਹੈ ਜਿਹਦੇ ਨਾਲ ਜਿਹੜੇ ਗ੍ਰੰਥੀ ਸਿੰਘ ਇਨਫ ਐਜੂਕੇਸ਼ਨ ਹੋਵੇ ਤਾਂ ਕਿ ਉਹ ਆਪਣੇ ਦੂਜਿਆਂ ਨੂੰ ਅਟਰੈਕਟ ਵੀ ਕਰ ਸਕੇ, ਬੰਦਿਆਂ ਨੂੰ ਗੁਰਦੁਆਰੇ ਦੇ ਵਿੱਚ, ਤੇ ਉਹਨਾਂ ਨੂੰ ਨਾਲ ਜੋੜ ਵੀ ਸਕੇ? ਆਮ ਜਿਹੜੇ ਗੁਰੂ ਘਰਾਂ ਦੇ ਵਿੱਚ ਨਾ, ਬੱਚਿਆਂ ਨੇ ਸਮਝਣਾ ਥੋੜਾ ਜਿਹਾ, ਅਸੀਂ ਪੜ੍ਹਾਈ, ਸਕੂਲੀ ਪੜ੍ਹਾਈ ਨੂੰ ਜ਼ਿਆਦਾ ਇਸ ਮੌਕੇ ਆਪਣੀਆਂ ਗੱਲਾਂ 'ਚ ਅਹਿਮੀਅਤ ਦੇ ਰਹੇ ਹਾਂ। ਪਰ ਇੱਥੇ ਗੱਲ ਸਮਝਣੀ ਇਹ ਹੈ ਕਿ ਜਿਹੜਾ ਗੁਰੂ ਘਰ ਦਾ ਗ੍ਰੰਥੀ ਬਣੇ, ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਔਰ ਗੁਰ ਇਤਿਹਾਸ ਪ੍ਰਤੀ ਜਾਣਕਾਰੀ ਪੂਰੀ ਹੋਣੀ ਚਾਹੀਦੀ ਹੈ। ਭਾਵੇਂ 5 ਜਮਾਤਾਂ ਵੀ ਪੜ੍ਹਿਆ ਹੋਵੇ, ਭਾਵੇਂ 5 ਜਮਾਤਾਂ ਵੀ ਪੜ੍ਹਿਆ ਹੋਵੇ, ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪ੍ਰਤੀ, ਗੁਰਸਿੱਖ ਰਹਿਤ ਮਰਜ਼ਾਦਾ ਪ੍ਰਤੀ, ਤੇ ਉਹਨੂੰ ਗੁਰ ਇਤਿਹਾਸ ਪ੍ਰਤੀ ਜਾਣਕਾਰੀ ਹੋਵੇ। ਜੇ ਉਹ ਸਹੀ ਜਾਣਕਾਰੀ ਲੈ ਕੇ ਬੈਠਾ ਹੋਵੇ ਤਾਂ ਮੇਰੇ ਨਜ਼ਰਾਂ 'ਚ ਇਹ ਵੀ ਆਇਆ, ਆਸਟ੍ਰੇਲੀਆ ਦੀ ਧਰਤੀ ਵਿੱਚ ਗ੍ਰੰਥੀ ਸਾਹਿਬ ਪੰਜਾਬੀ 'ਚ ਬੋਲ ਰਹੇ ਸੀਗੇ, ਨਾਲ ਹੀ ਜਿਹੜੀ ਪਬਲਿਕ ਆਈ ਸੀ ਉਹਨਾਂ ਨੂੰ ਸਮਝਾਉਣ ਵਾਲਾ ਬੰਦਾ ਖੜਾ ਸੀਗਾ, ਜਿਹੜਾ ਇੰਗਲਿਸ਼ ਵਿੱਚ ਉਹਦਾ ਟਰਾਂਸਲੇਸ਼ਨ ਕਰਕੇ ਸੁਣਾ ਰਿਹਾ ਸੀਗਾ। ਬੜੇ ਲੋਕ ਪ੍ਰਸੰਨ ਹੋਏ। ਉਹ ਜੋ ਗ੍ਰੰਥੀ ਨੇ ਬੋਲਿਆ ਉਹ ਪੰਜਾਬੀ 'ਚ ਬੋਲ ਰਿਹਾ ਸੀਗਾ, ਉਹ ਨਾਲ ਇੰਗਲਿਸ਼ ਵਿੱਚ। ਇਹ ਟਰਾਂਸਲੇਸ਼ਨ ਹਮੇਸ਼ਾ ਹੀ ਤੁਰੀ ਆਉਂਦੀ ਆ, ਪਰ ਗੁਰੂ ਘਰ ਦੀ ਜਾਣਕਾਰੀ ਵਾਲੇ ਗ੍ਰੰਥੀ ਹੋਣੇ ਚਾਹੀਦੇ ਆ। ਹਾਂਜੀ, ਉਹ ਚੰਗੀ ਗੱਲ ਆ ਜਿਹੜੀ ਤੁਸੀਂ ਦੱਸੀ ਹੈ, ਪਰ ਮੇਰਾ ਕਹਿਣ ਦਾ ਭਾਵ ਇਹ ਆ ਵੀ ਗੁਰੂ ਘਰ ਦੇ ਵਿੱਚ
ਸਾਨੂੰ ਮੇਨ ਤਾਂ ਗੁਰ ਇਤਿਹਾਸ ਦੀ, ਰਹਿਤ ਮਰਿਆਦਾ ਦੀ ਤੇ ਗੁਰਬਾਣੀ ਦੀ ਗੱਲ ਹੀ ਹੈ, ਉਹੀ ਹੋਣੀ ਚਾਹੀਦੀ ਹੈ। ਪਰ ਉਹ ਵੀ ਲਰਨ ਕਰਨ ਦੇ ਲਈ ਕੋਈ ਨਾ ਕੋਈ ਬੇਸ ਤਾਂ ਹੋਏਗਾ ਨਾ, ਛੋਟਾ ਮੋਟਾ। ਬਗੈਰ ਬੇਸ ਤੋਂ ਉਹ ਵੀ ਨਹੀਂ ਸਿੱਖਿਆ ਜਾ ਸਕਦੀਆਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਕਿਹੜੀ ਸੌਖੀ ਹੈ ਪੜ੍ਹਨੀ। ਆਮ ਬੰਦਾ ਚਾਹੇ BA ਪੜ੍ਹਿਆ ਹੋਵੇ ਉਹ ਸਮਝ ਨਹੀਂ ਸਕਦਾ, ਅਨਲੈਸ ਕੋਈ ਸਪੈਸ਼ਲ ਟ੍ਰੇਨਿੰਗ ਹੋਵੇ ਗੁਰਬਾਣੀ ਪੜ੍ਹਨ ਦੀ। ਕੀ ਖਿਆਲ ਹੈ ਗਿਆਨੀ ਬੇਅੰਤ ਸਿੰਘ ਜੀ ਤੁਹਾਡਾ? ਗੁਰਬਾਣੀ ਪੜ੍ਹਨ ਵਾਸਤੇ ਜੇ ਕੋਈ ਇੰਗਲਿਸ਼ ਵੀ ਪੜ੍ਹ ਲਵੇ, BA ਕਰ ਲੇ, MA ਕਰ ਲੇ, ਫਿਰ ਵੀ ਉਹਨੂੰ ਗੁਰਬਾਣੀ ਦਾ ਸਿਧਾਂਤ, ਗੁਰਬਾਣੀ ਦਾ ਉਹਨਾਂ ਦੀਆਂ ਅਲੱਗ-ਅਲੱਗ ਭਾਸ਼ਾਵਾਂ, ਉਹਦਾ ਉਚਾਰਨ, ਉਹਦੇ ਪ੍ਰਤੀ ਇੱਕ ਵਧੀਆ ਹੀ ਉਹਨੂੰ ਗੁਰਸਿੱਖ ਜਾਂ ਗੁਰੂ ਘਰ ਦੇ ਵਿੱਚ ਜਾਂ ਟਕਸਾਲ ਕਹਿ ਲਓ, ਜਾਂ ਸਾਡੀਆਂ ਜਿਹੜੀਆਂ ਅੱਜ ਮਿਸ਼ਨਰੀ ਸਥਾਨ ਨੇ, ਉਹਨਾਂ ਸਥਾਨਾਂ ਤੋਂ ਹੀ ਸਹੀ ਜਾਣਕਾਰੀ ਲੈ ਕੇ ਉਹ ਜਾਣਕਾਰੀ ਲੈ ਸਕਦਾ। ਪਰ ਇੱਥੇ ਗੱਲ, ਫਿਰ ਉਸ ਗੱਲ ਤੇ ਮੈਂ ਤੁਹਾਡਾ ਧਿਆਨ ਲਿਆਉਣਾ ਚਾਹੁੰਦਾ ਹਾਂ, ਇਹ ਸਾਰੇ ਕਾਸੇ ਵਾਸਤੇ ਸਰਦਾਰ ਸਾਹਿਬ ਜੀ ਮਾਇਆ ਲੱਗਦੀ ਆ, ਪੈਸੇ ਇੱਕ ਮਿੰਟ ਲੱਗਦੇ ਆ। ਗਿਆਨੀ ਜੀ ਜੀ ਇੱਕ ਮਿੰਟ, ਤੁਸੀਂ ਜੀ। ਜ਼ਰਾ ਵੇਟ ਕਰੋ। ਗਿਆਨੀ ਧਰਮ ਸਿੰਘ ਜੀ, ਤੁਸੀਂ ਦੱਸੋ ਇਹ ਕਿਸ ਤਰ੍ਹਾਂ, ਮਤਲਬ ਮੈਂ ਬੇਨਤੀ ਕਰਦਾ ਕਿ ਗੱਲਾਂ ਇੱਕੋ ਗੱਲ ਦੇ ਕਈ ਪੱਖ ਨੇ, ਤੇ ਉਹਦੇ ਵਿੱਚ ਜਿਹੜੀ ਗੱਲ ਹੈਗੀ ਆ, ਭਾਈ ਬੇਅੰਤ ਸਿੰਘ ਜੀ ਕਹਿ ਰਹੇ ਕਿ ਜਿਹੜੀ ਗੁਰਬਾਣੀ ਦੀ, ਇਤਿਹਾਸ ਦੀ ਸਮਝ, ਗੁਰਮਤਿ ਦੇ ਸਿਧਾਂਤਾਂ ਦੀ ਸਮਝ, ਇਹ ਤੇ ਮੁੱਢਲਾ ਸਿਧਾਂਤ ਹੈ ਹੀ ਆ। ਪਰ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ, ਆਪ ਜੀ ਨੇ ਕਿਹਾ ਸੀਗਾ ਵੀ ਵਿੱਦਿਆ ਕਿੰਨੀ ਹੋਣੀ ਚਾਹੀਦੀ ਆ, ਇਹਦਾ ਮਤਲਬ ਸੀ ਕਿ ਸਕੂਲੀ ਵਿੱਦਿਆ ਕਿੰਨੀ ਹੋਣੀ ਚਾਹੀਦੀ ਆ। ਤੇ ਉਹਦੇ ਵਿੱਚ ਵੱਧ ਤੋਂ ਵੱਧ ਜਿੰਨੀ ਮਰਜ਼ੀ ਹੋਵੇ, ਪਰ ਘੱਟੋ ਘੱਟ 10-12 ਕਲਾਸਾਂ ਤੇ ਪੜ੍ਹਿਆ ਹੋਣਾ ਚਾਹੀਦਾ। ਉਹਦੇ ਨਾਲ ਉਹਨੂੰ ਬੋਲਣ ਦਾ, ਰਹਿਣ ਸਹਿਣ ਦਾ ਸਲੀਕਾ ਆ ਜਾਂਦਾ। ਪਹਿਲੋਂ ਜਿਹੜੇ ਗ੍ਰੰਥੀ ਸੀਗੇ ਉਹ ਡੇਰਿਆਂ ਦੇ ਵਿੱਚ ਰਹਿ ਕੇ ਊੜਾ ਐੜਾ ਸਿੱਖ ਕੇ ਵੀ ਬੜੀ ਵਧੀਆ ਸੇਵਾ ਕਰਦੇ ਰਹੇ, ਪਰ ਉਹਨਾਂ ਦੀ ਉੱਥੇ ਵੀ ਕਿਸੇ ਨੇ 8 ਸਾਲ ਲਾਏ, ਕਿਸੇ ਨੇ 10 ਸਾਲ ਲਾਏ, ਕਿਸੇ ਨੇ 5 ਸਾਲ ਲਾਏ ਡੇਰਿਆਂ 'ਚ, ਤੇ ਉਹਨੇ ਦੇ ਵਿੱਚ ਉਹਨਾਂ ਨੂੰ ਰਹਿਣ ਸਹਿਣ, ਬੋਲ ਚਾਲ, ਗੁਰਮਤਿ ਦੇ ਸਿਧਾਂਤ, ਬਾਣੀ ਦੀ ਸਮਝ ਜਿਹੜੀ ਆ ਜਾਂਦੀ ਸੀਗੀ, ਤੇ ਉਹ ਤਾਂ ਵੀ ਸਫਲ ਸੀਗੇ। ਪਰ ਅੱਜ ਕੱਲ ਇੰਨਾ ਸਮਾਂ ਕੋਈ ਕੱਢਦਾ ਨਹੀਂ, ਇਸ ਕਰਕੇ ਸਕੂਲੀ ਵਿੱਦਿਆ ਜਿਹੜੀ ਆ ਇਹਦੇ 'ਚ ਬੜੀ ਸਹਾਈ ਹੁੰਦੀ ਆ ਕਿ 10ਵੀਂ 12ਵੀਂ ਜਿਹੜੀ ਆ ਘੱਟੋ ਘੱਟ ਹੋਣੀ ਚਾਹੀਦੀ ਆ ਗ੍ਰੰਥੀ ਸਿੰਘ ਦੀ ਜਿਹੜੀ ਆ। ਤੇ ਇਹਦੇ ਨਾਲ ਜਿਹੜਾ ਹੈਗਾ ਆ, ਜਿਹੜੀ ਗੱਲ ਹੈਗੀ ਸਲੀਕੇ ਦੀ, ਜਿਹੜੀ ਸ਼ੁਭ ਗੁਣਾਂ ਦੀ ਗੱਲ ਆ, ਉਹਦੇ ਵਾਸਤੇ ਤੇ ਵਿੱਦਿਆ ਦੀ ਕੋਈ ਜ਼ਰੂਰਤ ਨਹੀਂ। ਉਹ ਤੇ ਰੱਬੀ ਗੁਣ ਨੇ, ਉਹ ਤੇ ਜੀਵਨ ਦੇ ਵਿੱਚ ਆਟੋਮੈਟਿਕ ਹੋਣੇ ਚਾਹੀਦੇ ਆ, ਜਿਹੜਾ ਬੰਦਾ ਧਾਰਮਿਕ ਜੀਵਨ 'ਚ ਵਿਚਰਦਾ। ਠੀਕ ਹੈ, ਵੈਰੀ ਗੁੱਡ। ਤੇ ਜਿਹੜੇ ਹੁਣ ਆਪਣੇ ਆਮ ਬੰਦੇ ਨੇ 10-12 ਪੜ੍ਹੇ ਹੋਏ, ਜਿਹੜੇ ਨਹੀਂ, ਜਿਨ੍ਹਾਂ ਦੀ ਟ੍ਰੇਨਿੰਗ ਹੈਗੀ ਇਸ ਪਾਸੇ, ਉਹਨਾਂ ਦਾ ਗੁਜ਼ਾਰਾ ਕਿਵੇਂ ਚੱਲਦਾ? ਉਹ ਕਿੱਥੋਂ ਆਪਣੀ ਕਮਾਈ ਕਰਦੇ ਨੇ, ਜਾਂ ਕਿਸ ਤਰ੍ਹਾਂ ਉਹਨਾਂ ਦੇ ਉਪਜੀਵਕਾ ਪੈਦਾ ਹੁੰਦੀ ਆ ਉਹਨਾਂ ਦੀ? ਡਾਕਟਰ ਸਾਹਿਬ, ਬੇਨਤੀ ਇਸ ਤਰ੍ਹਾਂ ਕਿ ਜਿਹੜੀ ਅੱਜ ਕੱਲ ਜਿਹੜਾ ਸਿਸਟਮ ਚੱਲ ਰਿਹਾ, ਉਹਦੇ ਵਿੱਚ ਬੜੀਆਂ ਥੋੜੀਆਂ ਸੰਸਥਾਵਾਂ ਨੇ, ਮਤਲਬ ਗੁਰਦੁਆਰੇ ਨੇ, ਜਿਨ੍ਹਾਂ ਦੇ ਵਿੱਚ ਇਸ ਗੱਲ ਨੂੰ ਮੁੱਖ ਰੱਖਿਆ ਜਾਂਦਾ ਕਿ ਜਿਹੜਾ ਗ੍ਰੰਥੀ ਸਿੰਘ ਆ ਉਹ ਲਾਇਕ ਹੋਵੇ, ਉਹ ਗੁਰਮਤਿ ਦੇ ਸਿਧਾਂਤਾਂ ਨੂੰ ਪ੍ਰਣਾਇਆ ਹੋਇਆ ਹੋਵੇ। ਬਹੁ ਗਿਣਤੀ ਗੁਰਦੁਆਰਿਆਂ ਦੇ ਵਿੱਚ ਜਿਹੜੀਆਂ ਕਮੇਟੀਆਂ ਨੇ, ਉਹ ਪੈਸੇ ਨੂੰ ਮੁੱਖ ਰੱਖ ਕੇ ਗ੍ਰੰਥੀ ਰੱਖਦੀਆਂ ਨੇ ਕਿ ਇਹ ਪੈਸੇ ਜਿਹੜਾ ਘੱਟ ਤੋਂ ਘੱਟ ਲਵੇ, ਉਹ ਉਸੇ ਨੂੰ ਜਿਹੜਾ ਜੀ ਹਜ਼ੂਰੀ ਕਰੇ, ਉਸ ਬੰਦੇ ਨੂੰ ਡਿਊਟੀਆਂ ਦਿੱਤੀਆਂ ਜਾਂਦੀਆਂ ਨੇ। ਤੇ ਇਹ ਕੁਦਰਤੀ ਤੌਰ ਤੇ ਹੈ, ਜਿਹੜਾ ਬੰਦਾ ਲਿਆਕਤ ਵਾਲਾ ਹੋਊਗਾ, ਜਿਹੜਾ ਬੰਦਾ ਪੜ੍ਹਿਆ ਲਿਖਿਆ ਹੋਊਗਾ, ਉਹਦਾ ਆਪਣਾ ਵੀ ਕੋਈ ਨਾ ਕੋਈ ਸਵੈਮਾਨ ਹੁੰਦਾ ਆ। ਅੱਜ ਕੱਲ ਬਹੁਤਾ ਇਹੋ ਜਿਹਾ ਹੈ ਨਹੀਂ। ਜੇ ਕਿਤੇ ਕੋਈ ਸਾਰੇ ਇਸੇ ਕਰਕੇ ਪਿੰਡਾਂ ਦੇ ਵਿੱਚ ਤੇ ਇਹ ਗੱਲ ਵੇਖੀ ਨਹੀਂ ਗੀ ਜਾਂਦੀ ਵੀ ਇਹ ਕਿੰਨਾ ਪੜ੍ਹਿਆ, ਜਾਂ ਇਹਨੂੰ ਗੁਰਮਤਿ ਦੀ ਸੋਝੀ ਹੈ ਕਿ ਨਹੀਂ। ਉਹਨਾਂ ਨੂੰ ਗੁਰਦੁਆਰਾ ਖੁੱਲਾ ਹੋਣਾ ਚਾਹੀਦਾ, ਤੇ ਉਹਨਾਂ ਦੇ ਜਿਹੜੇ ਰਸਮਾਂ ਵਾ ਉਹ ਪੂਰੀਆਂ ਹੋਣੀਆਂ ਚਾਹੀਦੀਆਂ। ਇੰਨਾ ਕੀ ਰੱਖਦੇ ਆ ਲੋਕੀ ਮਿਆਰ। ਸੋ ਇਟਸ ਆਲ ਮੈਟਰ ਆਫ ਡਿਮਾਂਡ ਐਂਡ ਸਪਲਾਈ ਤੇ ਹੀ ਹੈ ਗੱਲ। ਹਾਂਜੀ ਹਾਂਜੀ, ਬਿਲਕੁਲ ਜੀ। ਤੇ ਕਿਉਂਕਿ ਜੇ ਬੰਦਾ ਜੇ ਪੜ੍ਹਿਆ ਲਿਖਿਆ ਵੀ ਹੈ, ਫਰਜ਼ ਕਰੋ ਕਿਸੇ ਨੇ ਮਿਸ਼ਨਰੀ ਸਕੂਲ ਦਾ ਕੋਰਸ ਕੀਤਾ ਹੋਇਆ, ਉਹਦੇ ਜਿਹੜਾ ਗਿਆਨ ਹੈ, ਉਹ ਕੋਈ ਵੀ ਕੰਮ ਸ਼ੁਰੂ ਕਰ ਸਕਦਾ, ਚਾਹੇ ਉਹ ਕੱਪੜੇ ਦੀ ਦੁਕਾਨ ਕਿਉਂ ਨਹੀਂ ਪਾ ਕੇ ਬਹਿ ਜਾਂਦਾ। ਜਿਹੜੇ ਉਹਨੇ ਸਕਿੱਲਸ ਲਈਆਂ ਨੇ, ਉਹ ਸਾਰੇ ਥਾਂ ਕੰਮ ਆਉਣਗੀਆਂ ਉਸਦੀਆਂ। ਕੋਈ ਜ਼ਰੂਰੀ ਨਹੀਂ ਹੈ ਕਿ ਵੀ ਉਸਨੇ ਗ੍ਰੰਥੀ ਦਾ ਹੀ ਕੰਮ ਕਰਨਾ, ਕੋਈ ਜ਼ਰੂਰੀ ਨਹੀਂ ਹੈ ਕਿ ਉਸਨੇ ਕੀਰਤਨ ਹੀ ਕਰਨਾ। ਉਹ ਆਪਣੇ ਸ਼ੌਕ ਵਜੋਂ ਵੀ ਕਰ ਸਕਦਾ। ਪਰ ਜੇ ਉਹਦੇ ਕੋਲੇ
ਹੋਰ ਵੋਕੇਸ਼ਨਲ ਸਕਿੱਲਸ ਹੋਣਗੀਆਂ ਜਿਨ੍ਹਾਂ ਦੇ ਨਾਲ ਆਪਣੀ ਉਪਜੀਵਕਾ ਪੈਦਾ ਕਰ ਸਕੇ। ਨਾਲੇ ਤਾਂ ਉਹ ਇੰਡੀਪੈਂਡੈਂਟ ਖਿਆਲਾਂ ਦਾ ਰਹੂਗਾ, ਕਮੇਟੀਆਂ ਦਾ ਰੋਹ ਨਹੀਂ ਪਊਗਾ ਉਹਦੇ ਉੱਪਰ, ਤੇ ਨਾਲੇ ਉਹ ਸੁੱਚੇ ਸੱਚੇ ਢੰਗ ਦੇ ਨਾਲ ਆਪਣਾ ਜੀਵਨ ਬਤੀਤ ਕਰ ਸਕਦਾ। ਹਾਂਜੀ ਇਸ ਪਾਸੇ ਕਿਉਂ ਨਹੀਂ ਧਿਆਨ ਦਿੱਤਾ ਜਾਂਦਾ? ਇਸ ਪਾਸੇ ਬਜਾਏ ਇਹਦੇ ਕਿ ਵੀ ਅਸੀਂ ਉਹ ਕਮੇਟੀਆਂ ਨੂੰ ਜਿਹੜੀਆਂ ਕਿ ਆਲਰੇਡੀ ਕਰਪਟ ਬਣੀਆਂ ਨੇ ਉਹਨਾਂ ਨੂੰ ਮੋੜਨ ਦੀ ਕੋਸ਼ਿਸ਼ ਕਰੀਏ, ਕਿਉਂਕਿ ਉਹਨਾਂ ਦਾ ਮੋੜਨਾ ਨਹੀਂ। ਜੇ ਹੁਣ ਪੰਜਾਬ ਦਾ ਦੇਖੋ ਸਿਆਸਤ ਵਗੈਰਾ ਹੋਰ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ, ਕਿੰਨਾ ਕੁ ਤੁਸੀਂ ਉਹਨਾਂ ਨੂੰ ਮੋੜ ਸਕਦੇ ਆ? ਜੇ ਚੇਂਜ ਆਉਣੀ ਆ ਤਾਂ ਲੋਕਾਂ ਤੋਂ ਆਪਣੇ ਆਪ ਤੋਂ ਆਉਣੀ ਆ ਕਿ ਵੀ ਅਸੀਂ ਕਿਸ ਤਰੀਕੇ ਦੇ ਨਾਲ ਆਪਣੀ ਜਿਹੜੀ ਵਿਦਿਆ ਉਹਨੂੰ ਵਰਤ ਵੀ ਸਕੀਏ, ਵਧਾ ਵੀ ਸਕੀਏ, ਤੇ ਉਹਦੇ ਨਾਲ ਉਪਜੀਵਕਾ ਵੀ ਆਪਣੀ ਪੈਦਾ ਕਰ ਸਕੀਏ। ਹਾਂਜੀ ਡਾਕਟਰ ਸਾਹਿਬ, ਮੈਂ ਇੱਥੇ ਨਾ ਦੋ ਉਦਾਹਰਨਾਂ ਦੇਣੀਆਂ ਚਾਹੁੰਦਾ ਆ ਵੀ ਜਿਹੜਾ ਗ੍ਰੰਥੀ ਸਿੰਘ ਆ, ਆਪਾਂ ਗ੍ਰੰਥੀ ਦੀ ਅਜੇ ਗੱਲ ਕਰ ਰਹੇ, ਕਮੇਟੀਆਂ ਦੀ ਨਹੀਂ ਕਰ ਰਹੇ। ਤੇ ਗ੍ਰੰਥੀ ਸਿੰਘ ਦਾ ਜੀਵਨ ਜਿਹੜਾ ਆ ਉਹ ਸਬਰ ਸੰਤੋਖ ਵਾਲਾ ਹੋਣਾ ਚਾਹੀਦਾ। ਪਹਿਲੀ ਗੱਲ ਤੇ ਇਹ ਆ ਕਿ ਜਿਹੜਾ ਗ੍ਰੰਥੀ ਬਣਦਾ ਉਹਨੂੰ ਕੋਈ ਕੰਪੈਲ ਨਹੀਂ ਕਰਦਾ ਵੀ ਤੂੰ ਗ੍ਰੰਥੀ ਬਣ, ਤੂੰ ਪਾਠੀ ਬਣ, ਤੂੰ ਰਾਗੀ ਬਣ, ਆਪਣੀ ਖੁਸ਼ੀ ਨਾਲ ਆਂਦਾ। ਜਿਹੜਾ ਬੰਦਾ ਇਸ ਪਾਸੇ ਨੂੰ ਆਂਦਾ ਆ ਉਹ ਗੁਰੂ ਨੂੰ ਸਮਰਪਿਤ ਹੋ ਕੇ ਆਉਂਦਾ, ਉਹਦੇ ਅੰਦਰ ਇਹ ਭਾਵਨਾ ਹੋਣੀ ਚਾਹੀਦੀ ਆ। ਬਹੁਤਿਆਂ ਚ ਹੁੰਦੀ ਵੀ ਆ, ਕਈਆਂ ਚ ਮੇਰੇ ਵਰਗਿਆਂ ਚ ਨਹੀਂ ਵੀ ਹੁੰਦੀ, ਕਿ ਮੈਂ ਗੁਰੂ ਦੀ ਸੇਵਾ ਕਰਨੀ ਆ ਤੇ ਗੁਰੂ ਜੋ ਮੈਨੂੰ ਬਖਸ਼ਿਸ਼ ਕਰੂਗਾ, ਕਿਉਂਕਿ ਗੁਰੂ ਰੂਪ ਸੰਗਤ ਅਸੀਂ ਕਹਿੰਦੇ ਆ, ਤੇ ਉਹਦੇ ਨਾਲ ਨਿਰਵਾਹ ਕਰਾਂਗਾ। ਮੇਰੇ ਸਾਹਮਣੇ ਦੋ ਉਦਾਹਰਨਾਂ ਆਉਂਦੀਆਂ ਨੇ। ਇੱਕ ਤੇ ਭਾਈ ਮਨੀ ਸਿੰਘ ਜੀ ਵੀ ਗ੍ਰੰਥੀ ਸੀਗੇ, ਬਾਬਾ ਬੁੱਢਾ ਜੀ ਵੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਰਹੇ, ਤੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਕਹਿੰਦੇ ਇੱਕ ਭਾਈ ਮਨਸਾ ਸਿੰਘ ਗ੍ਰੰਥੀ ਸੀਗੇ। ਉਦੋਂ ਪੁਜਾਰੀ ਕਿਹਾ ਜਾਂਦਾ ਸੀ ਉਹਨਾਂ ਨੂੰ, ਤੇ ਉਹਨਾਂ ਦਾ ਹਾਲ ਇਹ ਸੀਗਾ ਵੀ ਕੱਚਾ ਘਰ ਸੀਗਾ ਤੇ ਉਹਨਾਂ ਦੇ ਕੋਲ ਤਵਾ ਵੀ ਜਿਹੜਾ ਉਹ ਲੋਹੇ ਦਾ ਨਹੀਂ ਸੀਗਾ। ਕਹਿੰਦੇ ਵੀ ਮਿੱਟੀ ਦਾ ਜਿਹੜਾ ਬਰਤਨ ਟੁੱਟ ਜਾਂਦਾ ਉਹਨੂੰ ਬੱਬਰਾ ਕਹਿੰਦੇ ਆ, ਤੇ ਉਹਨੂੰ ਅੱਗ ਤੇ ਰੱਖ ਕੇ ਉਹਦੇ ਤੇ ਰੋਟੀ ਪਕਾਉਂਦਾ ਸੀ। ਮਹਾਰਾਜਾ ਰਣਜੀਤ ਸਿੰਘ ਜੀ ਨੂੰ ਪਤਾ ਲੱਗਾ ਕਿ ਦਰਬਾਰ ਸਾਹਿਬ ਦੇ ਜਿਹੜੇ ਸੇਵਾਦਾਰ ਨੇ ਤੇ ਉਹਨਾਂ ਦੀ ਇਹ ਹਾਲਤ ਹੈ, ਤੇ ਉਹ ਕਹਿੰਦੇ ਹਾਥੀ ਤੇ ਚੜ ਕੇ ਆਏ। ਉਦੋਂ ਅਕਾਲ ਤਖਤ ਸਾਹਿਬ ਦੇ ਲਾਗੇ ਕਹਿੰਦੇ ਹੋਰ ਬਹੁਤੀਆਂ ਬਿਲਡਿੰਗਾਂ ਨਹੀਂ ਸੀਗੀਆਂ, ਤੇ ਉਹ ਦੂਰੋਂ ਪਤਾ ਲੱਗ ਗਿਆ, ਤੇ ਉਹ ਭਾਈ ਮਨਸਾ ਸਿੰਘ ਜੀ ਨੇ ਗੁਰਦੁਆਰਾ ਆਪਣੇ ਘਰ ਦਾ ਦਰਵਾਜ਼ਾ ਬੰਦ ਕਰ ਲਿਆ। ਇਹ ਮੈਂ ਕਹਾਣੀ ਪੜ੍ਹੀ ਹੋਈ ਆ, ਸਿੱਖ ਫੁਲਵਾੜੀ ਮੈਗਜ਼ੀਨ ਜਿਹੜਾ 1942 ਦੇ ਵਿੱਚ ਛਪਿਆ ਸੀਗਾ, ਸ਼ਾਇਦ ਗਿਆਨੀ ਹੀਰਾ ਸਿੰਘ ਦਰਦੋ ਉਹਦੇ ਹੈਗੇ ਸੀਗੇ ਸੰਪਾਦਕ। ਤੇ ਉਹ ਕਹਿੰਦੇ ਕਿ ਮਹਾਰਾਜਾ ਰਣਜੀਤ ਸਿੰਘ ਹੋਣੀ ਜਦੋਂ ਆਏ ਤੇ ਉਹਨਾਂ ਨੇ ਸੇਵਾਦਾਰਾਂ ਨੇ ਆਵਾਜ਼ਾਂ ਮਾਰੀਆਂ, ਦਰਵਾਜ਼ਾ ਖੋਲੋ, ਤੇ ਭਾਈ ਸਾਹਿਬ ਜੀ ਅੰਦਰੋਂ ਹੀ ਕਹੀ ਜਾਣ ਕੇ ਨਹੀਂ, ਮੇਰੇ ਕੋਲ ਮਹਾਰਾਜਾ ਰਣਜੀਤ ਦੇ ਬੈਠਣ ਵਾਸਤੇ ਜਗ੍ਹਾ ਨਹੀਂ ਆ, ਮੇਰੀ ਜੇ ਸਿੱਖੀ ਦੀ ਜਿੰਦ ਜਾਨ ਇਹ ਮੇਰਾ ਮਿੱਟੀ ਦਾ ਬੱਬਰਾ ਆ, ਤੇ ਮਹਾਰਾਜਾ ਰਣਜੀਤ ਸਿੰਘ ਜਿੱਥੇ ਪੈਰ ਰੱਖ ਦਿੰਦੇ ਆ ਉਹ ਸੋਨੇ ਦੀ ਬਣ ਜਾਂਦੀ ਧਰਤੀ, ਭਾਵ ਉੱਥੋਂ ਗਰੀਬੀ ਚੁੱਕੀ ਜਾਂਦੀ ਆ। ਤੇ ਇਸ ਕਰਕੇ ਮੇਰੇ ਮਨ 'ਚ ਸਤਿਕਾਰ ਆ ਮਹਾਰਾਜਾ ਜੀ ਦਾ, ਪਰ ਮੈਂ ਨਹੀਂ ਚਾਹੁੰਦਾ ਕਿ ਉਹ ਮੇਰੇ ਘਰ ਅੰਦਰ ਆਉਣ ਤੇ ਮੇਰੀ ਇਹ ਜਿਹੜੀ ਸਿੱਖੀ ਆ ਉਹ ਜਾਂਦੀ ਰਹੇ। ਇਹ ਗੱਲ ਜਿਹੜੀ ਆ, ਇਹੋ ਜਿਹਾ ਜੀਵਨ ਹੋਣਾ ਚਾਹੀਦਾ ਕਿ ਮਹਾਰਾਜਾ ਆਪ ਆਵੇ ਮਦਦ ਕਰਨ ਲਈ, ਪਰ ਆਪਣਾ ਗ੍ਰੰਥੀ ਸਿੰਘ ਦਾ ਸੰਤੋਖ, ਸਬਰ ਤੇ ਗੁਰੂ ਤੇ ਭਰੋਸਾ ਇਹੋ ਜਿਹਾ ਹੋਏ। ਇੱਕ ਕਹਾਣੀ ਮੈਂ ਹੋਰ ਪੜ੍ਹੀ ਸੀਗੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਆ, ਕਿ ਗੁਰੂ ਕੇ ਬਾਗ ਵਿੱਚ, ਗੁਰੂ ਕਾ ਬਾਗ ਜਿਹੜਾ ਜਿੱਥੇ ਮੰਜੀ ਸਾਹਿਬ ਹਾਲ ਤੇ ਲੰਗਰ ਹਾਲ ਉਹਦੇ ਵਿੱਚ ਕਹਿੰਦੇ ਉੱਥੇ ਗੁਰੂ ਕਾ ਬਾਗ ਸੀਗਾ, ਉੱਥੇ ਕਥਾ ਕਰਦੇ ਸੀਗੇ ਤੇ ਇਹਨਾਂ ਲੋਕ ਪ੍ਰਸੰਨ ਹੁੰਦੇ ਸੀ, ਨਿਹਾਲ ਹੋ ਕੇ ਜਾਂਦੇ ਸੀ। ਮਹਾਰਾਜਾ ਰਣਜੀਤ ਸਿੰਘ ਵੀ ਸਪੈਸ਼ਲ ਸੁਣਨ ਲਈ ਆਏ। ਜਦੋਂ ਉਹਨਾਂ ਨੇ ਕਥਾ ਸੁਣੀ ਤੇ ਉਹਨਾਂ ਨੇ ਬਹੁਤ ਸਾਰੀ ਭੇਟਾ ਜਿਹੜੀ ਆ ਉਹਨਾਂ ਨੂੰ ਦੇਣੀ ਚਾਹੀ, ਤੇ ਉਹ ਜਿਹੜੇ ਕਥਾਵਾਚਕ ਸੀਗੇ ਉਹ ਕਹਿੰਦੇ ਕਿ ਮਹਾਰਾਜਾ ਜੀ ਮੈਨੂੰ ਨਹੀਂ ਲੋੜ, ਜੇ ਮੈਨੂੰ ਲੋੜ ਹੋਊਗੀ। ਇਹੋ ਗੱਲ ਉਹਨਾਂ ਨੇ ਕਹੀ ਸੀਗੀ ਭਾਈ ਮਨਸਾ ਸਿੰਘ ਨੇ ਵੀ ਮੈਂ ਗੁਰੂ ਰਾਮਦਾਸ ਜੀ ਦੇ ਦਰ ਦਾ ਸੇਵਾਦਾਰ ਹਾਂ, ਜਿੱਥੋਂ ਤੈਨੂੰ ਰਾਜ ਭਾਗ ਮਿਲਿਆ, ਮੈਨੂੰ ਲੋੜ ਪਊਗੀ ਤੇ ਮੈਂ ਉੱਥੋਂ ਡਾਇਰੈਕਟ ਲੈ ਲਾਂਗਾ। ਇਹੋ ਹੀ ਉਹਨੇ ਕਹੀ ਸੀਗੀ ਗੱਲ ਕਿ ਮੈਨੂੰ ਤੁਹਾਡੀ ਮਾਇਆ ਦੀ ਲੋੜ ਨਹੀਂ। ਕਹਿੰਦੇ ਵੀ ਤੁਸੀਂ ਅੱਗੋਂ ਕਿਸ ਨੂੰ ਦੇ ਦਿਓ, ਕਹਿੰਦਾ ਵੀ ਤੁਸੀਂ ਆਪ ਹੀ ਦੇ ਦਿਓ। ਕਿ
ਤੇ ਮਹਾਰਾਜਾ ਰਣਜੀਤ ਸਿੰਘ ਨੇ ਕਹਿੰਦੇ ਮੱਥੇ ਤੇ ਹੱਥ ਮਾਰ ਕੇ ਕਿਹਾ ਕਿ ਜਿਨ੍ਹਾਂ ਨੂੰ ਮੈਂ ਚਾਹੁੰਦਾ ਉਹ ਮੈਨੂੰ ਨਹੀਂ ਚਾਹੁੰਦੇ ਤੇ ਜਿਨ੍ਹਾਂ ਨੂੰ ਮੈਂ ਨਹੀਂ ਚਾਹੁੰਦਾ ਉਹ ਮੈਨੂੰ ਚਾਹੁੰਦੇ ਨੇ। ਇਹ ਜੀਵਨ ਹੋਣਾ ਚਾਹੀਦਾ। ਹਾਂਜੀ ਦੈਟਸ ਵੈਰੀ ਇੰਟਰਸਟਿੰਗ ਸਟੋਰੀਜ਼। ਹਾਂਜੀ ਅੱਛਾ, ਵੈਲਕਮ ਭਾਈ ਸਾਹਿਬ। ਮੈਨੂੰ ਨਾਂ ਨਹੀਂ ਇਹਨਾਂ ਦਾ ਯਾਦ ਆ ਰਿਹਾ, ਕੀ ਨੇ ਹੁਣੇ ਦਰਸ਼ਨ ਭਾਈ ਦਿੱਤੇ ਨੇ? ਗੁਰਪ੍ਰੀਤ ਸਿੰਘ ਜੀ। ਭਾਈ ਹਾਂਜੀ, ਗੁਰਪ੍ਰੀਤ ਸਿੰਘ। ਗੁਰਪ੍ਰੀਤ ਸਿੰਘ ਜੀ। ਗੁਰਪ੍ਰੀਤ ਸਿੰਘ ਜੀ। ਸਰ ਗੁਰਪ੍ਰੀਤ ਸਿੰਘ ਜੀ ਵੈਲਕਮ। ਤੁਸੀਂ ਅਸੀਂ ਇੱਥੇ ਗੱਲ ਕਰ ਰਹੇ ਹਾਂ ਵੀ ਗ੍ਰੰਥੀਆਂ ਦੀ ਜਿਹੜੀ ਹੈਗੀ ਆ, ਜੋ ਤੁਸੀਂ ਅਰੇਜ਼ ਕੀਤਾ ਸੀ ਸਵਾਲ, ਉਹਨਾਂ ਬਾਬਤ ਕਰ ਰਹੇ ਹਾਂ ਕਿ ਉਹਨਾਂ ਦੇ ਕੀ ਵਿਦਿਆ ਤੇ ਕੀ ਉਹਨਾਂ ਦਾ ਆਚਰਨ ਤੇ ਕੀ ਉਹਨਾਂ ਦੀ ਓਰੀਐਂਟੇਸ਼ਨ ਹੋਣੀ ਚਾਹੀਦੀ ਹੈ ਸਤਿਕਾਰ ਦੇ ਲਈ। ਅੱਛਾ ਗਿਆਨੀ ਬਿਆਨ ਸਿੰਘ ਜੀ, ਤੁਸੀਂ ਹੁਣ ਆਪਣੀ ਗੱਲ ਸ਼ੁਰੂ ਕਰੋ ਇਸ ਬਾਬਤ, ਉਹਦੇ ਬਾਬਤ ਜੋ ਗਿਆਨੀ ਧਰਮ ਸਿੰਘ ਨੇ ਕਹੇ ਨੇ ਵਿਚਾਰ। ਜੋ ਗਿਆਨੀ ਧਰਮ ਸਿੰਘ ਜੀ ਨੇ ਆਖਿਆ ਹੈ, ਇਹ ਸਾਖੀਆਂ ਇੱਕ ਨਹੀਂ ਅਨੇਕਾਂ ਅਸੀਂ ਸੁਣੀਆਂ ਵੀ ਨੇ, ਤੇ ਇਸ ਤਰ੍ਹਾਂ ਦਾ ਵੀ ਸਮਾਂ ਸੁਣਨ ਦੇ ਨਾਲ ਨਾਲ ਅਸੀਂ ਵੇਖੀਆਂ ਵੀ ਨੇ। ਜੇ ਕੋਈ ਗੁਰੂ ਘਰ ਦਾ ਗ੍ਰੰਥੀ ਸਬਰ ਦੇ ਨਾਲ, ਸੰਤੋਖ ਦੇ ਨਾਲ ਚੱਲਦਾ ਤੇ ਉਹਦੇ ਕੋਲੇ ਕਿਸੇ ਗੱਲ ਦਾ ਘਾਟਾ ਨਹੀਂ ਰਹਿੰਦਾ। ਇੱਕ ਇਸ ਤਰ੍ਹਾਂ ਦੇ ਹੀ ਭਾਈ ਸਾਹਿਬ ਜੀ ਮਲਾਗਰ ਸਿੰਘ ਜੀ ਹੈਗੇ ਨੇ, ਜਿਨ੍ਹਾਂ ਦੇ ਮੇਰੀਆਂ ਨਜ਼ਰਾਂ 'ਚ ਅੱਜ ਵੀ ਆ 30-35 ਸਾਲ ਪੁਰਾਣੀ ਦੀ ਗੱਲ ਹੀ ਆ। ਉਹ ਜਦੋਂ ਗੁਰੂ ਘਰ ਵਿੱਚ ਗ੍ਰੰਥੀ ਦੀ ਸੇਵਾ ਤੇ ਆਏ, ਉੱਥੇ ਲਾਗੇ ਏਅਰਪੋਰਟ ਸੀ ਤੇ ਉਹਨਾਂ ਨੇ ਕਿਹਾ ਗਿਆ ਵੀ ਤੁਸੀਂ ਦੱਸੋ ਕੀ ਸੇਵਾ ਲੈਣੀ ਆ। ਉਹ ਕਹਿੰਦੇ ਵੀ ਮੈਂ ਕੋਈ ਤੁਹਾਡੇ ਕੋਲੋਂ ਸੇਵਾ ਨਹੀਂ ਲੈਣੀ, ਜੋ ਮੈਨੂੰ ਦੇਣਗੇ ਉਹ ਗੁਰੂ ਗ੍ਰੰਥ ਸਾਹਿਬ ਹੀ ਦੇਣਗੇ। ਪਰ ਉਹ ਗੁਰਦੁਆਰੇ ਦੇ ਨਾਲ ਸਰਕਾਰੀ ਕਾਰਜ ਸੀ, ਇਸ ਕਰਕੇ ਲਿਖਾ ਪੜ੍ਹੀ ਲਿਆਉਣ ਵਾਸਤੇ ਉਹ ਕਹਿੰਦੇ ਕੁਛ ਨਾ ਕੁਛ ਅਸੀਂ ਜ਼ਰੂਰ ਤਨਖਾਹ ਤੁਹਾਡੀ ਨਿਯੁਕਤ ਕਰਨੀ ਚਾਹੁੰਦੇ ਹਾਂ। ਉਹ ਕਹਿੰਦੇ ਫਿਰ 100 ਰੁਪਈਆ ਕਰ ਦਿਓ। ਜਦੋਂ ਇਹ 100 ਰੁਪਏ ਦੀ ਗੱਲ ਆਈ ਤੇ ਕਮੇਟੀ ਨੇ ਕਿਹਾ ਵੀ ਆਪਾਂ 1000 ਰੁਪਈਆ ਇਹਨਾਂ ਦੀ ਤਨਖਾਹ ਤੈਅ ਕਰ ਦਈਏ। 1000 ਰੁਪਈਆ ਤਨਖਾਹ ਤੈਅ ਕੀਤੀ ਗਈ। ਉਹਦੇ ਵਿੱਚ ਉਹਨਾਂ ਨੇ ਕੀ ਕਰਨਾ, 100 ਰੁਪਈਆ ਰੱਖ ਲੈਣਾ, 900 ਰੁਪਈਆ ਲਿਫਾਫੇ 'ਚ ਪਾ ਕੇ ਆਪਦੇ ਸਾਈਨ ਕਰਕੇ ਗੋਲਕ ਵਿੱਚ ਹੀ ਫੇਰ ਪਾ ਦੇਣਾ। ਇਸ ਤਰ੍ਹਾਂ ਦਾ ਸਬਰ ਸੰਤੋਖ ਆਮ ਸੰਗਤ ਵਿੱਚ ਇਹ ਗੱਲ ਉੱਡ ਗਈ ਵੀ ਗ੍ਰੰਥੀ ਸਾਹਿਬ ਕੇਵਲ 100 ਰੁਪਈਆ ਹੀ ਲੈਂਦੇ ਨੇ ਤਨਖਾਹ, 100 ਰੁਪਏ ਦੀ ਕੀਮਤ ਨਹੀਂ ਸੀ ਸਮਝੀ ਜਾਂਦੀ। ਇਸ ਕਰਕੇ ਲੋਕਾਂ ਦੇ ਵਿੱਚ, ਸੰਗਤ ਵਿੱਚ ਐਸਾ ਸਤਿਕਾਰ ਬਣਿਆ ਉਹਨਾਂ ਭਾਈ ਸਾਹਿਬ ਦਾ। ਇਹ ਵੀ ਮੈਨੂੰ ਉਹਨਾਂ ਨੇ ਆਪ ਦੱਸਿਆ ਵੀ ਲਾਇਬ੍ਰੇਰੀ ਗੁਰਦੁਆਰਾ ਵਿੱਚ ਖੁੱਲ੍ਹ ਗਈ, ਕਿਤਾਬਾਂ ਗ੍ਰੰਥ ਖੁੱਲ੍ਹ ਗਏ। ਆਉਣ ਨਾਲ ਮੈਂ ਉਹਨਾਂ ਗ੍ਰੰਥਾਂ ਨੂੰ ਚੰਗੀ ਤਰ੍ਹਾਂ ਪੜ੍ਹਨ ਲੱਗ ਪਿਆ। ਜੋ ਗੁਰਪੁਰਬ ਆਉਂਦੇ ਸੀਗੇ ਮਹੀਨੇ ਵਿੱਚ, ਗੁਰਪੁਰਬ ਬੋਲਣ ਲੱਗ ਪਿਆ। ਸਹਿਜੇ ਸਹਿਜੇ ਸੰਗਤ ਨਾਲ ਇੰਨਾ ਪਿਆਰ ਹੋ ਗਿਆ, ਸਾਰੀ ਸੰਗਤ ਨੇ ਉਹਨਾਂ ਨੂੰ ਨਵਾਂ ਘਰ ਬਣਾ ਕੇ ਦਿੱਤਾ। ਉਹਨਾਂ ਦੀ ਸਾਰੀ ਪੜ੍ਹਾਈ ਦੇ ਖਰਚੇ, ਹੋਰ ਖਰਚੇ, ਬੱਚਿਆਂ ਦੇ ਖਰਚੇ ਸਾਰੇ ਸੰਗਤ ਨੇ ਚੁੱਕ ਲਏ। ਜੇ ਕੋਈ ਸੰਤੋਖ ਰੱਖ ਕੇ ਜੀਵਨ 'ਚ ਚੱਲਦਾ, ਸੰਗਤ ਕਿਸੇ ਗੱਲ ਦਾ ਘਾਟ ਨਹੀਂ ਛੱਡਦੀ। ਇਹ ਉਦੋਂ ਵੀ ਤੇ ਅੱਜ ਵੀ। ਇਹ ਗੱਲ ਜ਼ਰੂਰ ਮੈਂ ਜੋ ਗਿਆਨੀ ਧਰਮ ਸਿੰਘ ਜੀ ਨੇ 2 ਸਾਖੀਆਂ ਸੁਣਾਈਆਂ ਨੇ, ਇਹ ਸਾਖੀਆਂ ਪ੍ਰਬੰਧਕ ਜਾਣ ਕੇ ਗੁਰੂ ਕੇ ਗ੍ਰੰਥੀ ਸਿੰਘਾਂ ਨੂੰ ਸੁਣਾ ਕੇ ਤੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਸੰਤੋਖ ਰੱਖੋ, ਤੁਹਾਡਾ ਸੰਤੋਖ ਤੁਰਿਆ ਰਵੇ। ਅਸੀਂ ਭਾਵੇਂ ਸੰਤੋਖ ਰੱਖੀਏ ਨਾ ਰੱਖੀਏ, ਤੁਹਾਡੇ ਕੋਲ ਇਹ ਸੰਤੋਖ ਹੋਣਾ ਚਾਹੀਦਾ ਜੋ ਗਿਆਨੀ ਧਰਮ ਸਿੰਘ ਜੀ ਉਹਨਾਂ ਨੇ ਬੋਲਿਆ ਵੀ ਤੁਹਾਡਾ ਇਹ ਹੋਣਾ ਚਾਹੀਦਾ, ਸਾਡਾ ਹੋਵੇ ਨਾ ਹੋਵੇ। ਨਹੀਂ, ਸਤਿਕਾਰ, ਅਦਬ, ਧਨ ਦੌਲਤ, ਸ਼ੋਹਰਤ, ਸਤਿਕਾਰ ਇੱਕ ਵੱਖਰਾ ਹੋਣਾ ਚਾਹੀਦਾ। ਗੁਰੂ ਕੇ ਗ੍ਰੰਥੀ ਦਾ ਸਤਿਕਾਰ ਅਲੱਗ ਹੋਣਾ ਚਾਹੀਦਾ। ਇਹ ਨਹੀਂ ਵੀ ਉਹ ਗਰੀਬੀ ਵਿੱਚ ਹੀ, ਮੁਫਲਤ ਜੀਵਨ ਵਿੱਚ ਹੀ ਬਤੀਤ ਕਰੇ। ਉਹਦੇ ਵੀ ਜੀਵਨ ਦੀਆਂ ਜੋ ਲੋੜਾਂ ਨੇ ਉਹ ਪੂਰੀਆਂ ਹੋਣੀਆਂ ਚਾਹੀਦੀਆਂ। ਠੀਕ ਹੈ ਗੱਲ ਤੁਹਾਡੀ, ਮੈਂ ਸਮਝਦਾ ਵੀ ਕਿਸ ਪੱਖੋਂ ਆ ਰਹੇ ਆ ਤੁਸੀਂ। ਪਰ ਕਹਿਣ ਦਾ ਭਾਵ ਇਹ ਆ ਕਿ ਵੀ ਜਿਹੜਾ ਇਲਾਜ ਹੈ ਇਹਨਾਂ ਚੀਜ਼ਾਂ ਦਾ, ਇਹ ਮਿਡਵੇ ਆ। ਬਈ ਗ੍ਰੰਥੀ ਦਾ ਵੀ ਕਰੈਕਟਰ ਹੋਵੇ, ਉਹਦੀ ਵੀ ਖਿੱਚ ਹੋਵੇ ਸੰਗਤ ਨੂੰ ਉਹਨਾਂ ਦੀ ਖਿੱਚ ਹੋਵੇ, ਤੇ ਫਿਰ ਇਹ ਜਿਹੜੀਆਂ ਚੀਜ਼ਾਂ ਨੇ ਦੂਰ ਕੀਤੀਆਂ ਜਾ ਸਕਦੀਆਂ ਨੇ। ਪਰ ਜੇ ਇਹ ਹੋਵੇ ਕਿ ਦੋਨੇ ਵੱਖ-ਵੱਖ ਨੇ ਇੱਕ ਦੂਜੇ ਤੋਂ, ਸਾਰਾ ਕੰਟਰੋਲ ਹੀ ਕਮੇਟੀ ਦਾ ਹੈ ਤੇ ਹੋਰ ਕੋਈ ਕਿਸੇ ਦੀ ਪੁੱਛਦਾਸ ਹੀ ਨਹੀਂ ਹੈ, ਉਹਨਾਂ ਦੀ ਆਪਣੀ ਅਟਰੈਕਸ਼ਨ ਕੋਈ ਨਹੀਂ ਜਿਹੜੀ ਉਹਨਾਂ ਨੂੰ ਸੰਗਤ ਨੂੰ ਪ੍ਰਭਾਵਿਤ ਕਰ ਸਕੇ, ਤੇ ਫਿਰ ਇਸ ਤਰ੍ਹਾਂ ਉਹ ਗ੍ਰੰਥੀ ਪੁਣੇ ਦੇ ਕਰਨ ਤੋਂ ਕੋਈ ਹੋਰ ਕੰਮ ਸ਼ੁਰੂ ਕਰ ਲੈਣਾ ਚਾਹੀਦਾ ਫਿਰ ਇਸ ਨਾਲ ਦਾ, ਜਿੱਥੇ ਤੁਹਾਡਾ ਮਤਲਬ ਗੁਜ਼ਾਰਾ ਕਿੰਨਾ ਚੱਲ ਸਕੇ। ਡਾਕਟਰ ਸਾਹਿਬ ਮੈਂ ਨਾ ਇੱਥੇ ਗਿਆਨੀ ਜੀ ਦੇ ਨਾਲ ਹੀ ਮੈਂ ਇੱਕ ਗੱਲ ਸੰਬੰਧਿਤ ਕਰਦਾ। ਮੈਂ 1906 ਦੇ ਵਿੱਚ ਪੂਨੇ ਗੁਰੂ ਨਾਨਕ ਦਰਬਾਰ ਆ ਕੈਂਟ ਦੇ ਵਿੱਚ ਗੁਰਦੁਆਰਾ, ਉੱਥੇ ਗਿਆ ਸੀ ਪਾਠ ਬੋਧ ਸਮਾਗਮ ਵਿੱਚ, ਤੇ ਉੱਥੇ ਗ੍ਰੰਥੀ ਸਿੰਘ ਜਿਹੜੇ 1906 ਨਹੀਂ 2006 ਸੌਰੀ ਜੀ, ਮਾਫ ਕਰਨਾ, ਤੇ ਉਹ ਗਲਤੀ ਚ ਕਿਹਾ ਗਿਆ। ਤੇ ਉੱਥੇ ਗ੍ਰੰਥੀ ਸਿੰਘ ਰਿਟਾਇਰ ਹੋ ਚੁੱਕੇ ਸੀਗੇ
ਤੇ ਉਹਨਾਂ ਦੇ ਬੱਚਿਆਂ ਦਾ ਉਹ ਪੜ੍ਹਾਈ ਦਾ ਸਾਰਾ ਖਰਚ ਕਮੇਟੀ ਨੇ ਚੁੱਕਿਆ ਹੋਇਆ ਸੀ। ਰਿਟਾਇਰ ਹੋਣ ਤੋਂ ਬਾਅਦ ਉਹਨਾਂ ਦੀ ਪੈਨਸ਼ਨ ਜਿਹੜੀ ਆ ਕਮੇਟੀ ਨੇ ਲਾਈ ਹੋਈ ਸੀ। ਉਹਨਾਂ ਨੂੰ ਘਰ ਕਮੇਟੀ ਨੇ ਬਣਾ ਕੇ ਦਿੱਤਾ ਸੀਗਾ। ਮੇਰੇ ਕਹਿਣ ਦਾ ਮਤਲਬ ਇਹ ਸੀ, ਅਸੀਂ ਅਜੇ ਇੱਕ ਪੱਖ ਦੀ ਗੱਲ ਕਰ ਰਹੇ ਸੀ ਕਿ ਦੋਵੇਂ ਪੱਖਾਂ ਤੋਂ ਵੀ ਕਮੇਟੀਆਂ ਦੇ ਫਰਜ਼ ਕੀ ਆ, ਉਹਨਾਂ ਦੀ ਚੋਣ ਕਿਹੋ ਜਿਹੀ ਹੋਣੀ ਚਾਹੀਦੀ ਆ, ਗ੍ਰੰਥੀ ਰਾਗੀ ਸਿੰਘਾਂ ਲਈ ਰਾਗੀ ਗ੍ਰੰਥੀ ਸਿੰਘਾਂ ਦਾ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਦੋਵੇਂ ਪੱਖਾਂ ਦੀ ਗੱਲ ਆ ਕਿ ਜਿਹੜਾ ਗੁਰੂ ਨੂੰ ਸਮਰਪਿਤ ਗ੍ਰੰਥੀ ਸਿੰਘ ਆ, ਰਾਗੀ ਸਿੰਘ ਆ, ਪਾਠੀ ਸਿੰਘ ਆ, ਪ੍ਰਚਾਰਕ ਆ, ਉਹਦੀ ਭਾਵਨਾ ਗੁਰੂ ਦੇ ਚਰਨਾਂ ਦੇ ਵਿੱਚ ਪੂਰੀ ਤਰ੍ਹਾਂ ਸਮਰਪਿਤ ਹੋਣੀ ਚਾਹੀਦੀ ਹੈ, ਜਿਹੜੀ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਤੇ ਜਿੱਥੋਂ ਤੱਕ ਸੰਗਤ ਤੇ ਕਮੇਟੀਆਂ ਦਾ ਸੰਬੰਧ ਆ, ਉੱਥੇ ਉਹਨਾਂ ਨੂੰ ਇਹ ਹੋਣਾ ਚਾਹੀਦਾ ਆ ਕਿ ਇਹ ਗੁਰੂ ਦੇ ਸਿੱਖ ਨੇ, ਇਹ ਸਾਡੇ ਬੱਚਿਆਂ ਨੂੰ ਗੁਰਮਤਿ ਸਿਖਾਉਂਦੇ ਆ, ਸਾਨੂੰ ਸਿਖਾਉਂਦੇ ਆ, ਗੁਰੂ ਦੀ ਇਹ ਸੇਵਾ ਕਰਦੇ ਨੇ, ਤੇ ਇਹਨਾਂ ਦਾ ਵੱਧ ਤੋਂ ਵੱਧ ਇੱਜ਼ਤ ਮਾਣ ਹੋਵੇ। ਇਹਨਾਂ ਨੂੰ ਵੀ ਜ਼ਿੰਦਗੀ ਦੀਆਂ ਜਿਹੜੀਆਂ ਲੋੜਾਂ ਨੇ ਉਹ ਇਹਨਾਂ ਦੀਆਂ ਪੂਰੀਆਂ ਹੋਣ। ਇਹਦੇ ਕੋਈ ਸ਼ੱਕ ਨਹੀਂ, ਤੁਸੀਂ ਗੱਲ ਠੀਕ ਕਹਿ ਰਹੇ ਆ, ਪਰ ਇਹਦਾ ਆਈਡੀਅਲ ਸਿਚੁਏਸ਼ਨ ਹੈ। ਕਿਉਂ ਫਰਜ਼ ਕਰੋ, ਐਜ਼ ਏ ਡਾਕਟਰ ਮੈਂ ਕੰਮ ਕਰਦਾ ਸੀਗਾ। ਹਾਂਜੀ, ਮੈਂ ਗਵਰਨਮੈਂਟ ਦੇ ਨਾਲ ਪਹਿਲਾਂ ਕੰਮ ਕਰਦਾ ਸੀ। ਗਵਰਨਮੈਂਟ ਦੇ ਨਾਲ ਜਿਹੜੀ ਸੀ ਮੇਰੀ ਉਹ ਥੋੜੀ ਗੜਬੜ ਹੋ ਗਈ। ਮੈਂ ਕਿਹਾ ਵੀ ਛੱਡੋ ਪਰੇ, ਮੈਂ ਕੀ ਲੈਣਾ, ਮੈਂ ਆਪਣਾ ਕੰਮ ਸ਼ੁਰੂ ਕਰ ਲੈਣਾ। ਮੈਂ ਆਪਣਾ ਕੰਮ ਸ਼ੁਰੂ ਕੀਤਾ ਤੇ ਹੌਲੀ ਹੌਲੀ ਪੈਣ ਦੇ ਨਾਲ ਮੇਰਾ ਕੰਮ ਕਿਤੇ ਜ਼ਿਆਦਾ ਵੱਧ ਗਿਆ ਗਵਰਨਮੈਂਟ ਦੇ ਮੁਕਾਬਲੇ। ਤੇ ਮਤਲਬ ਇਹ ਵੀ ਇਸੇ ਤਰ੍ਹਾਂ ਜਿਹੜੇ ਗ੍ਰੰਥੀ ਸਿੰਘ ਵੀ ਨੇ, ਜਿਨ੍ਹਾਂ ਦੇ ਵਿੱਚ ਗੁਣ ਹੈਗੇ ਨੇ, ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਦੇ ਕਦਰਾਂ ਕੀਮਤਾਂ ਉਹਨਾਂ ਦੀਆਂ ਆਪਣੀਆਂ ਹੈਗੀਆਂ ਨੇ, ਉਹ ਸੰਗਤ ਨੂੰ ਬਹੁਤ ਅਟਰੈਕਟ ਕਰਕੇ ਕੁਛ ਦਾ ਕੁਛ ਕਰ ਸਕਦੇ ਨੇ। ਪਰ ਅਦਰਵਾਈਜ਼ ਜੇ ਤੁਸੀਂ ਕਮੇਟੀਆਂ ਦੇ ਆਧਾਰ ਤੇ ਬੈਠੇ ਰਹੋ ਤੇ ਉਹ ਤਾਂ ਤੁਹਾਨੂੰ ਪਤਾ ਹੀ ਆ, ਪੰਜਾਬ ਦੀ ਕਲਚਰ ਇਸ ਤਰ੍ਹਾਂ ਦੀ ਆ, ਨਜਾਇਜ਼ ਕੰਮ ਦਾ ਜ਼ਿਆਦਾ ਨਜਾਇਜ਼ ਫਾਇਦਾ ਤੇ ਗਾਂ ਦੀ ਗਾਂ ਇੱਕ ਦੂਜੇ ਵਧੀਕੀ ਚੱਲਦੀ ਜਿਹੜੀ ਆ ਆਮ ਹੈ। ਪਰ ਉਹਨਾਂ ਨੂੰ ਅਸੀਂ ਰੋਕ ਨਹੀਂ ਸਕਦੇ, ਕੋਈ ਕਾਨੂੰਨ ਨਹੀਂ ਰੋਕ ਸਕਦਾ। ਜਿਵੇਂ ਤੁਸੀਂ ਦੇਖਦੇ ਆ ਪੰਜਾਬ ਦੀ ਸਿਆਸਤ ਵਗੈਰਾ ਵੀ ਇਸੇ ਤਰ੍ਹਾਂ ਗੁਰਦੁਆਰਿਆਂ ਦੀ ਸਿਆਸਤ ਹੈ। ਜੇ ਹੋ ਸਕਦਾ ਤੇ ਪਰਸਨਲ ਜਿਹੜਾ ਕੈਰੈਕਟਰ ਹੈ ਬੰਦੇ ਦਾ, ਉਹਦੇ ਆਧਾਰ ਤੇ ਚੇਂਜਸ ਲਿਆਈਆਂ ਜਾ ਸਕਦੀਆਂ ਨੇ। ਹਾਂਜੀ, ਨਾ ਕਿ ਨਵੇਂ ਕਾਨੂੰਨ ਬਣਾਉਣ ਦੇ ਨਾਲ। ਡਾਕਟਰ ਸਾਹਿਬ ਜੀ, ਹਾਂਜੀ, ਇਹ ਨਾ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਸੀ ਵੀ ਜਿਹੜਾ ਇਹ ਪਾੜਾ ਆ ਨਾ ਬਹੁਤ ਜ਼ਿਆਦਾ, ਕਿਉਂਕਿ ਕੁਛ ਪ੍ਰਚਾਰਕ, ਕੁਝ ਗ੍ਰੰਥੀ ਸਿੰਘ, ਕੁਝ ਰਾਗੀ ਸਿੰਘ ਜਿਹੜੇ ਪੱਕੀਆਂ ਡਿਊਟੀਆਂ ਨਹੀਂ ਕਰਦੇ ਤੇ ਫਿਰ ਤੁਰ ਕੇ ਪ੍ਰਚਾਰ ਕਰਦੇ ਨੇ ਜਾਂ ਪ੍ਰੋਗਰਾਮ ਕਰਦੇ ਨੇ, ਕੁਝ ਪਰਸੈਂਟ, ਬਹੁਤ ਥੋੜੇ। ਤੇ ਉਹਨਾਂ ਦਾ ਤੇ ਦੂਸਰਿਆਂ ਦਾ, ਜਿਹੜੇ ਪੱਕੀ ਸੇਵਾ ਕਰਨ ਵਾਲੇ, ਉਹਨਾਂ ਦਾ ਜ਼ਮੀਨ ਆਸਮਾਨ ਦਾ ਫਰਕ ਆ। ਮੈਂ ਇੱਕ ਗੁਰਦੁਆਰੇ ਦੇ ਵਿੱਚ 1 ਮਹੀਨੇ ਲਈ ਕਥਾ ਲਈ ਗਿਆ ਸੀਗਾ, ਬਾਹਰ ਦੇ ਦੇਸ਼ ਦੀ ਗੱਲ ਆ, ਤੇ ਉੱਥੇ ਸਿਰਫ 5 ਦਿਨ ਵਾਸਤੇ, ਅੱਜ ਜਦੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਹੁੰਦੇ ਆ, ਉਹਨਾਂ ਦਿਨਾਂ ਦੇ ਵਿੱਚ ਉਹਨਾਂ ਪ੍ਰੋਗਰਾਮ ਕੀਤਾ ਤੇ ਇੱਕ ਰਾਗੀ ਜੱਥਾ ਬੁਲਾਇਆ ਤੇ ਇੱਕ ਉਹਨਾਂ ਨੇ ਪ੍ਰਚਾਰਕ ਬੁਲਾਇਆ ਇੱਥੋਂ ਪੰਜਾਬ ਤੋਂ। ਤੇ ਜਿਹੜਾ ਪ੍ਰਚਾਰਕ ਸੀਗਾ, ਉਹਨੂੰ ਉਹਨਾਂ ਨੇ $5000 ਦਿੱਤੇ 5 ਦਿਨਾਂ ਦੇ, ਨਾਲ ਟਿਕਟ ਵੀ ਦਿੱਤੀ ਉਹਨਾਂ ਨੇ, ਤੇ ਰਿਹਾਇਸ਼ ਵੀ ਵਧੀਆ। ਤੇ 5 ਦਿਨਾਂ ਦੇ ਵਿੱਚ ਘੱਟੋ ਘੱਟ ਉਹ 20 ਘਰਾਂ ਦੇ ਵਿੱਚ ਚਰਨ ਪਾਉਣ ਲਈ ਗਏ ਤੇ ਉੱਥੋਂ ਵੀ ਲਿਫਾਫੇ ਮਿਲੇ ਹੋਣੇ ਆ ਉਹਨਾਂ ਦੇ। ਤੁਸੀਂ ਹਿਸਾਬ ਲਾ ਲਓ ਕਿੰਨਾ ਬਣਿਆ। ਉੱਥੇ ਹੀ ਇੱਕ ਰਾਗੀ ਇਤਿਹਾਸਕ ਗੁਰਦੁਆਰੇ ਦਾ ਬਹੁਤ ਪਿਆਰਾ ਕੀਰਤਨ ਕਰਦੇ ਸੀਗੇ। ਉਹਨਾਂ ਨੇ 1 ਮਹੀਨਾ ਕੀਰਤਨ ਕੀਤਾ ਤੇ ਉਹਨਾਂ ਨੂੰ $150 ਦਿੱਤਾ 1 ਮਹੀਨੇ ਦਾ, ਜਦੋਂ ਕਿ ਸਵੇਰੇ ਆਸਾ ਦੀ ਵਾਰ ਵੀ ਉਹਨਾਂ ਨੇ ਸਵੇਰੇ ਉੱਠ ਕੇ ਲਾਣੀ ਆ, ਤੇ ਟਾਈਮ ਵੀ ਉਹਨਾਂ ਨੂੰ ਮੇਨ ਦੀਵਾਨ ਦੇ ਵਿੱਚ ਉਹ ਦੇਣਾ ਜਦੋਂ ਸੰਗਤ ਨਹੀਂ ਆ। ਮੈਂ ਆਪਣੀ ਗੱਲ ਨਹੀਂ ਕਰਦਾ, ਤੇ ਉਹ ਮੇਨ ਟਾਈਮ ਉਹਨਾਂ ਰਾਗੀਆਂ ਨੂੰ, ਉੱਥੇ ਪ੍ਰਚਾਰਕ ਨੂੰ, ਤੇ ਉਹਨਾਂ ਨੂੰ ਸੰਗਤ ਚੋਂ ਵੀ ਪੈਸੇ ਸਾਰੇ ਉਹਨਾਂ ਨੂੰ ਹੋਣੇ। ਇਹ ਜਿਹੜਾ ਪਾੜਾ ਆ ਨਾ, ਇਹ ਬਹੁਤ ਵੱਡਾ ਆ ਕਿ ਜਿਹੜੇ ਪੱਕੀਆਂ ਡਿਊਟੀਆਂ ਕਰਨ ਵਾਲੇ ਨੇ ਵਿਚਾਰੇ ਸਾਰਾ ਮਹੀਨਾ ਲੱਗੇ ਰਹਿੰਦੇ ਨੇ। ਸਵੇਰੇ ਉੱਠ ਕੇ ਮਨੇਰੇ ਲੋਕ ਸੁੱਤੇ ਹੁੰਦੇ ਨੇ, ਉਹ ਕਰਦੇ ਨੇ, ਕਿਤੇ ਜਾਣ ਜੋਗੇ ਨਹੀਂ, ਤੇ ਉਹਨਾਂ ਦੇ ਮਹੀਨੇ ਦੀ ਤਨਖਾਹ ਉਨੀ ਨਹੀਂ ਜਿੰਨੇ ਦੂਸਰਿਆਂ ਨੂੰ 1 ਘੰਟੇ ਦੀ ਦੇ ਦਿੱਤੀ ਜਾਂਦੀ ਆ। ਡਾਕਟਰ ਸਾਹਿਬ ਇੱਥੇ ਇੱਕ ਜਗ੍ਹਾ ਤੇ ਥੋੜੀ ਜਿਹੀ ਮੇਰੀ ਬੇਨਤੀ ਪ੍ਰਮਾਣ ਕਰਨੀ। ਮੈਂ ਪ੍ਰੋਗਰਾਮ ਨੂੰ ਤੁਹਾਡੇ ਨੂੰ ਥੋੜਾ ਜਿਹਾ ਇੱਕ ਹੋਰ ਗੱਲ ਪਾਸੇ
ਰੋਕਣ ਦੀ ਇੱਛਾ ਰੱਖਦਾ ਵਾਂ। ਥੋੜ੍ਹਾ ਜਿਹਾ ਮੇਰੀ ਬੇਨਤੀ ਧਿਆਨ ਨਾਲ ਸੁਣਨੀ ਆ ਬਈ। ਮੈਂ ਸਟੂਡੀਓ ਦੇ ਵਿੱਚ ਵੀ ਅਸੀਂ ਕੀਰਤਨ ਕਰਨ ਵਾਸਤੇ ਜਾਂਦੇ ਹਾਂ। ਅਸੀਂ ਅਲੱਗ-ਅਲੱਗ ਜਗ੍ਹਾ ਦੇ ਉੱਪਰ ਵੀ ਡਿਬੇਟਾਂ ਵਿੱਚ ਵੀ ਮੈਂ ਪਹੁੰਚਦਾ ਵਾਂ। ਉੱਥੇ ਵੀ ਸਾਨੂੰ ਜਾਣਾ ਪੈਂਦਾ ਅਤੇ ਪਹੁੰਚਦੇ ਅਸੀਂ ਇਸ ਜਗ੍ਹਾ ਦੇ ਉੱਪਰ ਲੱਗਦੇ ਹਾਂ, ਬੋਲਦੇ ਹਾਂ, ਗੱਲਬਾਤ ਕਰਦੇ ਹਾਂ। ਜਾਂ ਜਦੋਂ ਕਿਸੇ ਡਿਬੇਟ 'ਚ ਜਾਣਾ ਹੋਵੇ ਜਾਂ ਕਿਸੇ ਪ੍ਰੋਗਰਾਮ 'ਤੇ ਜਾਣਾ ਹੋਵੇ ਜਾਂ ਸਟੂਡੀਓ ਦੇ ਵਿੱਚ ਮੈਂ ਰਿਕਾਰਡਿੰਗ ਕਰਨੀ ਹੋਵੇ ਤਾਂ ਘੱਟੋ ਘੱਟ ਪਹਿਲੋਂ ਅੱਜ ਵੀ ਮੈਂ ਸਵੇਰੇ ਉੱਠ ਕੇ 15 ਮਿੰਟ ਗਲੇ ਨੂੰ ਸਾਫ਼ ਕੀਤਾ ਵਾ, ਗਲੇ ਦੀ ਸਫਾਈ ਕੀਤੀ ਆ। ਸਾਹ ਦਾ ਅਭਿਆਸ ਕਰਨਾ ਪੈਂਦਾ, ਗਰਾਰੇ ਕਰਨੇ ਪੈਂਦੇ ਆ, ਸਾਰਾ ਕੁਝ ਕਰਨਾ ਪੈਂਦਾ। ਸਾਡਾ ਜਿਹੜਾ ਇਹ ਪ੍ਰੋਗਰਾਮ ਤੁਰਿਆ ਜਾ ਰਿਹਾ ਨਾ ਵਾਇਸ ਆਫ ਮਾਨਵਤਾ ਦਾ, ਇਹ ਅਸੀਂ ਤੁਹਾਡੇ ਤੋਂ ਬਾਅਦ ਸਰਦਾਰ ਮੇਘਰਾਜ ਸਿੰਘ ਜੀ ਸਾਨੂੰ ਇਹ ਪ੍ਰੋਗਰਾਮ ਭੇਜ ਦਿੰਦੇ ਆ ਤੇ ਅਸੀਂ ਆਪਣੇ ਵੀ ਜਿਹੜੇ ਸਾਡੇ ਚੈਨਲ ਨੇ ਉਹਨਾਂ ਚੈਨਲਾਂ 'ਤੇ ਪ੍ਰੋਗਰਾਮ ਅਸੀਂ ਭੇਜ ਦਿੰਦੇ ਹਾਂ। ਪਰ ਇੱਕ ਪ੍ਰੋਬਲਮ ਬਹੁਤ ਵੱਡੀ ਜਿਹੜੀ ਸਾਡੇ ਇਸ ਪ੍ਰੋਗਰਾਮ 'ਚ ਆ ਰਹੀ ਹੈ, ਉਹ ਮੈਂ ਹੱਥ ਜੋੜ ਕੇ ਗਿਆਨੀ ਧਰਮ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਵੀ ਜਦੋਂ ਸਾਡੇ ਇਸ ਪ੍ਰੋਗਰਾਮ ਵਿੱਚ ਆਉਣ, ਪਹਿਲੋਂ ਵਿਕਸ ਦੀ ਗੋਲੀ ਲਓ, ਖਿੱਚ ਦੂਰ ਕਰੋ, ਗਲੇ ਨੂੰ ਸਾਫ਼ ਰੱਖੋ, ਇਹ ਜ਼ਰੂਰ। ਹੁਣ ਵੀ ਜਿਹੜੇ ਭਾਈ ਸਾਹਿਬ ਨਵੇਂ ਗੁਰਪ੍ਰੀਤ ਸਿੰਘ ਜੀ ਆਏ ਆ, ਉਹਨਾਂ ਦਾ ਨੱਕ ਨਹੀਂ ਸਾਫ਼ ਹੋ ਰਿਹਾ ਤੇ ਉਹ ਇੰਨੇ ਫਰਾਟੇ ਵੱਜ ਰਹੇ ਨੇ ਵਿੱਚ। ਇਹੀ ਰਿਕਾਰਡਿੰਗ ਜਦੋਂ ਅਸੀਂ ਆਪਣੇ ਚੈਨਲਾਂ 'ਤੇ ਪਾਉਂਦੇ ਆ, ਉਹ ਕਹਿੰਦੇ ਤੁਹਾਡੇ ਤਾਂ ਗਲੇ ਹੀ ਸਾਫ਼ ਨਹੀਂ ਹੁੰਦੇ, ਤੁਸੀਂ ਤਾਂ ਵਿੱਚ ਛਿੱਕਾਂ ਹੀ ਮਾਰੀ ਜਾਂਦੇ ਆ। ਪ੍ਰੋਗਰਾਮ ਦੀ ਜਿਹੜੀ ਹੈ ਨਾ ਸਫਾਈ ਜਾਂ ਅੱਛੇ ਢੰਗ ਨਾਲ ਬਤੀਤ ਕਰਨਾ, ਉਹ ਜ਼ਰੂਰ ਬੇਨਤੀ ਕਰਾਂਗਾ। ਸਾਰੀਆਂ ਜਿਹੜੀਆਂ ਸ਼ਖਸੀਅਤਾਂ ਨੇ, ਗੁਰਪ੍ਰੀਤ ਸਿੰਘ ਜੀ ਨੂੰ ਵੀ ਬੇਨਤੀ ਕਰਦਾ ਵੀ 2 ਮਿੰਟ ਉੱਠ ਕੇ ਨੱਕ ਸਾਫ਼ ਕਰਿਓ। ਤੁਹਾਡੀਆਂ ਵਿੱਚੋਂ ਨੱਕ ਦੀ ਆਵਾਜ਼ ਇੰਨੀ ਆ ਰਹੀ ਆ, ਗੱਲ ਸਮਝ ਨਹੀਂ ਪੈ ਰਹੀ ਵੀ ਕੀ ਬੰਦਾ ਕਹਿ ਰਿਹਾ, ਉਦੋਂ ਨੂੰ ਸ਼ੱਕ ਦੇਣੇ ਨੱਕ ਚੱਲ ਪੈਂਦਾ। ਆਪਾਂ ਜ਼ਰੂਰ ਗਲੇ ਨੂੰ, ਨੱਕ ਨੂੰ, ਜਿਵੇਂ ਆਪਾਂ ਰਿਕਾਰਡਿੰਗਾਂ 'ਤੇ ਜਾਂਦੇ ਹਾਂ, ਚੰਗੇ ਸਟੂਡੀਓ 'ਚ ਜਾਂਦੇ ਹਾਂ, ਚੰਗੀ ਸਭਾ 'ਚ ਜਾਂਦੇ ਹਾਂ, ਉਦੋਂ ਪਹਿਲਾਂ ਗਲੇ ਨੂੰ ਸੁਰ ਕਰਦੇ ਹਾਂ। ਸਾਰੇ ਹੀ ਵੀਰਾਂ ਨੂੰ ਬੇਨਤੀ ਵੀ ਗਲਾ ਸੁਰ ਕਰਕੇ ਲੈ ਕੇ ਆਓ, ਤਾਂ ਕਿ ਵਿੱਚ ਬਾਰ-ਬਾਰ ਛੀ ਹੁਣ ਵੀ ਅੱਧੀ ਗੱਲ ਸਮਝ ਲੱਗੀ, ਉਦੋਂ ਨੂੰ ਫੇਰ ਉਹਨਾਂ ਦਾ ਨੱਕ ਬੋਲ ਪੈਂਦਾ। ਜੇ ਲੱਗਦਾ ਤਕਲੀਫ ਆ ਗਈ ਹੈ ਤੇ ਸਟੂਡੀਓ ਦੇ ਮੈਕ ਇਹਨੂੰ ਚੱਲਦਾ ਰਹਿਣ ਦਿਓ, ਚੱਲਦੇ ਨੂੰ ਉੱਠ ਕੇ ਬਾਹਰ ਆਪਦਾ ਗਲਾ ਕਲੀਅਰ ਕਰਕੇ ਫੇਰ ਆ ਜਾਓ, ਤਾਂ ਕਿ ਬਾਕੀ ਪ੍ਰੋਗਰਾਮ ਡਿਸਟਰਬੈਂਸ ਨਾ ਹੋਵੇ। ਅੱਜ ਦੀ ਸਾਡੀ ਜਿਹੜੀ ਵਿਚਾਰ ਤੁਰੀ ਜਾ ਰਹੀ, ਅਸੀਂ ਬਹੁਤ ਵਧੀਆ ਇੱਕ ਚੈਨਲ ਦੀ ਗੱਲ ਕਰਨ ਦੀ ਇੱਛਾ ਰੱਖਦੇ, ਜਿਹੜੀ ਪੂਰੀ ਮਾਨਵਤਾ, ਪੂਰੇ ਹਿੰਦੁਸਤਾਨ ਨਹੀਂ, ਇੰਟਰਨੈਸ਼ਨਲ ਸਾਡਾ ਇਹ ਚੈਨਲ ਆ, ਜਿਹਦੇ 'ਤੇ ਅਸੀਂ ਗੱਲ ਕਰਨੀ ਚਾਹੁੰਦੇ। ਮੈਂ ਕੁਝ ਸਿਧਾਂਤ ਪੁਰਾਤਨ ਵੀ ਰੱਖਣ ਦੀ ਇੱਛਾ ਰੱਖਦਾ ਸੀ, ਇਤਿਹਾਸਕ। ਥੋੜ੍ਹੇ ਜਿਹੇ ਬਚਨ ਮੈਨੂੰ ਟਾਈਮ ਦੇਵੋ, ਮੈਂ ਹੁਣ ਆਪਦੀ ਗੱਲ ਕਰ ਸਕਾਂ। ਪੁਰਾਤਨ ਵਿੱਚ, ਹਾਂਜੀ, ਪੁਰਾਤਨ ਵਿੱਚ ਇੱਕ ਪਹਿਲੀ ਗੱਲ ਤਾਂ ਮੈਂ ਆਪ ਜੀ ਨਾਲ ਫਤਿਹ ਦੀ ਸਾਂਝ ਪਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ। ਪਹਿਲੀ ਗੱਲ, ਦਾਸ ਦਾ ਨਾਮ ਭਾਈ ਜਗਮੇਲ ਸਿੰਘ ਛਾਜਲਾ, ਮੁੱਖ ਸੇਵਾਦਾਰ ਆਲ ਇੰਡੀਆ ਗ੍ਰੰਥੀ ਰਾਗੀ ਪ੍ਰਚਾਰਕ ਸਿੰਘ ਸਭਾ। ਦੂਸਰੀ ਗੱਲ, ਮੈਨੂੰ ਕਾਫੀ ਦੇਰ ਹੋ ਗਈ ਜੁੜੇ ਨੂੰ, ਮੈਨੂੰ ਜਿਹੜਾ ਹੈਗਾ ਡਿਬੇਟ ਦੇ ਉੱਤੇ ਆਪਣੇ ਟਾਈਮ ਨਾਲ ਟਾਈਮ ਮਿਲਦਾ ਹੈ, ਸੋ ਮੈਨੂੰ ਜ਼ਰੂਰ ਉਸ ਹਿਸਾਬ ਨਾਲ ਟਾਈਮ ਜਿਹੜਾ ਹੈਗਾ ਦਿੱਤਾ ਜਾਂਦਾ, ਤਾਂ ਮੈਂ ਵੀ ਥੋੜ੍ਹਾ ਗਰਮ ਹੋ ਜਾਂਦਾ। ਮੈਂ ਤਾਂ ਸਰੋਤਾ ਬਣ ਕੇ ਤੁਹਾਡੀਆਂ ਗੱਲਾਂ ਸੁਣ ਰਿਹਾ। ਸੋ ਮੈਂ ਹੁਣ ਤੁਸੀਂ ਗੱਲ ਸਾਰੀ ਜੋ ਅਸੀਂ ਕੀਤੀ ਆ ਹੁਣ ਤੱਕ ਸੁਣਿਆ, ਤੁਸੀਂ ਉਸੇ ਤੇ ਤੁਸੀਂ ਆਪਦੀ ਵਿਚਾਰ ਦੇ ਦਿਓ, ਤਾਂ ਕਿ ਤੁਹਾਡੇ ਅੰਦਰੋਂ ਤੁਹਾਡਾ ਗਲਾ ਗਰਮ ਹੋ ਜਾਵੇ। ਚਲੋ, ਇੱਕ ਤਾਂ ਡਾਕਟਰ ਸਾਹਿਬ ਜੀ ਬੇਨਤੀ ਹੈ ਕਿ ਦਾਸ ਦਾ ਨਾਮ ਭਾਈ ਜਗਮੇਲ ਸਿੰਘ ਛਾਜਲਾ, ਮੁੱਖ ਸੇਵਾਦਾਰ ਆਲ ਇੰਡੀਆ ਗ੍ਰੰਥੀ ਰਾਗੀ ਪ੍ਰਚਾਰਕ ਸਿੰਘ ਸਭਾ। ਥੈਂਕ ਯੂ ਜੀ। ਤੇ ਮੈਂ ਤੁਹਾਡੀਆਂ ਗੱਲਾਂ ਜਿਹੜੀਆਂ ਨੇ ਤੁਸੀਂ ਕੀਤੀਆਂ ਨੇ, ਮੈਂ ਸੁਣੀਆਂ ਨੇ, ਗਿਆਨੀ ਧਰਮ ਸਿੰਘ ਜੀ ਆਪ ਜੀ ਦੀਆਂ। ਸੋ ਮੈਂ ਕਈ ਹੱਦ ਤੱਕ ਉਹਨਾਂ ਨਾਲ ਸਹਿਮਤ ਹਾਂ। ਲੇਕਿਨ ਜਿਹੜੇ ਪੁਰਾਤਨ ਸਮਿਆਂ ਦੀ ਗੱਲ ਆਪਾਂ ਕਰਦੇ ਹਾਂ ਨਾ, ਉਦੋਂ ਜਿਹੜੇ ਗ੍ਰੰਥੀ ਹੁੰਦੇ ਸੀ ਸਾਡੇ, ਮੈਨੂੰ ਨਹੀਂ ਪਤਾ ਪੰਜਾਬ ਦਾ, ਮੈਂ ਦੇਖਿਆ ਮਾਲਵੇ ਦਾ ਇੱਧਰ ਜ਼ਿਆਦਾ, ਜਿਹੜੇ ਗ੍ਰੰਥੀ ਹੁੰਦੇ ਸੀ ਉਹ ਘਰੋਂ ਬਾਹਰੋਂ ਚੰਗੇ ਹੁੰਦੇ ਸੀ। ਉਹਨਾਂ ਨੂੰ ਪਦਾਰਥ ਦੀ ਭੁੱਖ ਨਹੀਂ ਸੀ ਹੁੰਦੀ, ਨਾ ਹੀ ਪਦਾਰਥ ਦੀ ਲੋੜ ਹੁੰਦੀ ਸੀ। ਉਹ ਨਰ ਸਵਾਰਥ ਜਿਹੜੇ ਹੈਗੇ ਸੀ ਸੇਵਾ ਕਰਦੇ ਸੀ। ਸਾਰਾ ਗੁਰਦੁਆਰਾ ਉਹਨਾਂ ਦੀ ਸਪੁਰਦ ਹੁੰਦਾ ਸੀ, ਕੋਈ ਕਮੇਟੀ ਨਹੀਂ ਸੀ ਹੁੰਦੀ। ਅਸੀਂ ਆਪ ਵੇਖੀਆਂ ਨੇ ਗੱਲਾਂ, ਅਸੀਂ ਪੜ੍ਹਦੇ ਰਹੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ। ਦਾਸ ਵੀ ਇੱਕ ਚੰਗੇ ਘਰੋਂ ਆ। ਮੈਨੂੰ ਕੀਰਤਨ ਦੀ ਜਾਂ ਕਥਾ ਦੀ ਜਿਹੜੀ ਪਈ, ਸਾਨੂੰ ਮਹਾਂਪੁਰਖਾਂ ਨੇ, ਸਾਧੂਆਂ ਮਹਾਤਮਾ ਦੀ ਸੰਗਤ ਕੀਤੀ, ਉੱਥੋਂ ਕੀਰਤਨ ਦੀ ਸਿਖਲਾਈ, ਫਿਰ ਉਸ ਤੋਂ ਬਾਅਦ ਰਾਗਾਂ ਦੀ ਸਿਖਲਾਈ ਕੀਤੀ, ਸ਼ੁਰੂ ਤੋਂ ਬਚਪਨ ਤੋਂ ਲੈ ਕੇ। ਲੇਕਿਨ ਸਾਡਾ ਜਿਹੜਾ ਕਿੱਤਾ ਹੈ ਉਹ ਖੇਤੀਬਾੜੀ ਹੈ, ਜਾਇਦਾਦ ਹੈ, ਅਸੀਂ ਉਹਦੇ ਨਾਲ ਜੁੜੇ ਹੋਏ ਹਾਂ। ਸਾਡਾ ਇਹ ਕਿੱਤਾ ਨਹੀਂ ਹੈ। ਅਸੀਂ ਆਪਦੀ ਖੇਤੀਬਾੜੀ ਕਰਦੇ ਹਾਂ,
ਬੜਾ ਟੌਰ ਨਾਲ ਅਸੀਂ ਰਹਿੰਦੇ ਆ। ਕੋਈ ਨਾ ਕਿਸੇ ਗੁਰਦੁਆਰਾ ਸਾਹਿਬ 'ਚ ਡਿਊਟੀ ਕੀਤੀ ਹੈ, ਨਾ ਕਿਤੇ ਹੋਰ ਕੀਤੀ ਹੈ। ਜਦੋਂ ਕਿਤੇ ਕੋਈ ਗੁਰਮੁਖ ਪਿਆਰਾ ਸੱਦਦਾ ਉੱਥੇ ਜਾਂਦੇ ਆ, ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦੇ ਆ। ਲੇਕਿਨ ਜਿਹੜੇ ਬੰਦੇ ਦਾ ਨਿਰਵਾਹ ਸਿਰਫ ਤੇ ਸਿਰਫ ਗੁਰੂ ਘਰ ਦੀ ਡਿਊਟੀ ਹੈ, ਉਹਨੂੰ ਬੜਾ ਔਖਾ ਹੈ। ਉਹਦੇ ਬੱਚਿਆਂ ਦਾ ਵੀ ਪ੍ਰਬੰਧ, ਉਹਦਾ ਵੀ ਪ੍ਰਬੰਧ। ਜਿਹੜੀ ਬਾਣੀ ਹੈ ਇਹ ਆਤਮਾ ਦੀ ਖੁਰਾਕ ਹੈ, ਸਰੀਰ ਦੀ ਖੁਰਾਕ ਨਹੀਂ ਹੈ। ਸਰੀਰ ਦੀ ਖੁਰਾਕ ਵਾਸਤੇ ਤਨ ਢੱਕਣ ਵਾਸਤੇ ਕੱਪੜਾ ਵੀ ਚਾਹੀਦਾ, ਸਰੀਰ ਦੀ ਖੁਰਾਕ ਵਾਸਤੇ ਹਰ ਚੀਜ਼ ਦੀ ਲੋੜ ਹੈ। ਬੱਚਿਆਂ ਨੂੰ ਪੜ੍ਹਾਉਣ ਵਾਸਤੇ ਮਾਇਆ ਦੀ ਲੋੜ ਹੈ। ਜਿਹੜਾ ਕਮੇਟੀਆਂ ਨੇ ਉਹ ਕਿਤੇ ਨਾ ਕਿਤੇ ਜਿਹੜੇ ਪੱਕੇ ਗ੍ਰੰਥੀ ਡਿਊਟੀਆਂ ਕਰਦੇ ਨੇ ਉਹਨਾਂ ਦਾ ਸ਼ੋਸ਼ਣ ਜ਼ਰੂਰ ਹੁੰਦਾ ਹੈ। ਇਹਦੇ 'ਚ ਕੋਈ ਹੱਥ ਕੱਤ ਨਹੀਂ। ਠੀਕ ਹੈ, ਪੰਜੇ ਉਂਗਲਾਂ ਇਕਸਾਰ ਨਹੀਂ ਹੁੰਦੀਆਂ, ਕੋਈ ਚੰਗੇ ਲੋਕ ਵੀ ਬਹੁਤ ਹੈਗੇ ਨੇ ਵਿੱਚ। ਦੂਸਰੀ ਗੱਲ ਭਾਈ ਸਾਹਿਬ ਨੇ ਕਹੀ ਹੈ, ਗਿਆਨੀ ਜੀ ਨੇ, ਜਿਹੜੇ ਗ੍ਰੰਥੀ ਰਾਗੀ ਪ੍ਰਚਾਰਕ ਜਿਹੜੇ ਘਰਾਂ 'ਚ ਰਹਿੰਦੇ ਨੇ ਉਹਨਾਂ ਦਾ ਜੀਵਨ ਪੱਧਰ ਕੁਛ ਠੀਕ ਹੈ, ਕਿਉਂਕਿ ਉਹ ਇੰਡੀਪੈਂਡੈਂਟ ਨੇ, ਉਹ ਆਤਮ ਨਿਰਭਰ ਨੇ, ਉਹ ਕਿਸੇ ਤੇ ਡਿਪੈਂਡ ਨਹੀਂ ਹਨ। ਤੀਸਰੀ ਗੱਲ ਮੈਂ ਸੁਣੀ ਕਿ ਉਰੇ ਕੋਈ ਕਥਾਵਾਚਕ ਆਇਆ, ਜਾਂ ਉਹ ਗੱਲ ਥੋੜਾ ਜਿਹਾ ਕਹਿਣ ਦੀ ਉਹਨਾਂ ਦਾ ਜਿਹੜਾ ਲੌਜਿਕ ਸੀ ਹੋਰ ਢੰਗ ਨਾਲ ਸੀ। ਜਿਹੜੇ ਰਾਗੀ ਤੇ ਗ੍ਰੰਥੀ ਤੇ ਪ੍ਰਚਾਰਕ ਨੇ ਨਾ, ਉਹਨਾਂ ਨੂੰ ਲੋਕੀ ਜ਼ਿਆਦੇ ਭੇਟਾ ਦੇ ਕੇ ਰਾਜੀ ਨਹੀਂ ਹਨ। ਜ਼ਿਆਦੇ ਭੇਟਾ ਕਿਹਨੂੰ ਦਿੰਦੇ ਨੇ? ਜਿਹੜੇ ਲੰਮੇ ਚੋਲੇ ਪਾ ਕੇ ਰੱਖਦੇ ਨੇ। ਜਾਂ ਮੈਂ ਵੀ ਦੇਖਿਆ, ਮੈਂ ਗ੍ਰੇਵਜੈਂਟ ਗਿਆ ਹੋਇਆ ਸੀ ਇੱਕ ਵਾਰੀ, ਉੱਥੇ ਟੂਰ ਤੇ ਗਿਆ ਸੀ ਮੈਂ ਇੰਗਲੈਂਡ, ਕਾਫੀ ਟਾਈਮ ਦੀ ਗੱਲ ਹੈ, 2011 ਦੀ ਆ ਮੇਰਾ ਖਿਆਲ। ਉੱਥੇ ਇੱਕ ਬਾਬਾ ਆਇਆ ਕੀਰਤਨ ਕਰਨ ਵਾਲਾ, ਅਸੀਂ ਉੱਥੇ ਰੋਜ਼ ਡਿਊਟੀ ਕਰਦੇ ਆ। ਉਹ ਜਦੋਂ ਆਇਆ ਉਹਨੇ ਟੋਕਰੀਆਂ ਰੱਖ ਦਿੱਤੀਆਂ, ਟੋਕਰੀਆਂ ਡਾਲਰਾਂ ਨਾਲ ਭਰ ਦਿੱਤੀਆਂ। ਸਾਨੂੰ 50 ਰੁਪਈਏ 100 ਰੁਪਈਆ ਨਹੀਂ ਬਣਦਾ ਸੀਗਾ, ਉਹਨੂੰ ਹਜ਼ਾਰਾਂ ਰੁਪਈਆ ਉੱਥੋਂ ਡਾਲਰ ਬਣੇ। ਸੋ ਇੱਕ ਤਾਂ ਡਾਕਟਰ ਸਾਹਿਬ ਤੁਸੀਂ ਜਿਹੜਾ ਹੈ, ਤੁਸੀਂ ਬੈਠੇ ਹੋ, ਤੁਸੀਂ ਡਿਗਰੀਆਂ ਕੀਤੀਆਂ ਨੇ, ਭਾਈ ਸਾਹਿਬ ਨੇ ਵੀ ਵੱਡੇ ਵੱਡੇ ਅਹੁਦਿਆਂ ਤੇ ਕੰਮ ਕਰ ਰਹੇ ਨੇ। ਤੁਸੀਂ ਦੱਸੋ, ਤੁਸੀਂ MBBS ਹੋ, ਤੁਹਾਡੇ ਕੋਲੇ ਮਾਨਤਾ ਹੈ, ਤੁਹਾਡੇ ਕੋਲੇ ਕੰਮ ਕਰਨ ਦਾ ਅਧਿਕਾਰ ਹੈ। ਜੋ ਅਕਾਲ ਤਖਤ ਸਾਹਿਬ ਦੀ ਡਾਇਰੈਕਸ਼ਨ ਹੈ, ਜੋ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ, ਜਾਂ ਸਾਡੇ ਪੁਰਾਤਨ ਮਰਿਆਦਾ ਹੈ, ਜਿਹੜਾ ਕੀਰਤਨ ਕਰਨ ਵਾਲਾ ਸਿੰਘ ਹੈ ਉਹਨੂੰ ਰਾਗਾਂ ਦੀ ਨੌਲੇਜ ਹੋਣੀ ਅਤੀ ਜ਼ਰੂਰੀ ਹੈ। ਜਿਹੜਾ ਕੀਰਤਨ ਹੈ ਉਹ ਕੀਰਤਨ ਸ਼ੈਲੀ ਜਿਹੜੀ ਹੈ ਉਹ ਰਾਗਾਂ ਦੇ ਵਿੱਚ ਹੈ, ਰਾਗਾਂ ਦੇ ਵਿੱਚ ਹੀ ਕੀਰਤਨ ਹੋਣਾ ਚਾਹੀਦਾ ਹੈ। ਜਿਹੜੀ ਕਥਾਵਾਚਕ ਹੈ, ਕਥਾਵਾਚਕ ਨੂੰ ਵਿਆਕਰਣ ਦਾ ਪੂਰਾ ਗਿਆਨ ਹੋਣਾ ਚਾਹੀਦਾ, ਤਾਂ ਉਹ ਕਥਾ ਕਰ ਸਕਦਾ। ਗ੍ਰੰਥੀ ਸਿੰਘ ਦੀ ਜਿਹੜੀ ਹੈਗੀ ਆ, ਉਹਦੀ 3 ਸਾਲ ਦੀ ਡਿਪਲੋਮਾ ਹੈ, ਉਹ 3 ਸਾਲ ਦਾ ਪੂਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅੱਖਰ ਅੱਖਰ ਪੜ੍ਹ ਕੇ ਉਹਦੀ ਸ਼ੁੱਧਤਾ ਹੋਣੀ ਚਾਹੀਦੀ ਹੈ, ਫਿਰ ਇਹ ਜਿਹੜਾ ਇਸ ਤਰ੍ਹਾਂ ਬਣਦਾ ਹੈ। ਢਾਡੀ ਸਿੰਘ ਨੇ, ਉਹਨਾਂ ਨੂੰ ਸਰੰਗੀ ਦਾ ਗਿਆਨ ਹੋਣਾ ਚਾਹੀਦਾ, ਵਾਰਾਂ ਦਾ ਗਿਆਨ ਹੋਣਾ ਚਾਹੀਦਾ। ਇਹ 4 ਸ਼੍ਰੇਣੀਆਂ ਨੇ ਜਿਹੜੀਆਂ ਸਿੱਖ ਪੰਥ ਦਾ ਮੁੱਖ ਅੰਗ ਨੇ। ਲੇਕਿਨ ਇਹਨਾਂ 4 ਸ਼੍ਰੇਣੀਆਂ ਨੂੰ ਕਿਤੇ ਨਾ ਕਿਤੇ ਮਾਨ ਸਤਿਕਾਰ ਘੱਟ ਦਿੱਤਾ ਜਾਂਦਾ ਹੈ। ਤੁਸੀਂ ਦੱਸੋ ਕਿ ਚਿਮਟਿਆਂ ਦੀ ਕੋਈ ਕਿਤੋਂ ਯੂਨੀਵਰਸਿਟੀ ਹੈ ਕਿ ਉਹਨਾਂ ਦਾ ਸਰਟੀਫਿਕੇਟ ਮਿਲਦਾ ਹੋਵੇ? ਉਹਦੀ ਕੋਈ ਮਾਨਤਾ ਨਹੀਂ। ਜਿਹੜੀ ਢੋਲਕੀ ਹੈ, ਉਹਦਾ ਢੋਲਕੀ ਦਾ ਦੱਸੋ ਕੋਈ ਯੂਨੀਵਰਸਿਟੀ ਹੈ ਕਿ ਜਿੱਥੋਂ ਉਹਨੂੰ ਮਾਨਤਾ ਮਿਲਦੀ ਹੋਵੇ? ਜਿਨ੍ਹਾਂ ਲੋਕਾਂ ਨੂੰ ਮਾਨਤਾ ਨਹੀਂ ਹੈ, ਉਹਨਾਂ ਲੋਕਾਂ ਨੂੰ ਲੱਖਾਂ ਕਰੋੜਾਂ ਰੁਪਈਆ ਮਿਲਦਾ ਹੈ। ਗੱਡੀਆਂ ਉਹਨਾਂ ਕੋਲੇ 80-80 ਹਜ਼ਾਰ ਦੀਆਂ, 80-80 ਲੱਖ ਦੀਆਂ, ਕਰੋੜ ਰੁਪਏ ਦੀਆਂ ਗੱਡੀਆਂ ਨੇ। ਸੋ ਇਸ ਕਰਕੇ ਜਿਹੜਾ ਸਾਡਾ ਸਿੱਖੀ ਦਾ ਫਲਸਫਾ ਹੈ ਜਾਂ ਸਿੱਖੀ ਸਿਧਾਂਤ ਹੈ, ਹੋਰ ਪਾਸੇ ਨੂੰ ਜਾ ਰਿਹਾ ਹੈ। ਮੇਰਾ ਕਹਿਣ ਤੋਂ ਭਾਵ, ਅਸੀਂ ਡੇਰਾਵਾਦ ਦੀਆਂ ਗੱਲਾਂ ਕਰਦੇ ਹਾਂ, ਡੇਰਾਵਾਦ ਅੱਜ ਸਿੱਖੀ 'ਚ ਬਹੁਤ ਹੈ। ਡੇਰਾਵਾਦ ਸਿੱਖੀ 'ਚ ਉਸ ਤੋਂ ਵੀ ਜ਼ਿਆਦਾ ਹੈ। ਜਿਹੜੇ ਬਾਹਰ ਡੇਰੇ ਨੇਗੇ ਉਹਨਾਂ ਤੋਂ ਕਈ ਗੁਣਾ ਜ਼ਿਆਦਾ ਡੇਰਾਵਾਦ ਇਹ ਸਿੱਖੀ 'ਚ ਫੈਲਦਾ ਜਾ ਰਿਹਾ ਹੈ। ਜਿਹੜੇ ਰੋਜ਼ ਰੂਟੀਨ 'ਚ ਨਿਤਨੇਮ ਗ੍ਰੰਥੀ ਰਾਗੀ ਪ੍ਰਚਾਰਕ ਕੰਮ ਕਰਦੇ ਨੇ, ਉਹਨਾਂ ਦੀ ਉਨੀ ਕਦਰ ਨਹੀਂ ਹੈ ਜਿੰਨੀ ਉਹਨਾਂ ਲੋਕਾਂ ਦੀ ਕਦਰ ਹੈ ਜਿਨ੍ਹਾਂ ਦੇ ਡੇਰੇ ਵੱਡੇ ਵੱਡੇ ਬਣੇ ਹੋਏ ਨੇ। ਸੋ ਇਸ ਕਰਕੇ ਇਹ ਸਾਰਾ ਸਿਸਟਮ ਜਿਹੜਾ ਹੈ, ਇਹ ਕਿਤੇ ਨਾ ਕਿਤੇ ਕਾਫੀ ਗੱਲਾਂ ਦੀਆਂ ਜਿਹੜੇ ਵਿਦਵਾਨ ਲੋਕ ਨੇ ਉਹ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਸਾਹਮਣੇ ਆਉਣ, ਆ ਕੇ ਜਿਹੜੇ ਗ੍ਰੰਥੀ ਬੜੇ ਚੰਗੇ ਗੁਰੂ ਕੇ ਲਾਲ, ਜਿਹੜੇ ਲੜੀਵਾਰ ਮੈਂ ਦੇਖੇ ਨੇ ਕਿ ਲੜੀਵਾਰ ਗੁਰੂ ਗ੍ਰੰਥ ਸਾਹਿਬ ਤੇ ਵੀ ਉਹ ਪਾਠ ਕਰ ਲੈਂਦੇ ਨੇ। ਪਰ ਉਹਨਾਂ ਨੂੰ ਜਦੋਂ 3000 ਤੋਂ ਵੱਧ ਕੋਈ ਦਿੰਦਾ ਨਹੀਂ, ਉਹ ਵਿਚਾਰੇ ਘਰੇ ਬੈਠੇ ਨੇ, ਉਹ ਜਾਂਦੇ ਨਹੀਂ। 3000 ਤੇ ਜਿਹੜਾ ਚੰਗਾ ਗ੍ਰੰਥੀ ਹੈ ਕਿਵੇਂ ਜਾਊਗਾ? ਸਾਡੇ ਮਾਲਵੇ 'ਚ ਆ ਕੇ ਦੇਖੋ, ਇੱਥੇ ਮਾਨਸਾ ਵਾਲੇ ਪਾਸੇ ਆ ਕੇ ਦੇਖੋ, ਸੰਗਰੂਰ ਬਠਿੰਡੇ ਵਾਲੇ ਪਾਸੇ ਆ ਕੇ ਦੇਖੋ, 3-3000 2500 ਤੇ ਕੰਮ ਕਰ ਰਹੇ ਨੇ। ਦੂਸਰੀ ਗੱਲ, ਜਿਹੜੇ ਪ੍ਰਬੰਧਕ ਨੇ ਉਹ ਨਾ ਅੰਮ੍ਰਿਤਧਾਰੀ ਨੇ, ਉਹ ਸ਼ਾਮ ਨੂੰ ਸ਼ਰਾਬਾਂ ਪੀਂਦੇ ਨੇ, ਨਸ਼ੇ ਕਰਦੇ ਨੇ। ਮਹੀਨੇ ਬਾਅਦ ਉਹ ਗੁਰਦੁਆਰੇ ਆਉਂਦੇ ਨੇ ਜਿੱਦੇ ਗੱਲਾ ਖੋਲਣਾ ਹੁੰਦਾ ਹੈ। ਜਿਹੜਾ ਪ੍ਰੈਕਟੀਕਲ ਹੈ ਕੁਛ ਹੋਰ ਹੈ, ਜਿਹੜਾ ਥਿਊਰੀ ਹੈ ਉਹ ਕੁਛ ਹੋਰ ਹੈ। ਥਿਊਰੀ ਦੀ ਭਾਈ ਸਾਹਿਬ ਗੱਲ ਤੁਹਾਡੀ ਠੀਕ ਹੈ, ਪਰ ਤੁਸੀਂ ਇਹ ਮੈਨੂੰ ਦੱਸੋ
ਜਿਹੜੇ ਥਾਂ ਗ੍ਰੰਥੀਆਂ ਦੀ ਕਦਰ ਨਹੀਂ ਹੈ, ਰਾਗੀਆਂ ਦੀ ਢਾਡੀਆਂ ਦੀ ਕਦਰ ਨਹੀਂ, ਉਹ ਉੱਥੇ ਕਿਉਂ ਜਾਂਦੇ ਨੇ? ਇਹ ਉਹ ਦੱਸੋ, ਕਿਉਂ ਮੈਂ ਨਹੀਂ ਛੱਡ ਤੁਹਾਨੂੰ ਕੇ ਕੋਈ ਹੋਰ ਕੰਮ ਕਿਉਂ ਕਰ ਲੈਂਦੇ? ਡਾਕਟਰ ਸਾਹਿਬ ਤੁਸੀਂ ਅੱਜ ਲਿਖ ਲਓ, 5-10 ਸਾਲਾਂ ਨੂੰ ਇਹ ਸਿਸਟਮ ਵੀ ਹੋ ਜਾਣਾ ਹੈ, ਇਹ ਸਾਰਾ ਸਿਸਟਮ ਹੋ ਜਾਣਾ, ਗ੍ਰੰਥੀ ਨਹੀਂ ਲੱਭਣਾ, ਇਕੱਲੇ ਪ੍ਰਬੰਧਕ ਰਹਿ ਜਾਣਗੇ। ਮੇਰੀ ਗੱਲ ਨੂੰ ਅੱਜ ਯਾਦ ਰੱਖਿਓ, ਜ਼ਿਆਦਾਤਰ ਗ੍ਰੰਥੀ ਹੋਰ ਕੰਮਾਂ 'ਚ ਹੁਣ ਪੈਂਦੇ ਜਾਂਦੇ ਨੇ। ਮੈਂ ਤੁਹਾਨੂੰ ਹੁਣ ਦੀ ਗੱਲ ਦੱਸਦਾ, ਜਿਉਣਪੁਰੇ ਗ੍ਰੰਥੀ ਨੂੰ ਲੋਕਡਾਊਨ ਦੇ ਵਿੱਚ ਕੱਢਤਾ। ਆ ਸਾਡੇ ਪਾਤੜਾਂ ਕੋਲੇ ਗੁਰਦੁਆਰਾ ਜਿਉਣਪੁਰ, ਉੱਥੋਂ ਗੁਰਦੁਆਰੇ ਨੂੰ ਲੋਕਡਾਊਨ ਦੇ ਵਿੱਚ ਕੱਢਤਾ। ਉਹ ਮੇਰੇ ਕੋਲੇ ਆਇਆ, ਕਹਿੰਦਾ ਜੀ ਦੱਸੋ। ਮੈਂ ਚਲੋ ਆਪਦੇ ਅਕਾਊਂਟ ਦੇ ਰਾਹੀਂ, ਆਪਦੇ ਸਿਸਟਮ ਦੇ ਰਾਹੀਂ ਫੇਸਬੁੱਕ ਤੇ ਉਹਦੀ ਜਿਹੜੀ ਹੈਗੀ ਆਡੀਓ ਵੀਡੀਓ ਪਾਈ। ਕਿਸੇ ਗੁਰਮੁਖ ਪਿਆਰੇ ਨੇ ਬਾਹਰੋਂ ਇੰਗਲੈਂਡ ਤੋਂ ਭਾਈ ਬਲਵਿੰਦਰ ਸਿੰਘ ਨੇ 10,000 ਰੁਪਇਆ ਭੇਜਤਾ ਸੀ, ਉਹਨੂੰ ਦੇਤਾ। ਉਹ ਕਹਿੰਦਾ ਬਾਬਾ ਜੀ ਹੁਣ ਮੈਂ 10,000 ਨਾਲ 2 ਮਹੀਨੇ ਮੇਰੇ 3 ਨਿਕਲਣਗੇ, ਪਰ ਮੈਂ ਹੁਣ ਗ੍ਰੰਥੀ ਨਹੀਂ ਬਣਦਾ। ਉਹਨੇ ਕੱਪੜੇ ਦਾ ਕੰਮ ਸ਼ੁਰੂ ਕੀਤਾ, ਰੈਡੀਮੇਡ ਕੱਪੜਾ ਲਿਆ ਕੇ ਵੇਚਦਾ। ਉਹਦੇ ਹੁਣ ਕਾਲ ਆਈ ਸੀ, ਕਹਿੰਦਾ ਬਾਬਾ ਜੀ ਸਕੂਨ ਮਿਲ ਗਿਆ ਮੈਨੂੰ, 500-600 ਰੋਜ਼ ਬਣ ਜਾਂਦਾ, ਮੈਂ ਆਪਦੀ ਗੁਜ਼ਾਰਾ ਹੁਣ ਇਹਦੇ ਨਾਲ ਕਰ ਸਕਦਾ, ਹੁਣ ਮੈਂ ਕਿਤੇ ਵੀ ਡਿਊਟੀ ਨਹੀਂ ਕਰਦਾ। ਇਹ ਹੁੰਦਾ ਹੈ। ਇੱਕ ਕੁੱਕੜ ਪਿੰਡਾ ਹੁਣੀ ਥੋੜੇ ਦਿਨਾਂ ਦੀ ਗੱਲ ਹੈ, ਤੁਸੀਂ ਉਹ ਸੋਸ਼ਲ ਮੀਡੀਆ ਤੇ ਵੀਡੀਓ ਦੇਖੀ ਹੋਣੀ। ਡਾਕਟਰ ਸਾਹਿਬ ਸਾਡੀ ਜਿਹੜੀ ਡਿਬੇਟ ਨੂੰ ਅਸੀਂ ਲਿਜਾਣਾ ਸੀ ਨਾ ਕਿਸੇ ਮੁਕਾਮ ਤੇ, ਉਹ ਅਸੀਂ ਹੋਰ ਪਾਸੇ ਸਾਡਾ ਟਾਈਮ ਲੰਘਦਾ ਜਾ ਰਿਹਾ। ਜਿਹੜੀ ਅਸੀਂ ਚੀਜ਼ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸੰਗਤ ਨੂੰ, ਪਬਲਿਕ ਨੂੰ, ਸਾਡੇ ਵੀਰਾਂ ਨੂੰ ਕੁਝ ਦੇਣਾ ਚਾਹੁੰਦੇ ਆ, ਉਹ ਸਾਡੀਆਂ ਆਮ ਕਹਾਣੀਆਂ ਵਿੱਚ ਹੀ ਸਾਡੀ ਬੀਤਦੀ ਜਾ ਰਹੀ ਹੈ। ਪਰ ਸਮਾਂ ਸਾਡਾ ਤੁਰੇ ਭੱਜਾ ਜਾ ਰਿਹਾ, ਇਸ ਕਰਕੇ ਮੈਂ ਸਾਰੇ ਹੀ ਵੀਰਾਂ ਨੂੰ ਫਿਰ ਬੇਨਤੀ ਕਰਦਾ, ਸੰਖੇਪ ਤੋਂ ਸੰਖੇਪ ਘੱਟ ਸ਼ਬਦਾਂ ਦੇ ਵਿੱਚ ਗੱਲ ਪੂਰੀ ਕਰਨ ਦਾ ਯਤਨ ਕਰੋ, ਜਿਹੜੀ ਤਾਂ ਕਿ ਅਸੀਂ ਇਸ ਜਿਹੜੀ ਮੇਨ ਪੁਆਇੰਟ ਨੂੰ ਫੜਨਾ ਸੀ, ਉਹ ਇਹ ਫੜਨਾ ਸੀ ਵੀ ਇਹ ਸਾਡੀ ਹਾਲਤ ਕਿਉਂ ਹੋਈ, ਹਾਲਤ ਹੋਣ ਦਾ ਕਾਰਨ ਕੀ ਹੈ। ਗੁਰਦੁਆਰੇ ਵਿੱਚ ਜੇ ਕੋਈ ਗ੍ਰੰਥੀ ਇਹਨੂੰ ਕੰਮ ਸਮਝ ਕੇ ਕਰਦਾ ਨਾ, ਤੇ ਉਹ ਕੰਮ ਕਰਨ ਵਾਸਤੇ ਗੁਰਦੁਆਰੇ ਦੀ ਗ੍ਰੰਥੀ ਬਣ ਕੇ ਨਾ ਆਵੇ। ਦੂਸਰੀ ਗੱਲ ਜਿਹੜੀ ਵੀਰ ਜੀ ਨੇ ਕਿਹਾ ਵੀ ਅੱਜ ਤੋਂ 20-25 ਸਾਲ ਬਾਅਦ ਗ੍ਰੰਥੀ ਰਾਗੀ ਮਿਲਣੇ ਨਹੀਂ, ਇਹ ਇਹਨਾਂ ਦੀ ਵਿਚਾਰ ਇਹਨਾਂ ਤੱਕ ਹੀ ਸੀਮਤ ਹੈ। ਪਰ ਇਸ ਸਮੇਂ ਦੇ ਉੱਪਰ ਮੈਂ ਲੁਧਿਆਣੇ ਚ ਰਹਿਣਾ ਵਾਂ, 500 ਗੁਰਦੁਆਰਾ ਵਾ, 500 ਗੁਰਦੁਆਰੇ ਵਿੱਚ ਗ੍ਰੰਥੀਆਂ ਦੀ, ਰਾਗੀਆਂ ਦੀ, ਪਾਠੀਆਂ ਦੀ ਲਾਈਨ ਲੱਗੀ ਪਈ ਆ। ਐਡੀ ਭਰਮਾਰ ਹੈ। ਇੱਕ ਬੰਦਾ ਕਹਿੰਦਾ ਮੈਂ ਤਨਖਾਹ, ਰਾਗੀ ਸਿੰਘ ਕਹਿੰਦੇ ਮੈਂ 16,000 ਲੈਣੀ ਆ, ਦੂਜਾ ਕਹਿੰਦਾ ਮੈਂ 12 ਨੂੰ ਤਿਆਰ ਹਾਂ, ਤੀਜਾ ਕਹਿੰਦਾ ਜੀ 8 ਹੀ ਦੇ ਦਿਓ। ਸਭ ਤੋਂ ਵੱਡੇ ਗੁਰਦੁਆਰੇ ਲੁਧਿਆਣੇ ਦੇ ਵਿੱਚ ਜਿਹੜਾ ਬੜਾ ਤਗੜਾ, ਮੈਂ ਨਾਮ ਨਹੀਂ ਲੈਣਾ ਕਿਉਂਕਿ ਸਾਡਾ ਪ੍ਰੋਗਰਾਮ ਇੰਟਰਨੈਸ਼ਨਲ ਹੈ, ਉਹ ਪ੍ਰੋਗਰਾਮ ਵਿੱਚ 7,000 ਚ ਰਾਗੀ ਸਿੰਘ ਕੀਰਤਨ ਕਰ ਰਹੇ ਨੇ। ਇਹ ਕਿਉਂ ਕਰ ਰਹੇ ਨੇ? ਜੇ ਉਹਨਾਂ ਨੂੰ ਹੋਰ ਕੰਮ ਮਿਲਦੇ ਆ, ਉਹੀ ਜਿਹੜਾ ਰਾਗੀ ਸਿੰਘ ਕਿਸੇ ਮੌਕੇ ਕਾਰ ਚਲਾਉਣ ਲੱਗ ਪਿਆ ਸੀ, ਉਧਰੋਂ ਕਾਰ ਚੋਂ ਵੀ ਉਹਨੂੰ ਉਹਨਾਂ ਲਾਭ ਨਾ ਮਿਲਿਆ, ਫਿਰ ਆ ਕੇ ਰਾਗੀ ਬਣ ਕੇ ਤੁਰ ਪਿਆ। ਇਸ ਕਰਕੇ ਇਹ ਚੀਜ਼ ਵਾਲੀ ਅਸੀਂ ਨਹੀਂ, ਅਸੀਂ ਜਿਹੜਾ ਥੋੜੀ ਬਿਮਾਰੀ ਸਾਨੂੰ ਕਿੱਥੋਂ ਸ਼ੁਰੂ ਹੋਈ ਉਸ ਪਾਸੇ ਜਾਣਾ ਮੈਂ ਧਿਆਨ ਆਪ ਜੀ ਦਾ ਲਿਆਉਣਾ ਚਾਹੁੰਦਾ ਵਾਂ। ਮੈਨੂੰ 2 ਮਿੰਟ ਦਾ ਸਮਾਂ ਦਿੱਤਾ ਜਾਵੇ ਤਾਂ ਕਿ ਅਸੀਂ ਸਾਡੀ ਡਿਬੇਟ ਜਿਹੜੀ ਹੈਗੀ ਆ ਉਹ ਕਹਾਣੀਆਂ 'ਚ ਨਾ ਜਾਵੇ। ਅਸੀਂ ਸੰਖੇਪ ਸ਼ਬਦਾਂ 'ਚ, ਘੱਟ ਸ਼ਬਦਾਂ 'ਚ ਗੱਲ ਕਹਿਣ ਦੀ ਇੱਛਾ ਰੱਖਦੇ। ਮੈਂ ਧਿਆਨ ਫਿਰ ਆਪ ਜੀ ਦਾ ਉੱਥੇ ਹੀ ਲਿਆਉਣਾ ਚਾਹੁੰਦਾ ਹਾਂ। ਡਾਕਟਰ ਸਾਹਿਬ, ਜਿਹੜੀ ਸਾਡੇ ਗੁਰੂ ਘਰਾਂ ਦੇ ਵਿੱਚ ਇਹ ਬਿਮਾਰੀਆਂ ਸ਼ੁਰੂ ਹੋਈਆਂ, ਸਾਡੇ ਗੁਰੂ ਘਰਾਂ ਦੇ ਵਿੱਚ ਸਾਡੇ ਨਾਲ ਵਧੀਕੀਆਂ ਸ਼ੁਰੂ ਹੋਈਆਂ, ਇਹਦੇ ਹੋਣ ਦਾ ਮੂਲ ਕਾਰਨ ਪ੍ਰਥਮ ਜਿਹੜਾ ਅਸੀਂ ਇਤਿਹਾਸ ਵਿੱਚੋਂ ਵੇਖਦੇ ਹਾਂ, ਸਾਡੇ ਸਾਰੇ ਹੀ ਗੁਰੂ ਘਰ, ਜਿੰਨੇ ਵੀ ਗੁਰੂ ਘਰ ਸਨ, ਸਾਰੇ ਗੁਰੂ ਘਰਾਂ ਵਿੱਚ ਉਦਾਸੀ ਮਹਾਂਪੁਰਸ਼, ਮਹੰਤ ਆਦਿਕਾਂ ਦੇ ਹੱਥ ਵਿੱਚ ਸਾਰਾ ਇਹ ਸਾਡੇ ਸਮਾਜ ਦਾ ਦਾਰੋ ਮਦਾਰ ਸੀ, ਸਾਰਾ ਉਹਨਾਂ ਦੇ ਹੱਥਾਂ ਚੱਲਦਾ ਸੀਗਾ। ਫਿਰ ਜਦੋਂ ਸੰਗਤ ਨੂੰ ਜਾਗਰਤੀ ਮਿਲੀ ਵੀ ਇਹ ਸਾਡੇ ਗੁਰੂ ਘਰ ਨੇ, ਅਸੀਂ ਇਹਨੂੰ ਸੰਭਾਲ ਗਏ, ਹੌਲੀ ਹੌਲੀ ਸੰਗਤ ਵਿੱਚ ਹੋਰ ਜਾਗਰਤੀ ਵੱਧਦੀ ਗਈ ਤੇ ਫਿਰ ਉਹਨਾਂ ਕੋਲੋਂ ਸੰਭਾਲਣ ਦੇ ਵਾਸਤੇ ਸੰਗਤ ਅੱਗੇ ਵਧੀ, ਜਿੱਥੋਂ ਅਸੀਂ ਸਿੰਘ ਸਭਾ ਲਹਿਰ ਵੀ ਉਹਨੂੰ ਆਖ ਦਿੰਦੇ ਹਾਂ। ਉਹ ਲਹਿਰਾਂ ਬਣੀਆਂ। ਜਦੋਂ ਉਹ ਲਹਿਰਾਂ ਬਣੀਆਂ, ਉਸ ਸਮੇਂ ਇੱਕ ਕੰਮ ਹੋਇਆ ਜਿਹੜਾ ਸਾਡੇ ਗੁਰੂ ਘਰ ਨੂੰ ਘੁਣੇ ਦੀ ਤਰ੍ਹਾਂ ਜੁੰਮੜ ਗਿਆ। ਉਹ ਇਹ ਸੀ ਵੀ ਜਿਹੜਾ ਮੌਕੇ ਦਾ ਮਹੰਤ ਸੀ ਜਾਂ ਮੌਕੇ ਦਾ ਉਦਾਸੀ ਮਹਾਂਪੁਰਸ਼ ਸੀ, ਇਹ ਆਖਿਆ ਗਿਆ ਵੀ ਜਿੰਨੀ ਗੋਲਕ ਵਿੱਚ ਕਮਾਈ ਆਵੇਗੀ ਅੱਧੀ ਦਿੱਤੀ ਜਾਵੇਗੀ ਤੈਨੂੰ, ਅੱਧੀ ਅਸੀਂ ਗੁਰਦੁਆਰੇ ਦੇ ਕੰਮਾਂ 'ਚ ਵਰਤਾਂਗੇ। ਤੇ ਕਮੇਟੀਆਂ ਬਣ ਗਈਆਂ। ਉਹ ਬੰਦੇ ਨੇ ਕਿਹਾ ਚਲੋ ਅੱਧੀ ਮੈਨੂੰ ਦੇ ਦਿਆ ਕਰੋ, ਅੱਧੀ ਤੁਸੀਂ ਰੱਖ ਲਿਆ ਕਰੋ। ਇੱਥੋਂ ਸਾਡੀ ਬਿਮਾਰੀ ਜਿਹੜੀ ਸ਼ੁਰੂਆਤ ਹੋਈ ਸਾਡੇ ਗੁਰੂ ਘਰਾਂ ਦੇ ਵਿੱਚ, ਗੁਰੂ ਘਰਾਂ ਵਿੱਚ ਇੱਥੋਂ ਬਿਮਾਰੀ ਸ਼ੁਰੂ ਹੋਈ, ਵੱਧਦੀ। ਉਹ ਜਿਹੜੇ ਉਦਾਸੀ ਮਹਾਂਪੁਰਸ਼ ਸੀ ਜਾਂ ਮਹੰਤ ਸਨ, ਉਹ ਤਾਂ ਸਹਿਜੇ ਸਮਾਪਤੀ ਹੁੰਦੇ ਗਏ, ਅੱਗੇ ਉਹ ਗੁਰੂ ਘਰਾਂ ਚੋਂ ਬਾਹਰ ਹੋ ਗਏ ਤੇ ਉਹਨਾਂ ਦੀ ਥਾਂ ਤੇ, ਉਦਾਸੀ ਮਹੰਤਾਂ ਦੀ ਥਾਂ ਦੇ ਉੱਪਰ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਬੰਧਕ ਸੀ ਉਹਨਾਂ ਨੇ ਸਥਾਨ ਸੰਭਾਲ ਲਿਆ। ਜਿਹੜੇ ਪ੍ਰਧਾਨ ਸੀ, ਸੈਕਟਰੀ ਸੀ, ਉਹਨਾਂ ਨੇ ਸਥਾਨ ਸੰਭਾਲ ਕੇ ਤੇ ਫਿਰ ਹੌਲੀ ਹੌਲੀ
ਉਹਨਾਂ ਦੀਆਂ ਜਿਵੇਂ ਤਾਕਤਾਂ ਵਧੀਆਂ ਤੇ ਉਹ ਕਹਿਣ ਲੱਗ ਪਏ ਜਿਹੜੀ ਗੋਲਕ ਆ ਇਹ ਗੁਰੂ ਗ੍ਰੰਥ ਸਾਹਿਬ ਦੀ ਆ, ਇਹ 'ਚ ਤਾਂ ਤੁਸੀਂ ਵੇਖੋ ਹੀ ਨਾ, ਜਿਹੜੀ ਤੁਹਾਡੀ ਕਮਾਈ ਆ ਤੁਸੀਂ ਕਥਾ ਕਰਦੇ ਆ ਉਹਦੇ ਚੋਂ ਅੱਧੇ ਪੈਸੇ ਸਾਨੂੰ ਦੇਵੋ, ਜਿਹੜਾ ਤੁਸੀਂ ਕੀਰਤਨ ਕਰਦੇ ਆ ਉਹਦੇ ਚੋਂ ਅੱਧੇ ਪੈਸੇ ਸਾਨੂੰ ਦੇਵੋ। ਉਹ ਮੰਨਤਾਂ ਵਾਲੀ ਥਾਂ ਦੇ ਉੱਪਰ ਪ੍ਰਬੰਧਕ ਬਣ ਕੇ ਬੈਠ ਗਏ, ਸਾਡਾ ਪਾੜਾ ਉੱਥੇ ਦਾ ਉੱਥੇ ਰਿਹਾ। ਇਸ ਕਰਕੇ ਗੁਰੂ ਘਰਾਂ ਦੇ ਵਿੱਚ ਜਿਹੜੇ ਰਾਗੀ, ਗ੍ਰੰਥੀ, ਪ੍ਰਚਾਰਕ, ਜੋ ਵੀ ਸਾਡੀ ਸ਼੍ਰੇਣੀ ਆ, ਇਹ ਵਿਚਾਰੇ ਸਾਰੇ ਦੇ ਸਾਰੇ ਗਰੀਬੀ ਚੋਂ ਉੱਠ ਕੇ ਗੁਰੂ ਘਰਾਂ 'ਚ ਆਉਂਦੇ ਨੇ। ਜੇ ਕੋਈ ਆ ਕੇ ਗੁਰੂ ਦੀ ਰੋਟੀ ਪਾਣੀ ਠੀਕ ਚੱਲ ਵੀ ਪੈਂਦਾ, ਥੋੜਾ ਜਿਹਾ ਉਹਦੇ ਕੋਲੇ ਰੋਟੀ ਪਾਣੀ ਦਾ ਠੀਕ ਕੰਮ ਹੋ ਜਾਂਦਾ, ਤੇ ਉਹ ਉੱਠ ਕੇ ਹੰਕਾਰ ਦਾ ਬੇੜਾ ਸਿਰ ਤੇ ਰੱਖ ਕੇ ਤੁਰ ਪੈਂਦਾ, ਕਹਿੰਦਾ ਮੈਨੂੰ ਗੁਰੂ ਘਰ ਦੀ ਕੋਈ ਲੋੜ ਨਹੀਂ, ਮੈਨੂੰ ਗੁਰੂ ਘਰ ਨਾਲ ਐ ਨਹੀਂ। ਸਾਰੇ ਦੇ ਸਾਰੇ ਹੀ ਅਸੀਂ ਜਿਹੜੇ ਗੁਰੂ ਘਰ ਨਾਲ ਜੁੜੇ ਹੋਏ ਆ, ਜੇ ਸਾਡੀਆਂ ਆਪਣੀਆਂ ਰੋਜ਼ੀਆਂ ਰਿਜ਼ਕ ਸਾਰੇ ਅਲੱਗ ਤੌਰ ਤੇ ਚੱਲਦੇ, ਜਿਹਦੇ ਚੱਲ ਪਿਆ ਉਹਨੇ ਉਸ ਪਾਸੇ ਨਹੀਂ ਆਉਣਾ। ਪਰ ਮਗਰ ਬਹੁਤ ਵੱਡਾ ਇੱਕ ਕਮੀਲਾ ਗ੍ਰੰਥੀਆਂ ਦਾ, ਰਾਗੀਆਂ ਦਾ, ਪਾਠੀਆਂ ਦਾ ਤੁਰਿਆ ਆ ਰਿਹਾ, ਜਿਹੜੇ ਕਹਿ ਰਹੇ ਨੇ ਸਾਨੂੰ ਘੱਟ ਤੋਂ ਘੱਟ ਰੋਟੀ ਤੇ ਵੀ ਰਹਿਣ ਨੂੰ ਤਿਆਰ ਆ। ਇਹ ਤਾਂ ਸਾਡੀ ਕੌਮ ਦੀ ਹਾਲਤ ਹੈ। ਇਸ ਵਾਸਤੇ ਅੱਜ ਦਾ ਜਿਹੜਾ ਸਾਡੀ ਬਿਮਾਰੀ ਆ ਉਹ ਮਹੰਤਾਂ ਤੋਂ ਬਾਅਦ ਕਮੇਟੀਆਂ ਦੇ ਕੋਲੇ ਆਈ। ਇਸ ਗੱਲ ਨੂੰ ਥੋੜਾ ਜਿਹਾ ਧਿਆਨ ਦੇਣਾ। ਥੈਂਕ ਯੂ ਫॉर ਸ਼ੇਅਰਿੰਗ। ਗਿਆਨੀ ਧਰਮ ਸਿੰਘ ਜੀ। ਹਾਂਜੀ, ਵੀਰ ਜੀ ਜਗਮੇਲ ਸਿੰਘ ਜੀ ਨੇ ਜਿਹੜੀਆਂ ਗੱਲਾਂ ਕਹੀਆਂ ਮੈਂ ਉਹਨਾਂ ਨਾਲ ਵੀ ਸਹਿਮਤ ਹਾਂ। ਉਹਨਾਂ ਨੇ ਵੀ ਠੀਕ ਗੱਲ, ਕਿਉਂਕਿ ਜਿਹੜਾ ਮੇਰੇ ਖਿਆਲ 'ਚ ਦਾਇਰਾ ਗਿਆਨੀ ਬੇਅੰਤ ਸਿੰਘ ਜੀ ਦਾ ਵਾ, ਉਹ ਆਮ ਪਿੰਡਾਂ ਦੇ ਜਿਹੜੇ ਹੈਗੇ ਹਾਲਾਤ ਉਹਨਾਂ ਦਾ ਨਾ ਹੋਵੇ। ਸਾਰਿਆਂ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਕਿਸੇ ਹੱਦ ਤੱਕ ਠੀਕ ਨੇ। ਤੇ ਜਿਹੜੀ ਗੱਲ ਹੈਗੀ ਇਹਨਾਂ ਸਾਰੀਆਂ ਬਿਮਾਰੀਆਂ ਦਾ ਕਾਰਨ ਤੇ ਹੈਗਾ ਗੁਰਮਤ ਤੋਂ ਟੁੱਟਣਾ, ਕਿ ਜਿਹੜੇ ਹੈਗਾ ਸਭ ਤੋਂ ਮਾੜਾ ਹੰਕਾਰ ਨੂੰ ਕਿਹਾ ਗਿਆ, ਕਮੇਟੀਆਂ ਦੇ ਵਿੱਚ ਦੂਸਰਾ ਲਾਲਚ ਨੂੰ ਕਿਹਾ ਗਿਆ। ਉਹ ਜਿਹੜਾ ਸਬਰ ਸੰਤੋਖ ਆ ਗੁਰੂ ਦੀ ਮੱਤ ਦਾ ਧਾਰਨੀ ਹੋ ਕੇ, ਕਮੇਟੀਆਂ ਦਾ ਵੀ ਕੰਮ ਉਹੋ ਹੀ ਆ ਜਿਹੜਾ ਗ੍ਰੰਥੀ ਸਿੰਘਾਂ ਦਾ। ਫਰਕ ਸਿਰਫ ਕੰਮ ਦਾ ਆ, ਮਕਸਦ ਦਾ ਫਰਕ ਨੀ ਗਾ। ਕਮੇਟੀਆਂ ਦਾ ਮਕਸਦ ਵੀ ਇਹੋ ਆ ਵੀ ਗੁਰਦੁਆਰਾ ਬਣਾਉਣਾ ਆ, ਇੱਥੋਂ ਗੁਰੂ ਦੀ ਮੱਤ ਜਿਹੜੀ ਆ ਉਹ ਜਿਹੜੀ ਆ ਦੂਰ ਤੱਕ ਫੈਲੇ। ਉਹਦੇ ਵਾਸਤੇ ਉਹਨਾਂ ਗ੍ਰੰਥੀ ਰਾਗੀ ਸਿੰਘ ਰੱਖਣੇ ਹੁੰਦੇ ਨੇ, ਪ੍ਰਚਾਰਕ। ਤੇ ਉਹ ਗੱਲ ਇਹ ਆ ਵੀ ਜਦੋਂ ਪ੍ਰਬੰਧਕ ਜਿਹੜੇ ਆ ਉਹਨਾਂ ਦਾ ਜੀਵਨ ਗੁਰਮਤ ਦੇ ਅਨੁਸਾਰ ਨਹੀਂ ਹੋਊਗਾ, ਨਸ਼ੇ ਕਰਨ ਵਾਲੇ ਹੋਣਗੇ, ਹੰਕਾਰੀ ਹੋਣਗੇ, ਤੇ ਉੱਥੋਂ ਗੜਬੜ ਸ਼ੁਰੂ ਹੋ ਜਾਂਦੀ ਆ। ਇਹੋ ਹੀ ਹਾਲ ਸਾਡੇ ਆਪਣੀ ਸ਼੍ਰੇਣੀ ਦਾ ਆ ਕਿ ਜਿੱਥੇ ਕੱਲਾ ਮਾਇਆ ਦੀ ਖਾਤਰ ਹੋਊਗਾ, ਵੀ ਆਪਣੇ ਰੁਜ਼ਗਾਰ ਦੀ ਖਾਤਰ, ਉਹ ਉੱਥੇ ਵੀ ਗੜਬੜ ਹੁੰਦੀ ਆ। ਤੇ ਜਿਹੜੀ ਗੱਲ ਇਹ ਵੀਰ ਜੀ ਹੋਰਾਂ ਨੇ, ਜਗਮੇਲ ਸਿੰਘ ਹੋਰਾਂ ਨੇ ਕਹੀ ਸੀਗੀ ਵੀ ਗੁਰਦੁਆਰਿਆਂ 'ਚ ਗ੍ਰੰਥੀ ਨਹੀਂ ਲੱਭਣੇ, ਮੈਂ ਵੀ ਇਸ ਗੱਲ ਦੇ ਨਾਲ ਸ਼ਾਇਦ ਨਾ ਹੋਵਾਂ ਸਹਿਮਤ। ਉਹਦਾ ਕਾਰਨ ਇਹ ਆ ਕਿ ਬੇਰੁਜ਼ਗਾਰੀ ਬਹੁਤ ਜ਼ਿਆਦੀ ਹੈ, ਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਸੇ ਕਰਕੇ ਹੀ ਸਿਰਫ ਇੱਧਰ ਆ ਜਾਂਦੇ ਵੀ ਹੋਰ ਕੰਮ ਨੀ ਗਾ, ਤੇ ਇਹ ਪਾਠ ਕਰ ਲੋ, ਗ੍ਰੰਥੀ ਬਣ ਜਾਓ। ਸੋ ਇਹਦਾ ਇਹ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੁਣ ਇਹਦਾ ਇਲਾਜ ਕੀ ਹੈ, ਕੀ ਕਰਨਾ ਚਾਹੀਦਾ ਸਾਨੂੰ, ਕਿੱਥੋਂ? ਮੈਂ ਥੋੜੀ ਜਿਹੀ ਗੱਲ ਤੁਹਾਡੇ ਨਾਲ ਕਰਦਾ। ਜਿਹੜੀ ਗ੍ਰੰਥੀ ਨੇ ਨਾ, ਉਹ ਡਿਪਲੋਮਾ ਕਰਦੇ ਨੇ 3 ਸਾਲ ਜਿਹੜਾ ਹੈਗਾ, ਉਹ ਡਿਪਲੋਮਾ ਕਰਨ ਤੋਂ ਬਾਅਦ ਗ੍ਰੰਥੀ ਬਣਦੇ ਨੇ। ਮੈਂ ਉਹਨਾਂ ਗ੍ਰੰਥੀਆਂ ਦੀ ਗੱਲ ਕਰਦਾ। ਅੱਜ ਕੱਲ ਗ੍ਰੰਥੀ ਜ਼ਿਆਦਾ ਆਪ ਹੀ ਬਣੇ ਹੋਏ ਨੇ। ਅੱਜ ਕੱਲ ਜਿਹੜੇ ਆਪ ਬਣੇ ਹੋਏ ਨੇ, ਮੈਂ ਉਹਨਾਂ ਨੂੰ ਗ੍ਰੰਥੀ ਨਹੀਂ ਮੰਨਦਾ। ਜਿਹੜੇ ਡਾਕਟਰ ਸਾਹਿਬ ਬੈਠੇ ਨੇ, ਜਿਹਨੇ MBBS ਕਰੀ ਹੈ, ਉਹਨੂੰ ਤੁਸੀਂ ਡਾਕਟਰ ਮੰਨੋਗੇ? ਡਾਕਟਰ ਤਾਂ ਹੁਣ ਆਮ ਵੀ 6 ਮਹੀਨੇ ਸਿੱਖ ਕੇ ਟੀਕਾ ਲਾਈ ਜਾਂਦੇ ਨੇ, ਉਹ ਡਾਕਟਰ ਥੋੜਾ ਨੇ। ਗ੍ਰੰਥੀ ਸਿੰਘ, ਰਾਗੀ ਸਿੰਘ, ਪ੍ਰਚਾਰਕ ਉਹ ਹੈ ਜਿਹਨੇ ਡਿਗਰੀ ਡਿਪਲੋਮਾ ਕੀਤਾ ਹੈ। ਉਹ ਡਿਗਰੀ ਡਿਪਲੋਮੇ ਵਾਲਾ ਕੋਈ ਨਹੀਂ 2000-2500 ਚ ਆ ਕੇ ਕੋਈ ਕੰਮ ਕਰਦਾ। ਅਗਲਾ ਕੋਈ ਹੋਰ ਕੰਮ ਕਰ ਲਓ, ਪੜ੍ਹਿਆ ਲਿਖਿਆ ਐਜੂਕੇਟਡ ਹੋ। ਅੱਜ ਵੀ ਬੜੇ ਗ੍ਰੰਥੀ ਐਜੂਕੇਟਡ ਹੈਗੇ ਨੇ, ਕੋਈ ਐਸੀ ਗੱਲ ਨਹੀਂ। ਪਰ ਜਿਹੜੇ ਲੋਕ ਰੁਜ਼ਗਾਰ ਸਮਝ ਕੇ ਆ ਗਏ ਇੱਧਰ ਨੂੰ, ਗਰੀਬੀ ਦੀ ਰੇਖਾ 'ਚ ਰਹਿੰਦੇ ਸੀਗੇ, ਉਹਨਾਂ ਨੂੰ ਹੋਰ ਕੋਈ ਕੰਮ ਨਹੀਂ ਸੀ, ਉਹ ਗ੍ਰੰਥੀ ਬਣ ਗਏ। ਉਹਨਾਂ ਕੋਲੇ ਡਿਪਲੋਮਾ, ਮੈਂ ਤੁਹਾਨੂੰ ਧਰਮ ਸਿੰਘ ਜੀ ਬੈਠੇ ਨੇ, ਗਿਆਨੀ ਤੁਸੀਂ ਬੈਠੇ ਹੋ, ਮੈਨੂੰ ਦੱਸੋ ਕਿੰਨੇ ਕੁ ਗ੍ਰੰਥੀ ਨੇ ਜਿਹੜੇ ਡਿਪਲੋਮਾ ਹੋਲਡਰ ਆਉਂਦੇ ਨੇ ਇੱਧਰ, ਜਾਂ ਜਿਨ੍ਹਾਂ ਕੋਲੇ ਪੂਰੀ ਨੌਲੇਜ ਰੱਖਦੇ ਨੇ। ਉਹ ਸਿਰਫ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਇਸ ਕਰਕੇ ਆ ਜਾਂਦੇ ਨੇ ਵੀ ਠੀਕ ਹੈ 5000 4000 ਇਹ ਦੇਣਗੇ, ਕੁਛ ਉੱਤੋਂ ਬਣ ਜਾਣਗੇ, 10 15 20 ਬਣੀ ਜਾਊਗਾ, ਖਾਣਾ ਪੀਣਾ ਫਰੀ ਹੈ। ਸੋ ਇਸ ਕਰਕੇ ਸਾਨੂੰ ਵੀ ਸੋਚਣਾ ਪਊ, ਕਮੇਟੀਆਂ ਨੂੰ ਸੋਚਣਾ ਪਊ, ਚੰਗੇ ਗ੍ਰੰਥੀ ਉੱਥੇ ਜਿਹੜਿਆਂ ਨੂੰ ਪੂਰੀ ਨੌਲੇਜ ਹੈ ਗੁਰੂ ਗ੍ਰੰਥ ਸਾਹਿਬ ਦੀ। ਅੱਜ ਪ੍ਰੋਬਲਮਾਂ ਕਿਉਂ ਆ ਰਹੀਆਂ ਨੇ? ਜਿਨ੍ਹਾਂ ਨੂੰ ਪੂਰਾ ਪ੍ਰਚਾਰਕ ਦੀ ਨੌਲੇਜ ਨਹੀਂ,
ਪੂਰੀ ਗੁਰੂ ਗ੍ਰੰਥ ਸਾਹਿਬ ਦਾ ਡਿਪਲੋਮਾ ਨਹੀਂ ਕੀਤਾ ਜਾਂ ਰਾਗੀ ਦਾ ਨਹੀਂ ਕੋਈ ਪੂਰਾ ਉਹਨਾਂ ਕੋਲੇ ਨੌਲੇਜ ਹੈਗੀ, ਉਹ ਲੋਕ ਆ ਕੇ ਜਿਹੜਾ ਇਸੇ ਕਰਕੇ ਧਰਮ ਦੇ ਵਿੱਚ ਪ੍ਰੋਬਲਮਾਂ ਵੀ ਇਸੇ ਕਰਕੇ ਆ ਰਹੀਆਂ ਨੇ। ਜੇ ਕੋਈ ਟੀਚਰ ਜਿਹੜਾ ਸਕੂਲ ਦਾ ਉਹ ਪੂਰਾ ਵੈਲ ਐਜੂਕੇਟਡ ਨਹੀਂ ਹੋਊਗਾ, ਫਿਰ ਉਹ ਸਕੂਲ ਅੱਗੇ ਨਹੀਂ ਵੱਧ ਸਕਦਾ। ਇਸ ਕਰਕੇ ਇਹ ਕਮੇਟੀਆਂ ਨੂੰ ਸੋਚਣਾ ਪੈਣਾ ਹੈ ਕਿ ਕਮੇਟੀਆਂ ਜਦੋਂ ਗ੍ਰੰਥੀ ਰੱਖਦੀਆਂ ਨੇ, ਜਦੋਂ ਰਾਗੀ ਰੱਖਦੀਆਂ ਨੇ, ਪ੍ਰਚਾਰਕ ਰੱਖਦੀਆਂ ਨੇ, ਉਹਦਾ ਕੋਈ ਟੈਸਟ, ਉਹਦਾ ਕੋਈ ਉਹਦੇ ਡਾਕੂਮੈਂਟ ਵਗੈਰਾ ਉਹਦੇ ਦੇਖੇ ਜਾਣ, ਫਿਰ ਉਹ ਰੱਖਣ ਚੰਗਾ ਟੀਚਰ। ਜੇ ਹੁਣ ਤੁਸੀਂ ਬੱਚਿਆਂ ਨੂੰ ਪੰਜਾਬੀ ਦੀ MA ਕੀਤੀ ਹੈ, ਉਹਨੂੰ ਰੱਖੋਗੇ ਉਹ ਪੜ੍ਹਾਊਗਾ, ਉਹਨੂੰ ਸਾਰਾ ਕੁਝ ਆਉਂਦਾ ਹੈ। ਜੇ ਤੁਸੀਂ 10ਵੀਂ ਫੇਲ ਰੱਖੋਗੇ, ਉਹ ਕਿਵੇਂ ਬੱਚੇ ਨੂੰ ਪੜ੍ਹਾਊਗਾ? ਇਸ ਕਰਕੇ ਜ਼ਰੂਰਤ ਜ਼ਿਆਦਾ ਕਮੇਟੀਆਂ ਨੂੰ ਆ। ਇੱਕ ਮਿੰਟ, ਬੇਨਤੀ ਇਹ ਆ ਵੀ ਗੱਲ ਤੇ ਫਿਰ ਉਹੋ ਹੀ ਆ ਨਾ ਵੀ ਕਮੇਟੀਆਂ ਨੂੰ ਕਿੱਥੋਂ ਟ੍ਰੇਨਿੰਗ ਦਵਾਓਗੇ, ਉਹ ਕਿੱਥੋਂ ਡਿਪਲੋਮਾ ਲੈਣਗੇ? ਉਹ ਤੇ ਪੈਸੇ ਵਾਲਿਆਂ ਨੇ ਬਣਨਾ ਆ, ਉਹ ਤੇ ਜਿਨ੍ਹਾਂ ਦਾ ਧੱਕੇਸ਼ਾਹੀ ਚੱਲਦੀ ਆ ਉਹਨਾਂ ਨੇ ਬਣਨਾ ਆ, ਤੇ ਉਹਨਾਂ ਨੇ ਉਹ ਆਪਣੇ ਹਿਸਾਬ ਦੇ ਨਾਲ ਰੱਖਣੇ। ਉਹਨਾਂ ਨੂੰ ਪ੍ਰਚਾਰ ਨਾਲ ਕੀ ਲੱਗੇ? ਉਹਨਾਂ ਨੇ ਤੇ ਫਿਰ ਗੱਲ ਇਹੀ ਹੈ ਕਿ ਇਹ ਜਿਹੜਾ ਸਿਸਟਮ ਹੈ, ਆਪਣੇ ਤਖਤ ਸਾਹਿਬਾਨ ਨੇ, ਸਿੱਖਾਂ ਦੀ ਸਿਰਮੌਰ ਜਥੇਬੰਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਇਹ ਸੁਧਾਰ ਉੱਥੋਂ ਹੋਣਾ ਹੈ। ਜੇ ਉਹ ਲੋਕ ਇਮਾਨਦਾਰ ਹੋਣ, ਉਹਨਾਂ ਦੇ ਵਿੱਚ ਇਮਾਨਦਾਰੀ ਆਵੇ, ਉਹ ਜਿਹੜਾ ਹੈ ਗ੍ਰੰਥੀ, ਰਾਗੀ, ਪ੍ਰਚਾਰਕ ਜੋ ਵੀ ਆ ਤਖਤ ਸਾਹਿਬਾਨ ਤੋਂ ਲਿਆ ਜਾਵੇ, ਫੇਰ ਹੀ ਆ ਜਿਹੜੀਆਂ ਸੰਪਰਦਾਵਾਂ ਵਾਲਾ ਪਾੜਾ ਹੈ, ਹੋਰ ਪਾੜੇ ਨੇ, ਇਹ ਸਾਰੇ ਖਤਮ ਫੇਰ ਹੋਣਗੇ ਜੇ ਸਿਸਟਮ ਚ ਆਓ। ਕਿਤੇ ਨਾ ਕਿਤੇ ਸਾਰਾ ਸਿਸਟਮ ਜਿਹੜਾ ਹੈ ਉਹ ਸਿਸਟਮ ਤੋਂ ਦੂਰ ਹੋ ਗਏ, ਸਿਸਟਮ ਦੇ ਵਿੱਚ ਆ ਜੇ ਸਾਰਾ ਠੀਕ ਹੋ ਜਾਊਗਾ। Thank you, Sardar Jagmeet Singh. We have run out of time now. We have to say just 2 minutes each of you and then close the program. ਜੇ ਤੁਸੀਂ ਗਾਂ ਕੰਟੀਨਿਊ ਰੱਖਣਾ ਚਾਹੁੰਦੇ ਆ, we can do next week, but we don't have more time than another 6 minutes now. ਹਾਂਜੀ ਗਿਆਨੀ ਜੀ, ਤੁਹਾਡਾ ਲਾਸਟ 2 ਮਿੰਟ ਕੋਈ ਵਿਚਾਰ? ਗਿਆਨੀ ਬੇਅੰਤ ਸਿੰਘ ਜੀ। ਮੈਂ ਜਿਹੜੀਆਂ ਵਿਚਾਰਾਂ ਲੈ ਕੇ ਤਿਆਰੀ ਕਰਕੇ ਆਇਆ ਸੀ ਨਾ ਜੀ, ਹਾਜ਼ਰ ਹੋਇਆ ਸੀਗਾ, ਉਹਨਾਂ ਵਿਚਾਰਾਂ ਵਿੱਚੋਂ ਮੇਰੀ ਕੋਈ ਵਿਚਾਰ ਪੂਰੀ ਬੋਲੀ ਨਹੀਂ ਗਈ। ਮੈਂ ਬਸ ਜਿਹੜੀ ਹੁਣ ਤੁਸੀਂ 2 ਮਿੰਟ ਦਿੱਤੇ, ਮੈਨੂੰ ਪਤਾ ਸੀ ਟਾਈਮ ਭੱਜਦਾ ਜਾ ਰਿਹਾ, ਅਸੀਂ ਕਥਾ ਕਹਾਣੀਆਂ 'ਚ ਪੈ ਗਏ ਹਾਂ। ਪਰ ਸਾਡਾ ਇਹ ਪ੍ਰੋਗਰਾਮ ਜਿਹੜਾ ਵਾਇਸ ਆਫ ਮਾਨਵਤਾ, ਸਰਦਾਰ ਮੇਘਰਾਜ ਸਿੰਘ ਜੀ, ਤੁਸੀਂ ਡਾਕਟਰ ਸਾਹਿਬ ਨਾਲ, ਭੈਣ ਜੀ ਹੁਣੀ, ਦਲਜੀਤ ਕੌਰ ਜੀ, ਸਾਰੇ ਮਿਲ ਕੇ ਜੋ ਤੁਸੀਂ ਇੱਕ ਬਹੁਤ ਵਧੀਆ ਪ੍ਰੋਗਰਾਮ ਉਲੀਕਿਆ ਵਾ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੀ ਸਾਡੇ ਸੁਣਨ ਵਾਲੇ ਸਰੋਤੇ ਨੇ, ਉਹਨਾਂ ਦੇ ਕੋਲੇ ਬਹੁਤ ਕੁਝ ਪੈਣਾ ਚਾਹੀਦਾ ਸੀ। ਮੈਂ ਆਪਦੇ 2 ਮਿੰਟਾਂ ਵਿੱਚ ਇੱਕ ਗੱਲ ਕਹਿਣੀ ਚਾਹੁੰਦਾ, ਬਸ ਉਹ ਕਹਿ ਕੇ ਮੈਂ ਸਮਾਪਤੀ ਕਰ ਦੇਣੀ ਹੈ। ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਾਨੂੰ ਜਿਹੜੀਆਂ ਚੀਜ਼ਾਂ ਤੋਂ ਗੁਰੂ ਘਰ ਨੇ, ਗੁਰਬਾਣੀ ਨੇ ਵਰਜਿਆ ਸੀ, ਸਾਨੂੰ ਰੋਕਿਆ ਸੀ, ਅਸੀਂ ਉਹੀ ਕੰਮ ਸਾਰੇ ਗੁਰੂ ਘਰ ਵਿੱਚ ਲਾਗੂ ਕਰ ਦਿੱਤੇ। ਜਿਨ੍ਹਾਂ ਤੋਂ ਰੋਕਿਆ ਗਿਆ ਸੀ, ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਆਸਾ ਦੀ ਵਾਰ 'ਚ ਕਿਹਾ ਸੀ, ਲੈ ਪਹਾੜ ਕਰੇ ਵਿਆਓ, ਕੜਕਾ ਤਲ ਦੱਸੇ ਰਾਓ, ਸੁਣ ਵੇਖੋ ਲੋਕਾਂ ਇਹੋ ਬਣਾਣ, ਮਨ ਅੰਧਾ ਨਾਉ ਸਜਾਣ। ਪਹਾੜਾ ਲੈ ਕੇ ਵਿਆਹ ਕਰਨੇ, ਉਹ ਸਾਨੂੰ ਕੰਮ ਤੋਂ ਗੁਰੂ ਬਾਣੀ ਰੋਕ ਰਹੀ ਸੀ। ਅਸੀਂ ਅੱਜ ਪਹਾੜੇ ਲੈ ਕੇ ਹੀ ਵਿਆਹ ਕਰਨ ਲੱਗ ਪਏ। ਜੋ ਸਾਨੂੰ ਕਰਮ ਕਾਂਡਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਨੇ ਰੋਕਿਆ, ਜਾਤ ਪਾਤ ਨੂੰ ਛੱਡੋ, ਜਿੰਨੀ ਜਾਤ ਪਾਤ ਸਿੱਖਾਂ ਵਿੱਚ ਹੈ, ਇੰਨੀ ਹੋਰ ਕਿਸੇ ਵਿੱਚ ਵੀ ਹੈ ਨਹੀਂ। ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਸੀ ਵੀ ਆਹ ਜਿਹੜੀ ਪੂਰੀ ਮਾਨਵਤਾ ਹੈਗੀ ਆ, ਇਹਨੂੰ ਤੁਸੀਂ ਇੱਕ ਨਜ਼ਰ ਨਾਲ ਦੇਖੋ, ਅਸੀਂ ਉਸ ਨਜ਼ਰ ਨਾਲ ਨਹੀਂ ਵੇਖਿਆ। ਜੋ ਸਾਨੂੰ ਗੁਰਬਾਣੀ ਵਿੱਚ ਤੇ ਸਾਡੀ ਵਿੱਚ ਆਪਸ ਵਿੱਚ ਦੁਫਾਟ ਪੈ ਗਿਆ, ਸਾਡੇ ਮੂਲ ਗੁਰੂ ਘਰਾਂ ਦੀ ਕਾਰਨ ਇਹੀ ਹੈ। ਤਾਂ ਹੀ ਲੋਕ ਸਾਨੂੰ ਪਟਰੋਗਾ ਔਰ ਭਾਟੜੇ, ਭੈੜੀਆਂ ਭਾਸ਼ਾ ਵਿੱਚ ਗੱਲ ਸ਼ਬਦ ਬੋਲਣ ਲੱਗ ਪਏ। ਜੋ ਕਰਮਕਾਂਡ ਦੂਸਰੇ ਮਤ ਕਰਦੇ ਸੀ, ਉਹ ਸਾਰੇ ਦੇ ਸਾਰੇ ਗੁਰਦੁਆਰੇ 'ਚ ਆ ਗਏ। ਔਰ ਇਹ ਵੀ ਅਸੀਂ ਦੋਸ਼ੀ ਦੂਸਰਿਆਂ ਨੂੰ ਨਾ ਕਰੀਏ, ਗੁਰਦੁਆਰਿਆਂ ਦੇ ਵਿੱਚੋਂ, ਮੰਦਿਰਾਂ ਦੇ ਵਿੱਚ ਸਾਡੇ ਕਰਮਕਾਂਡ ਗਏ ਨੇ, ਬਲਕਿ ਅਸੀਂ ਉਹਨਾਂ 'ਚੋਂ ਨਹੀਂ ਲਿਆਂਦੇ। ਪਰ ਸਾਡੇ ਜਿਹੜੇ ਗ੍ਰੰਥੀ ਸਾਹਿਬਾਨ, ਗੁਰੂ ਘਰ ਦੇ ਵਜ਼ੀਰ, ਅਸੀਂ ਮਾਇਆ ਵਾਲੇ ਜਿਹੜੇ ਲੋਕ ਆ, ਉਹ ਮਾਇਆ ਪਿੱਛੇ ਦੌੜ ਕੇ ਜਿਹੜਾ ਗੁਰੂ ਘਰ ਦਾ ਬਹੁਤ ਉੱਚਾ ਮੁਕਾਮ ਸੀ, ਉਹ ਗੁਰਬਾਣੀ ਦੇ ਉਲਟ ਹੀ ਤੁਰਿਆ ਗਿਆ। ਹਰ ਇੱਕ ਨੇ ਹੀ ਇੱਕ ਦੂਜੇ ਨਾਲ ਰੇਟ ਤੈਅ ਕੀਤੇ ਧਰਮ ਨੂੰ। ਜਿਹੜਾ ਧਰਮ ਇੱਕ ਨਿਸ਼ਕਾਮ, ਪ੍ਰੇਮ, ਪਿਆਰ, ਆਦਬ, ਸਤਿਕਾਰ ਵਾਲਾ ਸੀ, ਉਹ ਧਰਮ ਨੂੰ ਮਾਇਆ ਨਾਲ ਤੋਲਣਾ ਸ਼ੁਰੂ ਕਰ ਦਿੱਤਾ। ਤੇ ਮਾਇਆ ਦੇ ਵਪਾਰੀ ਹੀ ਫਿਰ ਆ ਕੇ ਪ੍ਰਬੰਧਕ ਬਣ ਗਏ, ਜਿਨ੍ਹਾਂ ਦੀਆਂ ਫੈਕਟਰੀਆਂ ਚੱਲਦੀਆਂ ਸੀ, ਕਾਰੋਬਾਰ ਚੱਲਦੀ। ਉਹ ਕਹਿੰਦਾ ਮੇਰੀ ਇੱਕ ਫੈਕਟਰੀ ਚੱਲਦੀ ਹੈ ਜੀ, ਮੇਰੇ ਕੋਲ 3 ਗੁਰਦੁਆਰਿਆਂ ਦਾ ਮੈਂ ਪ੍ਰਧਾਨ ਵੀ ਹਾਂ। ਉਹ ਇਸ ਗੱਲ ਨੂੰ ਇਹ ਦੱਸ ਰਿਹਾ ਵੀ 3 ਫੈਕਟਰੀਆਂ ਮੇਰੀਆਂ ਗੁਰਦੁਆਰਿਆਂ 'ਚ ਵੀ ਚੱਲਦੀਆਂ ਨੇ। ਉਹ ਕਾਰੋਬਾਰੀ ਸਾਡਾ ਸਭ ਪਛੂਣ ਕਰਕੇ ਇਹ ਗੁਰੂ ਘਰ ਦੀ ਅੱਜ ਹਾਲਤ ਬਹੁਤ ਮਾੜੀ ਤੁਰੀ ਜਾ ਰਹੀ ਹੈ। ਬੜੀ ਮਿਹਰਬਾਨੀ, ਥੈਂਕ ਯੂ। ਗਿਆਨੀ ਧਰਮ ਸਿੰਘ। ਮੇਰੀ ਤੇ ਇੱਕੋ ਹੀ ਆ ਬੇਨਤੀ ਵੀ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧਕ ਨੇ,
ਉਹ ਗੁਰੂ ਦੇ ਪਹਿ ਚ ਰਹਿਣ ਵੀ ਇੱਕ ਨਾ ਇੱਕ ਦਿਨ ਕਿਤੇ ਪੁੱਛ ਪੜਤਾਲ ਹੋਊਗੀ ਵੀ ਤੁਹਾਡੀ ਡਿਊਟੀ ਕੀ ਸੀਗੀ। ਤੇ ਜਿਹੜੇ ਮੇਰੇ ਭਰਾ ਨੇ ਗ੍ਰੰਥੀ ਸਿੰਘ ਨੇ ਰਾਗੀ ਸਿੰਘ ਨੇ ਉਹ ਵੀ ਗੁਰੂ ਦੇ ਉੱਪਰ ਭਰੋਸਾ ਰੱਖ ਕੇ ਤੇ ਜਿਹੜੀ ਰੁਜ਼ਗਾਰ ਤੇ ਕਰਨਾ ਹੀ ਆ ਤੇ ਨਾਲ ਦੀ ਨਾਲ ਮੁੱਖ ਇਹ ਰੱਖਣ ਉਹੋ ਹੀ ਇੱਧਰ ਆਣ ਜਿਹੜੇ ਸਬਰ ਸੰਤੋਖ ਨੂੰ ਰੱਖ ਸਕਦੇ ਆ ਗੁਰੂ ਦੇ ਭੈ ਦੇ ਵਿੱਚ ਰਹਿ ਕੇ। ਬਸ ਇੰਨੀ ਬੇਨਤੀ ਮੇਰੀ। यानी जगमेल सिंह जी। ਹਾਂਜੀ, ਮੇਰੀ ਬੇਨਤੀ ਵੀ ਇਹੀ ਹੋਈ ਹੈ ਕਿ ਜਿਹੜੇ ਪ੍ਰਬੰਧਕ ਨੇ ਨਾ ਉਹ ਸ਼ਰੀਕੇਬਾਜ਼ੀ ਛੱਡਣ। ਉਹ ਕਿਤੇ ਨਾ ਕਿਤੇ ਸ਼ਰੀਕੇਬਾਜ਼ੀ 'ਚ ਜਿਹੜਾ ਪੈ ਗਿਆ ਸਿਸਟਮ, ਗ੍ਰੰਥੀ ਤੇ ਪ੍ਰਬੰਧਕਾਂ ਦਾ ਜਿਹੜਾ ਰਿਸ਼ਤਾ ਹੈ ਉਹ ਨੌ ਮਾਸ ਦਾ ਹੈ। ਮੈਂ ਨਹੀਂ ਚਾਹੁੰਦਾ ਕਿ ਪ੍ਰਬੰਧਕ ਕਮੇਟੀਆਂ ਤੋਂ ਬਿਨਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਚੱਲ ਸਕਦੇ ਨੇ। ਇਹ ਜ਼ਰੂਰੀ ਨੇ, ਜੇ ਤੁਸੀਂ ਗ੍ਰੰਥੀਆਂ ਨੂੰ ਕਾਬਜ਼ ਕਰ ਦੋਗੇ ਗ੍ਰੰਥੀਆਂ ਨੇ ਉਹੀ ਕੰਮ ਕਰਨਾ ਜੋ ਪਹਿਲਾਂ ਹੁੰਦਾ ਸੀ। ਸੋ ਇਹ ਸਿਸਟਮ ਬਿਲਕੁਲ ਸਹੀ ਹੈ, ਕੋਈ ਇਹਦੇ 'ਚ ਕੋਈ ਹੱਥਕੱਥਨੀ ਨਹੀਂ। ਇੱਕ ਤਾਂ ਇਹਨੂੰ ਸ਼ਰੀਕੇਬਾਜ਼ੀ 'ਚ ਨਾ ਲਿਆਈਏ ਅਸੀਂ, ਜਿਹੜਾ ਹੈਗਾ 9 ਮਾਸ ਦਾ ਰਿਸ਼ਤਾ ਉਸੇ ਤਰ੍ਹਾਂ ਬਣਾ ਕੇ ਰੱਖੀਏ। ਇਹ ਜਿਹੜਾ ਹੈ ਇਹਨੂੰ ਪ੍ਰਬੰਧ ਨੂੰ ਫੇਰ ਠੀਕ ਕੀਤਾ ਜਾ ਸਕਦਾ ਪ੍ਰੇਮ ਭਾਵਨਾ ਦੇ ਨਾਲ। ਜਿਵੇਂ ਭਾਈ ਸਾਹਿਬ ਨੇ ਦੱਸਿਆ, ਗ੍ਰੰਥੀ ਨੂੰ ਵੀ ਜਿਹੜਾ ਹੈਗਾ ਭੈ ਦੇ ਵਿੱਚ, ਅਦਬ ਦੇ ਵਿੱਚ, ਸਤਿਕਾਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਹੈ ਰਹਿਣਾ ਚਾਹੀਦਾ। ਇਸੇ ਤਰ੍ਹਾਂ ਕਮੇਟੀਆਂ ਵੀ ਰਹਿਣ, ਚੰਗੀਆਂ ਕਮੇਟੀਆਂ ਸਾਹਮਣੇ ਆਉਣ, ਅੰਮ੍ਰਿਤਧਾਰੀ ਗੁਰਸਿੱਖ ਜਿਹੜੇ ਨੇ ਉਹ ਆ ਕੇ ਇਹ ਪ੍ਰਬੰਧ ਨੂੰ ਸਾਂਭਣ। ਉਹਦੀਆਂ ਚਾਹੇ 100 ਫੈਕਟਰੀ ਚੱਲਦੀ ਹੈ, ਪਰ ਗੁਰੂ ਦੇ ਆ ਕੇ ਸਾਹਮਣੇ ਉਹ ਨਿਮਾਣਾ ਬਣ ਕੇ ਇੱਕ ਨਿਮਾਣਾ ਸਿੱਖ ਦੇ ਵਜੋਂ ਆ ਕੇ ਸੇਵਾ ਕਰੇ, ਫਿਰ ਇਹ ਪ੍ਰਬੰਧ ਜਿਹੜੇ ਨੇ ਠੀਕ ਹੋ ਸਕਦੇ ਨੇ। Thank you ji. Thank you for the participants and thank you for the audience. In a couple of weeks we can have this program again, something like that. If you want, let me know. But for now we are closing this program, and thank you again, and please support the program as best as you can. ਸਾਰਿਆਂ ਵੱਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.